ਗੁਰਦਿਆਲ ਸਿੰਘ ਦਾ ਨੋਵਲ ਅਣਹੋਏ ਦਾ 8ਵਾਂ ਵਾਂਗ। ਆਥਣੇ ਪਾਠ ਖੁਲਵਾ ਕੇ ਭਗਤਾ ਦਿਆਕੁਰ ਦੇ ਫੁੱਲ ਲੈ ਕੇ ਹਰਿਦੁਆਰ ਤੁਰ ਗਿਆ। ਉਹਨੇ ਆਪ ਜਾਣ ਲਈ ਜ਼ਿੱਦ ਕਰਕੇ ਬਿਸ਼ਨੇ ਨੂੰ ਮਨਾ ਲਿਆ ਸੀ, ਪਰ ਜਾਣ ਲੱਗਿਆਂ ਪਾਸੇ ਕਰਕੇ ਜਿਹੜੀ ਗੱਲ ਬੁੱਧੇ ਨੂੰ ਸਮਝਾ ਗਿਆ ਸੀ, ਉਸੇ ਰਾਤ ਡਰਦਿਆਂ ਉਹਨੇ ਬਿਸ਼ਨੇ ਨੂੰ ਦੱਸ ਦਿੱਤੀ। ਬਾਈ, ਭਗਤਾ ਕਹਿੰਦਾ ਸੀ, ਹੁਣ ਮੇਰੀ ਇੱਜ਼ਤ ਦਾ ਸਵਾਲ ਹੈ। ਲੋਕਾਂ ਦੇ ਦੁਆਰੇ ਇਕੱਲਾ ਭਰਾ ਰੁਲਦਾ ਮੈਥੋਂ ਨਹੀਂ ਛੱਡਿਆ ਜਾਣਾ। ਲੋਕ ਮੇਰੇ ਸਿਰ ਸੁਆਹ ਪਾਉਣਗੇ। ਬਿਸ਼ਨਾ ਵਿਅੰਗ ਨਾਲ ਰਤਾ ਕੋ ਮੁਸਕਰਾਇਆ। ਤੂੰ ਉਹਨੂੰ ਆਖਣਾ ਸੀ ਵੀ ਤੂੰ ਸਾਰੀ ਸੁਆਹ ਇਕੱਠੀ ਕਰਕੇ ਬਾਈ ਦੇ ਸਿਰ 'ਚ ਪਾ ਦੀ। ਬੁੱਧਾ ਚੁੱਪ ਕਰ ਗਿਆ। ਉਹਨੂੰ ਪਤਾ ਸੀ ਕਿ ਬਿਸ਼ਨੇ ਨੇ ਹੁਣ ਗੱਲ ਦਾ ਕੋਈ ਰਾਹ ਨਹੀਂ ਦੇਣਾ, ਇਸ ਲਈ ਉਹਨੇ ਹੋਰ ਕੁਛ ਨਾ ਕਿਹਾ। ਜਿੰਨੇ ਦਿਨ ਪਾਠ ਖੁੱਲਿਆ ਰਿਹਾ ਬਿਸ਼ਨਾ ਸੁਣਦਾ ਰਿਹਾ। ਜਦੋਂ ਪਾਠੀ ਚਲਾ ਜਾਂਦਾ ਤਾਂ ਰਾਮਾ ਕਾਲੀ ਆਪੇ ਹੀ ਉਹਦੇ ਕੋਲ ਆ ਜਾਂਦਾ। ਪੈਰ ਭਾਰੋ ਬਿਸ਼ਨੇ ਨੂੰ ਗੁਰਬਾਣੀ ਦੇ ਅਰਥ ਕਰ ਸਮਝਾਉਂਦਾ ਰਹਿੰਦਾ। ਜਿਉਂ ਉਹਦੇ ਅਰਥਾਂ ਦੀ ਮਾੜੀ ਮੋਟੀ ਸਮਝ ਆਉਣ ਲੱਗਦੀ ਗਈ, ਤਿਉਂ ਰਾਮਾ ਨੂੰ ਹੋਰ ਚੰਗਾ ਲੱਗਣ ਲੱਗ ਪਿਆ। ਅੱਗੇ ਉਹਨੂੰ ਕਦੇ ਮੁਖਾਲ ਕਰ ਲੈਂਦਾ ਹੁੰਦਾ, ਪਰ ਹੁਣ ਧਰਮਾਤਮਾ ਲੋਕਾਂ ਵਰਗਾ ਸਤਿਕਾਰ ਕਰਨ ਲੱਗ ਪਿਆ। ਕਈ ਵਾਰ ਇੰਜ ਜਾਪਦਾ ਕਿ ਗੁਰਬਾਣੀ ਦੀ ਇੰਨੀ ਸਮਝ ਉਹਨੂੰ ਨਹੀਂ ਸੀ ਪੈਂਦੀ ਜਿੰਨਾ ਰਾਮਾ ਗੁਰਬਾਣੀ ਪੜ੍ਹਦਾ ਤੇ ਮਿਠਾਸ ਨਾਲ ਹਰੇਕ ਸ਼ਬਦ ਦੇ ਅਰਥ ਕਰਦਾ ਚੰਗਾ ਲੱਗਦਾ। ਦਿਨ ਇਉਂ ਨਿਕਲ ਜਾਂਦਾ ਤੇ ਰਾਤ ਨੂੰ ਕਦੇ ਉਹਦੇ ਕੋਲ ਸੰਤੂ ਆ ਪੈਂਦਾ, ਕਦੇ ਬੁੱਧਾ। ਵੱਡੀ ਰਾਤ ਤਾਈਂ ਉਹ ਗੱਲਾਂ ਕਰਦੇ ਰਹਿੰਦੇ, ਪਰ ਦਿਆਕੁਰ ਦੀ ਗੱਲ ਕਦੇ ਨਾ ਛਿੜਨ ਦਿੰਦਾ। ਜਦ ਕੋਈ ਗੱਲ ਉਹ ਤੋਰਨ ਦਾ ਯਤਨ ਵੀ ਕਰਦੇ ਤਾਂ ਉਹਨਾਂ ਨੂੰ ਜਾਪਦਾ ਬਿਸ਼ਨੇ ਦਾ ਮਨ ਟਿਕਾਣੇ ਨਹੀਂ ਸੀ ਰਹਿੰਦਾ। ਉਹ ਆਪੇ ਹੀ ਮੁੜ ਉਰਲੀਆਂ ਪਰਲੀਆਂ ਸ਼ੁਰੂ ਕਰ ਦਿੰਦੇ। ਤੇ ਜਿੱਦਾਂ ਪਾਠ ਦਾ ਭੋਗ ਪਿਆ, ਉਹਦੇ ਪਿੰਡ ਦੇ ਸਿਆਣੇ ਬੰਦਿਆਂ ਦੀ ਪੰਚਾਇਤ ਵਿੱਚ ਭਗਤੇ ਨੇ ਬਿਸ਼ਨੇ ਮੂਹਰੇ ਹੱਥ ਜੋੜ ਕੇ ਜਿਵੇਂ ਤਰਲਾ ਕਰਦਿਆਂ ਆਖਿਆ, ਅੱਗੇ ਬਾਈ ਤੁਸੀਂ ਦੋਏ ਸੀ, ਮੈਂ ਕੁਛ ਨਹੀਂ ਆਖਿਆ, ਪਰ ਹੁਣ ਲੋਕ ਮੇਰੇ ਮੂੰਹ 'ਚ ਉਂਗਲਾਂ ਦੇਣਗੇ। ਤੂੰ ਹੁਣ ਮੇਰੇ ਨਾਲ ਚੱਲ, ਰੱਬ ਦਾ ਦਿੱਤਾ ਸਭ ਕੁਛ ਹੈ, ਆਰਾਮ ਨਾਲ ਬੈਠਾ ਰੋਟੀ ਖਾਈ ਜਾਈਂ। ਬਿਸ਼ਨੇ ਨੇ ਭਗਤੇ ਵੱਲ ਪਹਿਲਾਂ ਤਾਂ ਸਰਸਰੀ ਤੌਰ ਤੇ ਵੇਖਿਆ, ਫਿਰ ਅਤਾ ਗੌਰ ਨਾਲ। ਭਗਤੇ ਨੂੰ ਇੰਜ ਉਪਰੀਆਂ ਜਿਹੀਆਂ ਗੱਲਾਂ ਕਰਦਿਆਂ ਸੁਣ ਕੇ ਉਹਨੂੰ ਜਿਵੇਂ ਕੁਝ ਹੈਰਾਨੀ ਹੋਈ ਸੀ। ਬਿੰਦ ਕੋ ਉਹਦੇ ਮੂੰਹ ਵੱਲ ਉਂਝ ਹੀ ਝਾਕਦਾ ਰਿਹਾ ਤੇ ਫਿਰ ਨੀਵੀਂ ਪਾ ਲਈ। ਉਹਦੇ ਬੁੱਢੇ ਕਰੜੇ ਨਕਸ਼ਾਂ ਉੱਤੇ ਉਗੜੇ ਗੁੱਝੇ ਪ੍ਰਭਾਵ ਕੋਈ ਜਾਂਚ ਨਾ ਸਕਿਆ। ਸਾਰੇ ਸਿਆਣੇ ਬੰਦਿਆਂ ਨੇ ਭਗਤੇ ਦਾ ਪੱਖ ਪੂਰਿਆ। ਬਿਸ਼ਨਾ ਉਵੇਂ ਨੀਵੀਂ ਪਾਈ ਸਭ ਦੀਆਂ ਸੁਣੀ ਗਿਆ, ਤੇ ਜਦੋਂ ਸਾਰੇ ਆਪੋ ਆਪਣੀ ਕਹਿ ਹਟੇ ਤਾਂ ਜਿਉਣਾ ਨੰਬਰਦਾਰ ਆਪਣੀ ਤੇ ਬਿਸ਼ਨੇ ਦੀ ਬਚਪਨ ਦੀ ਯਾਰੀ ਤੇ ਪਿੰਡ ਦੇ ਰਿਸ਼ਤੇਦਾਰ ਬੰਦੇ ਦੇ ਰਲਵੇਂ ਪ੍ਰਭਾਵ ਵਾਲੇ ਬੋਲ ਨਾਲ ਮਠਾਰ ਕੇ ਬੋਲਣ ਲੱਗ ਪਿਆ। ਬਿਸ਼ਨਿਆਂ ਕਹਿੰਦੇ ਹੁੰਦੇ ਐ, ਮਰਦ ਮਕਾਨੀ, ਘੋੜੇ ਥਾਨੀ ਸੋਭਦੇ ਐ। ਭਰਾਵਾਂ ਨੂੰ ਸਾਂਭਦੇ ਆਏ, ਲਹੂ ਦੀ ਸਾਂਝ ਤੋੜਨੀ ਮੁਸ਼ਕਿਲ ਹੈ। ਲੋਕ ਲੱਜਾ ਵੀ ਸੋਚਣਾ ਪੈਂਦਾ ਹੈ। ਨਾਲੇ ਹੁਣ ਤੇਰੀ ਕੋਈ ਉਮਰ ਹੈ ਨਹੀਂ ਰੁਲਣ ਦੀ। ਵੀ ਇਹਨਾਂ ਨੂੰ ਤੇਰੀ ਕਾਹਦੀ ਤਕਲੀਫ ਆ। 2 ਗੁੱਲੀਆਂ ਖਾ ਛੱਡੀਆਂ, ਰੱਬ ਦਾ ਨਾਂ ਲੈ ਛੱਡਿਆ, ਹੋਰ ਕੀ। ਬੁੱਢੇ ਬਾਰੇ ਜੇ ਖਬਰੇ ਉਹਦੇ ਮਨ ਪਿਰਸ ਪੈ ਜੇ। ਤਾਂ ਆਪਾਂ ਪਾਪੀ ਬੰਦੇ ਸਾਰੀ ਉਮਰ ਧਰਤੀ ਤੇ ਹੱਥ ਤਾਂ ਹੀ ਤੁਰੇ ਫਿਰਦੇ ਰਹਿੰਦੇ ਆ। ਉਹਦਾ ਕਦੇ ਚੇਤਾ ਵੀ ਨਹੀਂ ਆਉਂਦਾ ਬਈ ਕਿਤੇ ਵਸਦਾ ਵੀ ਹੈ ਕਿ ਨਹੀਂ। ਜਦੋਂ ਬਿਸ਼ਨੇ ਨੂੰ ਸਮਝੌਤਾ ਦਿੰਦਾ ਰੱਬ ਦੀਆਂ ਗੱਲਾਂ ਤੇ ਆ ਗਿਆ ਤਾਂ ਬਿਸ਼ਨਾ ਉਹਦੇ ਮੂੰਹ ਵੱਲੋਂ ਝਾਕਣ ਲੱਗ ਪਿਆ ਜਿਵੇਂ ਜਿਉਣਾ ਤੇ ਪਛਤੋ ਬੋਲਦਾ ਹੋਵੇ। ਇੰਜ ਝਾਕਦੀਆਂ ਹੀ ਉਹਦੇ ਹੋਠਾਂ ਉੱਤੇ ਵਿਅੰਗਮਈ ਮੁਸਕਰਾਹਟ ਆਈ ਤੇ ਉਸ ਨੀਵੀਂ ਪਾ ਕੇ ਉਹ ਸਿਰ ਮਾਰਿਆ ਕਿ ਜਿਉਣੇ ਤੋਂ ਬਿਨਾਂ ਬਾਕੀ ਸਾਰਿਆਂ ਨੇ ਉਹਦੇ ਚਿਹਰੇ ਦਾ ਪ੍ਰਤੱਖ ਪ੍ਰਭਾਵ ਜਾਚ ਲਿਆ। ਆ ਬੱਦੇ ਲੰਬਰਦਾਰਾ ਹੱਥ, ਹੁਣ ਤੂੰ ਚੁੱਪ ਕਰ। ਉਹਨੂੰ ਗੱਲ ਵਧਾਈ ਜਾਂਦਿਆਂ ਵੇਖ ਕੇ ਬਿਸ਼ਨੇ ਨੇ ਹੱਥ ਜੋੜਦਿਆਂ ਅਜਿਹੀ ਆਵਾਜ਼ 'ਚ ਆਖਿਆ ਕਿ ਉਹਦੇ ਅੰਦਰ ਦੀ ਘੁੱਟੀ ਨੱਪੀ ਕੁੜੱਤਣ ਦਾ ਅਸਰ ਬੋਲ 'ਚ ਮੱਲੋ ਮੱਲੀ ਆ ਰਲਿਆ। ਮੈਂ ਆਪੇ 1-2 ਦਿਨਾਂ ਤਾਈਂ ਫੈਸਲਾ ਕਰਕੇ ਇਹਨੂੰ ਪਤਾ ਦੇ ਦੂੰ, ਹੁਣ ਹੋਰ ਮੈਨੂੰ ਕੁਛ ਨਾ ਆਖੀ। ਸਾਰੇ ਬਿਸ਼ਨਾ ਦਾ ਰੌਂ ਤਾੜ ਗਏ। ਉਹਨਾਂ ਦੇ ਚਿਹਰਿਆਂ ਉੱਤੇ ਉਹ ਡਰ ਉਗੜ ਆਇਆ ਸੀ ਜੋ ਕਿਸੇ ਇੱਜ਼ਤਦਾਰ ਬੰਦੇ ਦੇ ਮੂੰਹ ਉੱਤੇ ਕੋਲੋਂ ਲੰਘਦੇ ਹੱਥ 'ਚ ਰੋੜਾ ਫੜੀ ਭੱਜੇ ਜਾਂਦੇ ਪਾਗਲ ਬੰਦੇ ਨੂੰ ਵੇਖ ਕੇ ਉਗੜਦਾ ਹੈ। ਹੌਲੀ ਉਹ ਵਾਕਰੂ ਕਰਦਿਆਂ ਉੱਠ ਕੇ ਤੁਰ ਗਏ। ਉਹਨਾਂ ਦੇ ਜਾਣ ਪਿੱਛੋਂ ਭਗਤੇ ਨੇ ਸੰਤੂ ਨੂੰ ਵੀ ਅੱਡ ਕਰਕੇ ਫਿਰ ਸਾਰੀ ਗੱਲ ਸਮਝਾਈ। ਤਰਲਾ ਕੀਤਾ ਕਿ ਬਿਸ਼ਨੇ ਨੂੰ ਸਮਝਾਵੇ, ਨਹੀਂ ਤਾਂ ਉਹਦੀ 12 ਪਿੰਡਾਂ 'ਚ ਬਣੀ ਇੱਜ਼ਤ ਮਿੱਟੀ 'ਚ ਰੁਲ ਜਾਏਗੀ। ਉਸ ਪਿੱਛੋਂ ਬਿਸ਼ਨੇ ਦਾ ਰੌਂ ਵੇਖ ਕੇ ਬਿਨਾਂ ਹੋਰ ਕੁਝ ਆਖਿਆ ਮੰਡੀ ਨੂੰ ਤੁਰ ਗਿਆ। ਰਾਤ ਨੂੰ ਸੰਤੂ ਬੁੱਧੇ ਦੇ ਘਰ ਗਿਆ। ਜਿਵੇਂ ਭਗਤੇ ਨੇ ਸੰਤੂ ਅੱਗੇ ਤਰਲਾ ਪਾਇਆ ਸੀ, ਉਵੇਂ ਉਹਨੇ ਬੁੱਧੇ ਅੱਗੇ ਤਰਲਾ ਪਾਉਂਦਿਆਂ ਕਿਹਾ, ਮੈਥੋਂ ਤਾਂ ਇਹ ਗੱਲ ਆਖੀ ਨਹੀਂ ਜਾਣੀ। ਸਾਡਾ ਤਾਂ ਅਖੀਰੀ ਉਮਰ 'ਚ 100 ਸੁੱਖਾਂ ਸੁੱਖ ਲਿਆ ਚੋਰ ਹੀ ਸਾਰਾ ਦਿਨ ਉਹਦਾ ਖਹਿੜਾ ਨਹੀਂ ਛੱਡਦਾ। ਨਾਲੇ ਖਬਰੇ ਬੰਦਾ ਕਿਹਦੇ ਕਰਮ ਖਾਂਦਾ। ਜਿੱਦੇ ਦੇ ਅਸੀਂ ਇਹਨਾਂ ਦੀ ਸੇਵਾ ਕਰਨ ਲੱਗੇ ਆ 11-12 ਵਰੇ ਹੋ ਗਏ, ਸਿੱਧੇ ਪਾਸੇ ਸਿੱਧੇ ਹੀ ਪਈ ਗਏ ਆ।
ਆ ਜੜੀ ਵੀ ਸਾਡੀ ਖਬਰੇ ਇਹਨਾਂ ਦੀ ਸੇਵਾ ਕਰਕੇ ਹੀ ਲੱਗੀ ਹੈ। ਮੈਂ ਤਾਂ ਇਹਨੂੰ ਸਾਰੀ ਉਮਰ ਪਿਓਾਂ ਵਾਂਗੂ ਆਦਰ ਨਾਲ ਰੱਖ ਸਕਦਾ, ਪਲੰਗੋਂ ਪੈਰ ਨਾ ਲਾਉਣ ਦਿਆਂ, ਪਰ ਲੋਕ ਆਖਣਗੇ ਇਹਦਾ ਅੱਗਾ ਕੋਈ ਪਿੱਛਾ ਹੈ ਨਹੀਂ, ਤਾਂ ਹੀ ਜੱਟਾਂ ਦੇ ਘਰੀ ਰੁਲਦਾ ਫਿਰਦਾ। ਤੇ ਹੁਣ ਤਾਂ ਹੀ ਊਂ ਵੀ ਗੱਲ ਹੋਰ ਸੀ। ਚਾਚੀ ਜਿਉਂਦੀ ਸੀ ਕਿਸੇ ਨੂੰ ਇਹੋ ਜਿਹੀ ਗੱਲ ਦਾ ਖਿਆਲ ਨਹੀਂ ਸੀ ਆਉਂਦਾ, ਪਰ ਹੁਣ ਗੱਲ ਹੋਰ ਹੈ। ਬਿੰਦਕ ਚੁੱਪ ਹੋ ਕੇ ਸੰਤੂ ਨੇ ਭਾਰੀ ਆਵਾਜ਼ ਨਾਲ ਫੇਰ ਆਖਿਆ, ਮੇਰਾ ਤਾਂ ਸੱਚੀ ਗੱਲ ਹੈ ਬੁੱਧਿਆ, ਆਖਣ ਨੂੰ ਜੀ ਨਹੀਂ ਕਰਦਾ। ਸਾਡੇ ਸਾਰੇ ਟੱਬਰ ਨੇ ਇਹਨਾਂ 'ਚ ਇੰਨਾ ਮੋਹ ਪਾ ਲਿਆ ਵੀ ਸਹੁਰੀਆਂ ਕੁੜੀਆਂ ਵੀ ਰੋਟੀ ਖਾਣੋਂ ਪਹਿਲਾਂ ਪੁੱਛਣਗੀਆਂ, ਬੇਬੇ ਕਈ ਘਰੇ ਰੋਟੀ ਫੜਾਤੀ? ਆਪਦਾ ਚਿੱਤ। ਤੇ ਸੰਤੂ ਅੱਖਾਂ ਭਰ ਆਇਆ। ਨੀਵੀਂ ਪਾ ਕੇ ਅੱਖਾਂ ਪੂੰਝਦਿਆਂ ਹੀ ਜਦੋਂ ਉਹਨੂੰ ਦਿਆਕੁਰ ਦੇ ਬਿਸ਼ਨੇ ਨੂੰ ਕੱਲਾ ਛੱਡ ਕੇ ਤੁਰ ਜਾਣ ਦਾ ਖਿਆਲ ਆਇਆ ਤਾਂ ਉਹ ਨਿਆਣਿਆਂ ਵਾਂਗ ਭੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ। ਬੁੱਧੇ ਨੂੰ ਵੀ ਉਹਦੀ ਹਾਲਤ ਵੇਖ ਕੇ ਕਿੰਨਾ ਚਿਰ ਗੱਲ ਨਾ ਉੜੀ। ਅਖੀਰ ਉਹਨੇ ਸੰਤੂ ਨੂੰ ਤਸੱਲੀ ਦਵਾ ਕੇ ਮਸਾਂ ਘਰ ਨੂੰ ਤੋਰਿਆ। ਰਾਤ ਨੂੰ ਬੁੱਧਾ ਜਦੋਂ ਬਿਸ਼ਨੇ ਕੋਲ ਆਇਆ ਤਾਂ ਆਪਣੀ ਚੌਖੜੇ ਦੀ ਮੰਜੀ ਡਾਹ ਕੇ ਉੱਤੇ ਪੈਂਦਿਆਂ ਉਹਨੇ ਆਖਿਆ, ਬਾਈ ਹੁਣ ਕੋਈ ਕੰਮ ਧੰਦਾ ਨਹੀਂ ਵਿੱਢਣਾ। ਬਿਸ਼ਨੇ ਨੂੰ ਲੱਗਿਆ ਜਿਵੇਂ ਕਿਸੇ ਨੇ ਸੁੱਤੇ ਪਏ ਨੂੰ ਜਗਾਇਆ ਹੋਵੇ। ਉਹਨੂੰ ਕੰਮ ਦਾ ਖਿਆਲ ਹੀ ਵਿਸਰਿਆ ਰਿਹਾ ਸੀ। ਕੰਮ? ਉਹ ਚੰਗੇ ਰੌ ਤੇ ਨਰੋਈ ਆਵਾਜ਼ 'ਚ ਬੋਲਿਆ, ਸੋਚਦਾ ਹੈ ਬਈ ਕੀ ਵਿੱਢੀਏ? ਮੇਰੀ ਸਲਾਹ ਹੈ ਹੁਣ ਮੀਂਹ ਮੂੰਹ ਪੈਣ ਲੱਗ ਜਾਣਗੇ, ਕਈਆਂ ਤੇ ਖੁਰਪਿਆਂ ਵਾਸਤੇ ਪੱਤ ਲਿਆਵਾਂ ਕੱਲ ਨੂੰ ਮੰਡੀਆਂ। ਮੌਕਾ ਤਾੜ ਕੇ ਬੁੱਧੇ ਨੇ ਕਿੰਨਾ ਚਿਰ ਉਹਨੂੰ ਕੰਮ ਦੀਆਂ ਗੱਲਾਂ 'ਚ ਹੀ ਲਾਈ ਰੱਖਿਆ ਤੇ ਅਖੀਰ ਵਲ ਫੇਰ ਪਾ ਕੇ ਅਸਲੀ ਗੱਲ ਤੇ ਆ ਗਿਆ। ਜਦੋਂ ਉਹਨੇ ਸੰਤੂ ਕੋਲ ਭਗਤੇ ਦੀ ਆਖੀ ਤੇ ਉਹਦੇ ਕੋਲੋਂ ਸੰਤੂ ਦੀਆਂ ਕਈਆਂ ਸਾਰੀਆਂ ਗੱਲਾਂ ਉਧੇੜੀਆਂ ਤਾਂ ਬਿਸ਼ਨਾ ਚੁੱਪ ਕਰਕੇ ਪਿਆ ਸੁਣਦਾ ਰਿਹਾ। ਬੁੱਧਾ ਬੋਲਦਾ ਰਿਹਾ, ਆਪਣੀਆਂ ਸਲਾਹਾਂ ਵੀ ਵਿੱਚੇ ਦਿੰਦਾ ਰਿਹਾ, ਪਰ ਬਿਸ਼ਨੇ ਨੇ ਉਹਦੀ ਕਿਸੇ ਗੱਲ ਦਾ ਹੁੰਗਾਰਾ ਨਾ ਭਰਿਆ। ਬੁੱਧੇ ਨੇ ਮੌਕਾ ਤਾੜ ਕੇ ਹੋਰ ਗੱਲਾਂ ਵੀ ਛੇੜੀਆਂ, ਪਰ ਉਸ ਪਿੱਛੋਂ ਬਿਸ਼ਨੇ ਨੇ ਉੱਕਾ ਮੂੰਹ ਨਾ ਖੋਲਿਆ। ਅਗਲੇ ਦਿਨ ਬਿਸ਼ਨਾ ਮੰਡੀਓਂ ਪੱਤ ਲੈਣ ਦੀ ਥਾਂ ਮਾਘ ਫੱਗਣ ਦੇ ਚੀਰ ਕੇ ਰੱਖੇ ਚਰਖੇ ਦੇ ਮੁੰਨੇ ਤੇ ਗੁੱਡੀਆਂ ਡੋਲਣ ਲੱਗ ਪਿਆ। ਸਾਰਾ ਦਿਨ ਉਹਨੇ ਆਪਣੇ ਮਨ ਨੂੰ ਜਿਵੇਂ ਘੋੜੇ ਵਾਂਗ ਕਾਬੂ ਕਰਕੇ ਰੋਕੀ ਰੱਖਿਆ। ਉਹਦਾ ਮਨ ਅੱਜ ਜਿੰਨਾ ਬੇਕਾਬੂ ਕਦੇ ਨਹੀਂ ਸੀ ਹੋਇਆ, ਨਾ ਹੀ ਕਦੇ ਇੰਜ ਡਰ ਜਿਹਾ ਲੱਗਿਆ ਸੀ। ਦੁਪਹਿਰ ਤਾਈਂ 3 ਵਾਰ ਕੋਠੜੀ ਦੇ ਬੂਹੇ ਕੋਲੋਂ ਜਾ ਕੇ ਮੁੜ ਆਇਆ ਸੀ, ਪਰ ਬੂਹੇ ਦਾ ਕੁੰਡਾ ਨਹੀਂ ਸੀ ਖੋਲ ਸਕਿਆ। ਕੰਮ ਕਰਦਿਆਂ ਵੀ ਉਹਨੂੰ ਦਿਆਕੁਰ ਦੇ ਕੋਠੜੀ 'ਚ ਪਏ ਕੱਪੜੇ ਲੀੜਿਆਂ ਦਾ, ਉਹਦੇ ਮੰਜੇ ਦਾ, ਆਲੇ 'ਚ ਪਏ ਕੱਪੜੇ ਦੀ ਗੁੱਥਲੀ 'ਚ ਪਏ ਲੱਕੜ ਦੇ ਸੁਰਮਚੂ ਤੇ ਗੋਲ ਰੰਗੀਨ ਸੁਰਮੇਦਾਨੀ ਤੇ ਹੋਰ ਅਜਿਹੀ ਨਿੱਕ ਸੁੱਖ ਦਾ ਪਤਾ ਨਹੀਂ ਕਿਉਂ ਮੁੜ-ਮੁੜ ਖਿਆਲ ਆਉਂਦਾ ਰਿਹਾ। ਕਿਤੇ ਕਿਤੇ ਕੋਠੜੀ 'ਚ ਜਿਵੇਂ ਹੂੰਗਰ ਵੀ ਸੁਣਾਈ ਦਿੰਦੀ ਸੀ ਤੇ ਉਹ ਹੈਰਾਨੀ ਨਾਲ ਤਰਬਕ ਪੈਂਦਾ ਸੀ। ਆਥਣ ਤਾਈਂ ਬਿਸ਼ਨੇ ਦੀ ਹਾਲਤ ਇੰਜ ਹੀ ਡਾਵਾਂ ਡੋਲ ਰਹੀ। ਜਦੋਂ ਭਗਤੇ ਕੋਲ ਮੰਡੀ ਜਾਣ ਦੀ ਗੱਲ ਸੋਚਦਾ ਤਾਂ ਉਹਨੂੰ ਆਪਣੇ ਅੰਦਰ ਕੁਝ ਚੁਭਦਾ ਲੱਗਦਾ, ਪਰ ਜਦੋਂ ਇੱਥੇ ਇਸੇ ਕੋਠੜੀ ਦੇ ਸਾਹਮਣੇ ਰਹਿਣ ਦਾ ਖਿਆਲ ਆਉਂਦਾ ਤਾਂ ਵੀ ਹੌਲ ਪੈ ਕੇ ਦਿਲ ਬੈਠਣ ਲੱਗ ਜਾਂਦਾ। ਆਪਣੀ ਇਸ ਹਾਲਤ ਦੀ ਉਹਨੂੰ ਉੱਕਾ ਸਮਝ ਨਹੀਂ ਸੀ ਪੈ ਰਹੀ। ਉਸੇ ਰਾਤ ਹੀ ਉਹਨੂੰ ਬੜੇ ਓਪਰੇ ਸੁਪਨੇ ਆਏ, ਜਿਵੇਂ ਉਹਦਾ ਮੰਡੀ ਵਾਲਾ ਘਰ ਸਰਕਾਰ ਨੇ ਦੂਜੀ ਵਾਰ ਖੋਲਿਆ ਹੋਵੇ, ਫੂਲ ਵਾਲਿਆਂ ਦੇ ਹਾਤੇ ਦਾ ਜੰਦਰਾ ਉਹਨੇ ਫੇਰ ਭੰਨ ਲਿਆ ਹੋਵੇ ਤੇ ਉਹ ਦਿਆਕੁਰ ਤਿੰਨਾਂ ਕੱਪੜਿਆਂ 'ਚ ਰਮਤੇ ਸਾਦਾ ਵਾਂਗ ਅੱਗੇ ਪਿੱਛੇ ਤੁਰੇ ਜਾ ਰਹੇ ਹੋਣ। ਰੂਹੀ ਬੀਆਬਾਨ ਵਿੱਚ ਚਾਰੇ ਪਾਸੇ ਉਜਾੜ ਹੀ ਉਜਾੜ, ਨਾ ਕੋਈ ਬੰਦਾ ਨਾ ਜਨੌਰ। ਤੇ ਉਦੋਂ ਚੌਥੇ ਦਿਨ ਜਦੋਂ ਭਗਤਾ ਫੇਰ ਆਇਆ ਤਾਂ ਉਹਨੂੰ ਕੋਈ ਮੇਲਾ ਲਿਆਉਣ ਦੀ ਲੋੜ ਨਹੀਂ ਸੀ। ਬਿਸ਼ਨਾ ਸਾਰਾ ਸੰਦ ਸੰਦੇੜਾ ਤੇ ਸਮਾਨ ਕੋਠੜੀ 'ਚ ਰੱਖ ਕੇ ਜਿੰਦਰਾ ਲਾ ਕੇ ਕੁੰਜੀ ਸੰਤੂ ਨੂੰ ਫੜਾਉਣ ਸਾਰ ਉਹਦੇ ਨਾਲ ਤੁਰ ਪਿਆ ਸੀ। ਤੁਰਨ ਲੱਗਿਆ ਉਹਦੇ ਚਿੱਤ 'ਚ ਪਤਾ ਨਹੀਂ ਕੀ ਆਈ ਕਿ ਇੱਕ ਵਾਰ ਸੰਤੂ ਕੇ ਘਰ ਵੱਲ ਔਲ ਕੇ ਮੁੜ ਆਇਆ ਤੇ ਫਿਰ ਪਿਛਾਂ ਭੌਂ ਕੇ ਨਹੀਂ ਝਾਕ ਸਕਿਆ। ਅੰਗ 29ਵਾਂ। ਇੱਕੋ ਦਿਨ ਬਿਸ਼ਨੇ ਨੂੰ ਮੰਡੀ ਆਇਆ ਹੋਇਆ ਸੀ, ਪਰ ਉਹਨੂੰ ਜਾਪਦਾ ਸੀ ਜਿਵੇਂ ਕਈ ਮਹੀਨੇ ਹੋ ਚੱਲੇ ਨੇ। ਉਹਦੇ ਮਗਰੋਂ ਇੱਥੇ ਇੰਨਾ ਕੁਝ ਬਦਲ ਗਿਆ ਸੀ। ਬਿਸ਼ਨੇ ਨੂੰ ਇਹਦਾ ਅਹਿਸਾਸ ਇੱਥੇ ਆਉਣ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ। ਜਦੋਂ ਵੀ ਪਿੰਡ ਰਹਿੰਦਿਆਂ ਕਦੇ ਉਹ ਮੰਡੀ ਆਇਆ ਸੀ ਤਾਂ ਉਹਨੂੰ ਕੋਈ ਖਾਸ ਫਰਕ ਨਹੀਂ ਸੀ ਜਾਪਿਆ। ਉਂਝ ਵੀ ਕਿੰਨੇ ਵਰੇ ਉਹਨੇ ਮੰਡੀ ਨਾਲ ਨਫ਼ਰਤ ਜਿਹੀ ਰਹੀ ਤੇ ਆਇਆ ਹੀ ਨਹੀਂ ਸੀ। ਉਸ ਪਿੱਛੋਂ ਜਦੋਂ ਵੀ ਕਦੇ ਆਉਂਦਾ ਸੌਦਾ ਲੈ ਕੇ ਬਿਨਾਂ ਕਿਸੇ ਜਾਣੂ ਨੂੰ ਮਿਲਿਆ ਇਉਂ ਮੁੜ ਜਾਂਦਾ ਜਿਵੇਂ ਕਿਸੇ ਦੇ ਮੱਥੇ ਨਾ ਲੱਗਣਾ ਚਾਹੁੰਦਾ ਹੋਵੇ। ਸਰਸਰੀ ਤੌਰ ਤੇ ਮੰਡੀ ਦੀ ਸ਼ਕਲ ਸੂਰਤ ਕਿੰਨੀ ਬਦਲ ਗਈ ਸੀ, ਇਹਦਾ ਬਸ ਉਹਨੂੰ ਖਿਆਲ ਹੀ ਆਇਆ ਸੀ। ਪਰ ਫੂਲ ਵਾਲਿਆਂ ਵਾਲੇ ਦੇ ਹਾਤੇ ਵਿੱਚ ਉਸਰੀ ਦੁਮੰਜਲੀ ਹਵੇਲੀ ਵੇਖ ਕੇ ਤਾਂ ਧਰਤੀ ਦਾ ਕੋਈ ਪਾਸਾ ਹੀ ਪੁੱਠਾ ਹੋ ਗਿਆ ਲੱਗਣ ਲੱਗ ਪਿਆ ਸੀ। ਕਈ ਵਾਰ ਸਰਸਰੀ ਤੌਰ ਤੇ ਭਾਵੇਂ ਬੁੱਧੇ ਨੇ ਪਿੰਡ ਹੁੰਦਿਆਂ ਉਹਨੂੰ ਇਸ ਬਾਰੇ ਦੱਸਿਆ ਵੀ ਸੀ ਕਿ ਭਗਤੇ ਨੇ ਬਿਸ਼ਨੇ ਵਾਲਾ ਥਾਂ ਕਈ ਹਜ਼ਾਰ 'ਚ ਨਾਲ ਦੀ ਹਵੇਲੀ ਵਾਲੇ ਫੂਲ ਵਾਲੇ ਸੇਠਾਂ ਨੂੰ ਵੇਚ ਦਿੱਤਾ ਸੀ ਤੇ ਉਹਨਾਂ ਨੇ ਉੱਥੇ ਹਵੇਲੀ ਪਾ ਲਈ ਸੀ। ਪਰ ਉਦੋਂ ਬਿਸ਼ਨੇ ਨੇ ਗੱਲ ਇੰਨੀ ਨਹੀਂ ਸੀ ਗੌਲੀ। ਪਿੰਡ ਬੈਠਿਆਂ ਗੱਲ ਹੋਰ ਸੀ, ਪਰ ਕਦੇ ਆਪਣੇ ਹਾਤੇ ਵਿੱਚ ਪਈ ਹਵੇਲੀ ਦੀ ਕੰਧ ਨਾਲ ਬੈਠਿਆਂ
ਇੰਜ ਲੱਗਦਾ ਸੀ ਜਿਵੇਂ ਉਹਦੀ ਮੜੀ ਹੋਵੇ ਤੇ ਉਹਨੂੰ ਮਰਿਆਂ ਕਈ ਵਰੇ ਹੋ ਚੁੱਕੇ ਹੋਣ। ਭਗਤੇ ਨੇ ਬਿਸ਼ਨੇ ਦੇ ਹਿੱਸੇ ਵਾਲੇ ਘਰ ਦੇ ਦਰਵਾਜ਼ੇ ਦੇ ਵਿਹੜੇ ਵਾਲੇ ਪਾਸੇ ਬੂਹਾ ਬੰਦ ਕਰਕੇ ਇਹਦੀ ਕੋਠੜੀ ਪਹਿਲਾਂ ਹੀ ਬਣਾਤੀ ਸੀ। ਇਹਦਾ ਦੂਜਾ ਬੂਹਾ ਗਲੀ ਉੱਤੇ ਸੀ। ਇਸੇ ਪਾਸੇ ਦੀ ਉਹਨੂੰ ਕੱਲ ਕਾਲਾ ਤੇ ਮਾਘੀ ਰੋਟੀ ਫੜਾ ਕੇ ਗਏ ਸੀ। ਉਹ ਸਾਰਾ ਦਿਨ ਹਾੜ ਦੀ ਐਡੀ ਗਰਮੀ 'ਚ ਵੀ ਅੰਦਰੇ ਪਿਆ ਰਿਹਾ ਸੀ। ਪਰ ਅੱਜ ਤੜਕੇ ਜਦੋਂ ਜੰਗਲ ਪਾਣੀ ਜਾਣ ਲਈ ਬਾਹਰ ਨਿਕਲ ਕੇ ਫੂਲ ਵਾਲਿਆਂ ਦੀ ਨਵੀਂ ਹਵੇਲੀ ਅੱਗੋਂ ਲੰਘਿਆ ਤਾਂ ਉਹਦਾ ਚਿੱਤ ਬੜਾ ਹੋਰੂ ਹੋਣ ਲੱਗ ਪਿਆ। ਉਹ ਤੋਂ ਹਵੇਲੀ ਦੇ ਨਵੇਂ ਫੈਸ਼ਨ ਦੇ ਬੂਹੇ ਬਾਰੀਆਂ ਵੱਲ ਝਾਕਿਆ ਨਹੀਂ ਸੀ ਗਿਆ ਤੇ ਉਸੇ ਦਿਨ ਬਿਸ਼ਨੇ ਨੇ ਕਾਲੇ ਦੇ ਹੱਥ ਸੁਨੇਹਾ ਭੇਜ ਕੇ ਭਗਤੇ ਨੂੰ ਸੱਦ ਲਿਆ ਤੇ ਕੋਲ ਬਿਠਾ ਕੇ ਸਥਿਰ ਆਵਾਜ਼ 'ਚ ਆਖਿਆ, ਮੈਂ ਇੱਥੇ ਨਹੀਂ ਰਹਿਣਾ ਬਈ ਭਗਤਿਆ। ਸੁਣ ਕੇ ਭਗਤਾ ਕੁਝ ਘਬਰਾ ਗਿਆ। ਉਹਨੂੰ ਗੱਲ ਦੀ ਸਮਝ ਹੀ ਨਾ ਆਈ। ਹੋਰ ਕੁਝ ਚਿਰ ਚੁੱਪ ਰਹਿ ਕੇ ਉਹ ਇੰਨਾ ਹੀ ਕਹਿ ਸਕਿਆ, ਹੋਰ ਜਿੱਥੇ ਦਾਣਾ ਪਾਣੀ। ਬਿਸ਼ਨੇ ਨੇ ਕਿਹਾ ਤੇ ਰਤਾ ਰੁੱਕ ਕੇ ਬੋਲਿਆ, ਤੇਰੇ ਉਧਰਲੇ ਘਰੇ ਥਾਂ ਹੈ? ਥਾਂ ਦਾ ਘਾਟਾ ਹੈ, ਘਮਾਨ ਥਾਂ ਵਾਧੂ ਪਿਆ। ਭਗਤਾ ਜਿਵੇਂ ਜਾਨ ਸਿਰ ਹੋ ਗਿਆ। ਲੱਗਿਆ ਉਧਰ ਕੋਠੜੀ ਪਾ ਲੈਂਦੇ ਆ, ਮਰਜ਼ੀ ਹੈ। ਆਥਣੇ ਜਦੋਂ ਕੰਮ ਤੋਂ ਹਟ ਕੇ ਭਗਤਾ ਆਇਆ ਤਾਂ ਉਹਨੇ ਬਹਾਨੇ ਨਾਲ ਕਾਲੇ ਨੂੰ ਭੇਜ ਕੇ ਬਿਸ਼ਨੇ ਨੂੰ ਬਾਹਰਲੇ ਘਰੇ ਲਿਜਾਣ ਲਈ ਕਹਿਤਾ। ਕਾਲਾ ਉਹਨੂੰ ਨਾਲ ਲੈ ਕੇ ਤੁਰ ਪਿਆ। ਕਾਲੇ ਦੇ ਮਗਰ ਤੁਰੇ ਜਾਂਦੇ ਬਿਸ਼ਨੇ ਨੂੰ ਇੰਜ ਅਹਿਸਾਸ ਹੋਇਆ ਜਿਵੇਂ ਕਿਸੇ ਹੋਰ ਧਰਤੀ ਤੇ ਆ ਗਿਆ ਹੋਵੇ। ਇੱਕ ਦਹਾਕੇ ਤੋਂ ਵੀ ਵੱਧ ਸਮੇਂ ਪਿੱਛੋਂ ਉਹਨੇ ਇਹ ਪਾਸਾ ਵੇਖਿਆ ਸੀ। ਕਿੰਨੀਆਂ ਦੁਕਾਨਾਂ, ਕਿੰਨੇ ਮਕਾਨ, ਲੱਕੜ ਚੀਰਨ ਵਾਲੀਆਂ ਮਸ਼ੀਨਾਂ ਇੱਧਰ ਲੱਗੀਆਂ ਸੀ। ਪੱਕੀ ਸੜਕ ਦੇ ਪਾਸਿਓਂ ਬਿਜਲੀ ਦੇ ਖੰਭੇ ਵੀ ਲੱਗੇ ਸੀ ਤੇ ਸੜਕ ਦੇ ਪਾਸਿਓਂ ਇਉਂ ਝਾਕਦਾ ਤੁਰਿਆ ਗਿਆ ਜਿਵੇਂ ਕੁਝ ਗੁਆਚਿਆ ਹੋਵੇ, ਪਰ ਉਹ ਲੱਭ ਨਹੀਂ ਸੀ ਰਿਹਾ। ਉਹ ਸੀ ਤਾਇਆ ਆਪਣਾ ਕਾਰਖਾਨਾ। ਕਾਲੇ ਨੇ ਦੂਰੋਂ ਆਪਣੇ ਕੰਮ ਕਰਨ ਵਾਲੇ ਥਾਂ ਵੱਲ ਉਂਗਲ ਕਰਕੇ ਕਿਹਾ। ਬਿਸ਼ਨੇ ਨੇ ਸਾਹਮਣੇ ਨਿਗਾਹ ਕੀਤੀ। ਅੱਗੇ ਵੱਡੇ ਬੂਹੇ ਵਾਲਾ ਦਰਵਾਜ਼ਾ ਸੀ ਤੇ ਉਦੋਂ ਪਿੱਛੇ ਦੂਰ ਤਾਈਂ ਬੰਦੇ ਜਿੱਡੀ ਉੱਚੀ ਕੰਧ ਵਲੀ ਹੋਈ ਸੀ ਤੇ ਉਹਦੇ ਅਖੀਰ ਉੱਤੇ ਜਾ ਕੇ ਇੱਕ ਦੁਮੰਜ਼ਲੀ ਹਵੇਲੀ ਸੀ। ਉਹ ਹਵੇਲੀ ਕਿਹਦੀ ਆ ਕਾਲਿਆ? ਬਿਸ਼ਨੇ ਨੇ ਕਾਰਖਾਨੇ ਦੇ ਨੇੜੇ ਅੱਪੜ ਕੇ ਪੁੱਛਿਆ। ਇਹ ਤਾਂ ਸਾਧੂ ਠਾਕੂ ਠੇਕੇਦਾਰ ਦੀ ਆ। ਉਹਨੇ ਫੂਲ ਵਾਲਿਆਂ ਤੋਂ ਥਾਂ ਲੈ ਕੇ ਪਾਈ ਸੀ, 3-4 ਵਰੇ ਹੋ ਗਏ। ਸਾਧੂ ਠੇਕੇਦਾਰ ਦਾ ਨਾਂ ਸੁਣ ਕੇ ਬਿਸ਼ਨੇ ਦੇ ਮੂੰਹ ਦਾ ਸਵਾਦ ਕਸੈਲਾ ਹੋ ਗਿਆ। ਅਜੇ 15 ਵਰੇ ਨਹੀਂ ਹੋਏ। ਸਾਧੂ ਬਾਹਰ ਪਿੰਡਾਂ ਵਿੱਚ ਫਿਰ ਕੇ ਨਸਵਾਰ, ਫੀਮ ਤੇ ਨਜਾਇਜ਼ ਸ਼ਰਾਬ ਵੇਚਦਾ ਹੁੰਦਾ ਸੀ। ਅਮਲੀਆਂ ਦੇ ਘਰੀ ਜਾ ਜਾ ਕੇ ਉਹ 2-2 ਮਾਸ਼ੇ ਅਫੀਮ ਉਧਾਰ ਦਿੰਦਾ ਤੇ ਪਿੱਛੋਂ ਦੂਣੇ ਤੀਣੇ ਕਰਕੇ ਰੌਲਾ ਪਾ ਕੇ ਉਗਰਾ ਲੈਂਦਾ ਤੇ ਕਈ ਅਮਲੀਆਂ ਦਾ ਉਹਦੇ ਨਾਲ ਰੌਲਾ ਬਿਸ਼ਨੇ ਨੇ ਨਿਬੇੜਿਆ ਸੀ। ਸਾਧੂ ਨੇ ਵਾਧੂ ਲਏ ਪੈਸਿਆਂ ਦਾ ਉਹਨੂੰ ਚੰਗੀ ਤਰ੍ਹਾਂ ਪਤਾ ਵੀ ਹੁੰਦਾ ਸੀ, ਪਰ ਨਾ ਸਾਧੂ ਮੰਨਦਾ ਤੇ ਨਾ ਕੋਈ ਹੋਰ ਸੁਣਨ ਵਾਲਾ। ਤੇ ਲੋਕ ਅਮਲੀਆਂ ਨੂੰ ਜਿਵੇਂ ਬੇਇੱਜ਼ਤ ਤੇ ਝੂਠੇ ਹੀ ਸਮਝਦੇ ਆ। ਅਮਲ ਵੇਚਣ ਵਾਲਿਆਂ ਨੂੰ ਨਿਰੇ ਸਰਾਫ। ਜੋ ਵੀ ਝਗੜਾ ਸੁਣਦਾ ਸਾਧੂ ਦਾ ਪੱਖ ਪੂਰਦਾ। ਇਹਦੇ ਨਾਲ ਬਿਸ਼ਨੇ ਦਾ ਚਿੱਤ ਕਈ ਵਾਰ ਭੈੜਾ ਪਿਆ ਸੀ ਤੇ ਸਾਧੂ ਉਹਨੂੰ ਬੜਾ ਚੰਦਰਾ ਬੰਦਾ ਲੱਗਣ ਲੱਗ ਪਿਆ ਸੀ। ਅੱਜ ਉਸੇ ਸਾਧੂ ਨੇ ਪੱਕੀ ਹਵੇਲੀ ਪਾਈ ਹੋਈ ਸੀ, ਨਵੀਂ ਹਵੇਲੀ। ਪਰ ਗਾਂਹ ਆ ਕੇ ਬਿਸ਼ਨਾ ਸਾਧੂ ਵਾਲੀ ਗੱਲ ਵਿਸਰ ਗਿਆ। ਦਰਵਾਜ਼ਾ ਲੰਘ ਕੇ ਉਹਨੇ ਭਰੇ ਕਾਰਖਾਨੇ ਵੱਲ ਵੇਖਿਆ। ਵਿਹੜੇ 'ਚ ਕਿੱਕਰ ਟਾਹਲੀ ਦੇ ਪੋਰੇ, ਨਵੇਂ ਬਣਾਏ ਸੰਦੂਕ, ਜੋੜੀਆਂ, ਸਧਾਰਨ ਕੁਰਸੀਆਂ ਤੇ ਮੇਜ਼ ਵੇਖ ਕੇ ਬਿਸ਼ਨਾ ਖੁਸ਼ ਹੋਇਆ। ਕਿੰਨਾ ਚਿਰ ਅੰਦਰ ਬਾਹਰ ਤੁਰਿਆ ਫਿਰਿਆ। ਆਹ ਕੁਰਸੀਆਂ ਤੇਰੀਆਂ ਬਣਾਈਆਂ ਕਾਲਿਆ? ਬਿਸ਼ਨੇ ਨੇ ਪੁੱਛਿਆ। ਹਾਂ ਤਾਇਆ, ਧਾਕਾ ਤੇ ਹੱਥ ਰੱਖ ਕੇ ਕਾਲੇ ਨੇ ਜਵਾਬ ਦਿੱਤਾ। ਆਹ ਮੇਜ਼ ਵੀ ਮੈਂ ਹੀ ਬਣਾਈ ਹੈ। ਬਿਸ਼ਨੇ ਨੂੰ ਅਚਾਨਕ ਫਿਰ ਮੇਜ਼ਾਂ ਤੇ ਕੁਰਸੀਆਂ ਦਾ ਜਿਵੇਂ ਖਿਆਲ ਹੀ ਵਿਸਰ ਗਿਆ ਤੇ ਉਹ ਕਾਲੇ ਨੂੰ ਸਿਰ ਤੋਂ ਪੈਰਾਂ ਤਾਈਂ ਨਿਰਖਣ ਲੱਗ ਪਿਆ। ਉਹਦੇ ਹੋਠਾਂ ਉੱਤੇ ਤਸੱਲੀ ਭਰੀ ਮੁਸਕਰਾਹਟ ਫੈਲ ਗਈ। ਕਾਲੇ ਦਾ ਲੰਮਾ ਕੱਦ, ਕਣਕ ਵੰਨਾ ਰੰਗ, ਤਿੱਖੇ ਨਕਸ਼, ਸੁਬਕ ਸਰੀਰ ਤੇ ਅੱਖਾਂ ਵਿੱਚ ਆਪਣੀ ਉਮਰੋਂ ਵਡੇਰੀ ਸਿਆਣਪ ਦੀ ਲਿਸ਼ਕ ਵੇਖ ਕੇ ਉਹਨੂੰ ਭਗਤੇ ਦਾ ਖਿਆਲ ਆਇਆ। ਇੰਜੀ ਉਹ ਵੀ ਸੁਬਕ ਜਿਹਾ ਹੁੰਦਾ ਸੀ ਜਦੋਂ ਬਿਸ਼ਨੇ ਨੇ ਉਹਨੂੰ ਆਪਣੇ ਨਾਲ ਕੰਮ ਲਾਇਆ ਸੀ। ਇੰਨੀਆਂ ਮੁੱਛਾਂ, ਭੂਰੇ ਲੂੰ ਜਿਹੀ ਹੀ ਸਨ ਤੇ ਇਹੋ ਸਾਵੇਂ ਨਕਸ਼। ਫਿਰ ਤਾਂ ਬਈ ਤੂੰ ਪੱਕਾ ਕਾਰੀਗਰ ਹੈ। ਉਹਦੇ ਕੰਮ ਦੀ ਸਿਫਤ ਕਰਨ ਨਾਲੋਂ ਵਧੇਰੇ ਜਿਵੇਂ ਬਿਸ਼ਨੇ ਨੂੰ ਸਿਰਫ ਇਹ ਗੱਲ ਆਖਣ 'ਚ ਤਸੱਲੀ ਸੀ। ਤੇ ਮੱਗੂ ਸਿਉਂ ਕੀ ਕਰਦਾ ਹੁੰਦਾ? ਉਹ ਕੁਝ ਤਰਬ ਕੇ ਕਾਲਾ ਬੋਲਿਆ। ਉਹਦੀ ਕੀ ਗੱਲ ਪੁੱਛਦਾ ਤਾਇਆ? ਉਹ ਤਾਂ ਹੁਣ ਹੱਥਾਂ 'ਚੋਂ ਨਿਕਲਿਆ ਫਿਰਦਾ। ਕਿਉਂ? ਹੋਰ ਅਜੇ 7ਵੀਂ 'ਚ ਪੜ੍ਹਦਾ ਤੇ ਜਦੋਂ ਕੰਮ ਨੂੰ ਆਖੀਏ ਖਾਣ ਨੂੰ ਪੈਂਦਾ। ਅਲੱਥ ਮੁੰਡਿਆਂ ਨਾਲ ਰਲ ਕੇ ਦਾਰੂ ਪੀ ਲੈਂਦਾ। ਚੋਰੀਆਂ ਬੱਤੀਆਂ ਪੀਣ ਲੱਗੇ ਨੂੰ ਤਾਂ ਕਈ ਸਾਲ ਹੋ ਗਏ। ਹੁਣ ਉਹ ਜੱਗਰ ਵੀ ਨਹੀਂ ਹਟਦਾ। ਹਲਾ ਫਿਕਰ ਨਾਲ ਬਿਸ਼ਨੇ ਨੇ ਆਖਿਆ, ਇਹ ਤਾਂ ਉਹਦਾ ਕੰਮ ਫਿਰ ਮਾੜਾ ਹੀ ਹੈ। ਵਿਹੜੇ 'ਚ ਕਾਲੇ ਨੇ ਮੰਜਾ ਡਾਹਤਾ। ਬਿਸ਼ਨਾ ਆਪਣੀ ਖੂੰਡੀ ਪਾਵੇ ਨਾਲ ਟਕਾ ਕੇ ਲੰਮਾ ਪੈ ਗਿਆ। ਸਾਰੀ ਉਮਰ ਢੋਲਕੀ ਦੇ ਪੁੜੇ ਵਾਂਗ ਕੱਸੇ ਰਹੇ ਉਹਦੇ ਚਿਹਰੇ ਉੱਤੇ ਬੁਢਾਪੇ ਦੀਆਂ ਝੁਰੜੀਆਂ ਨੇ ਢਿੱਲ ਲੈ ਆਉਂਦੀ ਸੀ ਤੇ ਅੱਜ ਉਹ ਢਿੱਲ ਬਿਸ਼ਨੇ ਨੂੰ ਪਹਿਲੀ ਵਾਰ ਮਹਿਸੂਸ ਹੋਈ ਸੀ। ਜਦੋਂ ਉਹਨੇ ਪੈ ਕੇ ਮੂੰਹ ਉੱਤੇ ਪੋਲੇ ਹੱਥ ਫੇਰੇ ਤੇ ਉਂਗਲਾਂ ਨਾਲ ਆਪਣੀਆਂ ਅੱਖਾਂ ਮੂੰਹ ਨੂੰ ਕਿੰਨਾ ਚਿਰ ਟੋਂਦਾ ਰਿਹਾ ਤਾਂ ਸਾਰਾ ਮਾਸ ਹੀ ਢਿਲਕਿਆ ਹੋਇਆ ਲੱਗਿਆ।
ਅਗਲੇ ਦਿਨ ਤੜਕੇ ਉੱਠਣ ਸਾਰ ਜਦੋਂ ਬਾਹਰ ਗਿਆ ਤਾਂ ਸੜਕ ਟੱਪ ਕੇ ਇੱਕ ਟੋਇਆਂ ਵਾਲੀ ਖਾਲੀ ਥਾਂ ਕੋਲ ਜਾ ਕੇ ਖੜੋ ਗਿਆ। ਆਪਣੀ ਕੁੱਬੀ ਹੋਰੀ ਪਿੱਠ ਨੂੰ ਉਹਨੇ ਰਤਾ ਸਿੱਧਾ ਕੀਤਾ ਤੇ ਬਾਹਰਲੇ ਘਰ ਵੱਲ ਤੁਰਿਆ ਆਉਂਦਿਆਂ ਜਿਵੇਂ ਕੱਲ ਆਸੇ-ਪਾਸੇ ਘਰਾਂ ਦੁਕਾਨਾਂ ਵੱਲ ਝਾਕਦਿਆਂ ਕੁਝ ਲੱਭਣ ਦਾ ਯਤਨ ਕੀਤਾ ਸੀ, ਉਵੇਂ ਹੁਣ ਝਾਕਣ ਲੱਗ ਪਿਆ। 2 ਕੁ ਪਲਾਂ ਪਿੱਛੋਂ ਉਹਨੂੰ ਪਛਾਣ ਆ ਗਈ। ਇਹ ਬਿਸ਼ਨੇ ਕਾ ਉਹ ਘਰ ਸੀ ਜਿਹੜਾ ਸਰਕਾਰ ਨੇ ਉਹਨਾਂ ਤੋਂ ਕਿਲੇ ਵਾਂਗ ਸਰ ਕਰਕੇ ਖੋਇਆ ਸੀ। ਪੁਰਾਣੇ ਟੋਇਆਂ ਤੇ ਭਾਵੇਂ ਨਿਸ਼ਾਨ ਹੀ ਰਹਿ ਗਏ ਸੀ, ਪਰ ਬਿਸ਼ਨਾ ਅਜੇ ਵੀ ਉਹਨਾਂ ਨੂੰ ਪਛਾਣ ਸਕਦਾ ਸੀ। ਕਿਸੇ ਵਰ੍ਹਿਆਂ ਪਿੱਛੋਂ ਮਿਲੇ ਜਾਣੂ ਦੇ ਬਦਲੇ ਚਿਹਰੇ ਵਿੱਚੋਂ ਗੁਆਚੇ ਪੁਰਾਣੇ ਨਕਸ਼ਾਂ ਵਾਂਗ ਸਾਰੇ ਪ੍ਰਤੱਖ ਹੋ ਕੇ ਦਿਸਣ ਲੱਗ ਪਏ ਸੀ। ਕੱਚੀਆਂ ਇੱਟਾਂ ਦਾ ਕੋਈ ਨਿਸ਼ਾਨ ਨਹੀਂ ਸੀ, ਪਰ ਧੁਰ ਲੰਮੀ ਕੰਧ ਵਾਲੇ ਥਾਂ ਉੱਚੀ ਸਾਰੀ ਵੱਟ ਅਜੇ ਵੀ ਕਾਇਮ ਸੀ। ਕੋਠੜੀ ਤੇ ਦਰਵਾਜ਼ੇ ਵਾਲੀ ਥਾਂ ਇਉਂ ਉੱਚੇ ਨੀਵੇਂ ਜਾਪਦੇ ਸੀ ਜਿਵੇਂ ਪੈਰਾਂ ਦੀਆਂ ਉਂਗਲਾਂ ਤੇ ਭੌਰੀਆਂ ਬਣੀਆਂ ਹੋਣ। ਜਿਸ ਖੂੰਜਿਓਂ ਸੜਕ ਦਾ ਸਰਵੇ ਕਰ ਰਹੇ ਓਵਰਸੀਅਰ ਨੂੰ ਬਿਸ਼ਨੇ ਨੇ ਗਾਲਾਂ ਕੱਢੀਆਂ ਸੀ, ਉਹ ਖੂੰਜਾ ਅੱਜ ਵੀ ਉਵੇਂ ਸਖਣਾ ਪਿਆ ਸੀ। ਸਾਹਮਣੇ ਬਸਤੀ ਵੱਲੋਂ ਆਉਂਦੀ ਸੜਕ ਸਿੱਧੀ ਇੱਧਰ ਨੂੰ ਆਉਂਦੀ। ਉਹ ਖੂੰਜਿਓਂ 10 ਕੁ ਗਜ਼ਾਂ ਦੀ ਵਿੱਥ ਉੱਤੇ ਮੂਹਰਲੀ ਚੌੜੀ ਸੜਕ 'ਚ ਰਲ ਕੇ ਗੁੰਮ ਹੋ ਗਈ ਸੀ। ਇਸ ਖੂੰਜੇ ਤਾਈਂ ਇੰਨੇ ਵਰ੍ਹਿਆਂ ਵਿੱਚ ਵੀ ਉਹ ਨਹੀਂ ਸੀ ਅੱਪੜ ਸਕੇ। ਕੁਝ ਚਿਰ ਉੱਥੇ ਖੜੋਣ ਪਿੱਛੋਂ ਬਿਸ਼ਨਾ ਚੁੱਪ ਕਰਕੇ ਨੀਵੀਂ ਪਾਈ ਬਾਹਰ ਨੂੰ ਤੁਰ ਗਿਆ ਤੇ ਜਦੋਂ ਵਾਪਸ ਆਇਆ ਤਾਂ ਦੂਰੋਂ ਪਾਟ ਦੀ ਡੰਡੀ ਪੈ ਕੇ ਬਸਤੀ ਦੇ ਉਰੇ ਨਵੇਂ ਘਰਾਂ ਦੇ ਉੱਤੋਂ ਦੀ ਹੋ ਮੁੜਿਆ। ਆਪਣੇ ਉਜੜੇ ਘਰ ਕੋਲ ਦੀ ਸਿੱਧਾ ਉਹ ਨਹੀਂ ਲੰਘ ਸਕਿਆ। ਅੰਗ 30ਵਾਂ। ਜਿੰਨੇ ਦਿਨ ਭਗਤਾ ਬਿਸ਼ਨੇ ਲਈ ਕੋਠੜੀ ਪਾਉਂਦਾ ਰਿਹਾ, ਉਨੇ ਦਿਨ ਉਹ ਔਟਲੇ ਬੰਦੇ ਵਾਂਗ ਇਉਂ ਤੁਰਿਆ ਫਿਰਿਆ ਜਿਵੇਂ ਕਿਸੇ ਅਜਿਹੇ ਦੇਸ਼ ਆ ਗਿਆ ਹੋਵੇ ਜਿੱਥੇ ਉਹਨੂੰ ਕੋਈ ਵੀ ਨਹੀਂ ਸੀ ਜਾਣਦਾ। ਇੰਝ ਹੀ ਫਿਰਦਿਆਂ ਇੱਕ ਦਿਨ ਉਹ ਤੇਲੀ ਮਹੱਲੇ ਆ ਗਿਆ। ਇੱਕ ਘਰ ਅੱਗੇ ਇਉਂ ਜਾ ਖੜੋਤਾ ਜਿਵੇਂ ਬੂਟੇ ਨੂੰ ਮਿਲਣ ਆਇਆ ਹੋਵੇ। ਔਕੜ ਕੇ ਘਰ ਦੇ ਅੰਦਰ ਵੀ ਦੇਖਿਆ, ਪਰ ਉਹ ਉੱਪਰੇ ਨਿਆਣੇ ਤੇ ਤੀਵੀਆਂ ਦੀ ਬੋਲੀ ਸੁਣ ਕੇ ਉਹ ਜਿਵੇਂ ਤਰਬਕ ਕੇ ਪਿਛਾਂਹ ਹਟ ਗਿਆ। ਫਿਰ ਜਦੋਂ ਗਾਂਹ ਤੁਰਿਆ ਤਾਂ ਇੰਝ ਲੱਗਿਆ ਜਿਵੇਂ ਸਾਰੇ ਤੇਲੀ ਮਹੱਲੇ 'ਚ ਵਸਦੇ ਉੱਪਰੇ ਲੋਕ ਉਹਦੇ ਵੱਲ ਵੱਢ ਖਾਣਿਆਂ ਵਾਂਗ ਝਾਕ ਰਹੇ ਹੋਣ। ਤੁਰਿਆ ਆਉਂਦਿਆਂ ਉਹਦੇ ਦਿਲ ਨੂੰ ਇੱਕ ਖੋਹ ਜਿਹੀ ਪੈਂਦੀ ਜਾਪੀ, ਪਰ ਇਹ ਗੱਲ ਉਹਨੂੰ ਜਿਵੇਂ ਔੜ ਹੀ ਨਹੀਂ ਸੀ ਰਹੀ ਕਿ ਬੂਟਾ ਉਹਦੇ ਨਿਆਣੇ ਤੇ ਉਹਨਾਂ ਵਰਗੇ ਹੋਰ ਹਜ਼ਾਰਾਂ ਲੋਕ ਕਈ ਵਰ੍ਹੇ ਹੋਏ ਉਹਦੀ ਮੰਡੀ ਛੱਡਣ ਪਿੱਛੋਂ ਇੱਕੋ ਪਿੰਡ ਇੱਕੋ ਮਹੱਲੇ 'ਚ ਵਸਦੇ ਜਾਣੇ ਪਛਾਣੇ ਲੋਕਾਂ ਨੇ ਕੁੱਤਿਆਂ ਬਿੱਲਿਆਂ ਵਾਂਗ ਵੱਢ ਸੁੱਟੇ ਸਨ। ਉਹਦੀਆਂ ਅੱਖਾਂ ਸਾਹਮਣੇ ਵਾਪਰੀ ਏਡੀ ਵੱਡੀ ਦੁਰਘਟਨਾ ਦਾ ਉਹਨੂੰ ਅਜੇ ਵੀ ਚੇਤਾ ਨਹੀਂ ਸੀ ਆ ਰਿਹਾ, ਜਿਵੇਂ ਉਹਦਾ ਦਿਮਾਗ ਹੀ ਟਿਕਾਣਿਓਂ ਹਿੱਲ ਗਿਆ ਹੋਵੇ। ਜਿਉਂ-ਜਿਉਂ ਮੰਡੀ ਦੇ ਪਹਾੜ ਵਾਲੇ ਪਾਸੇ ਬਾਹਰ ਨੂੰ ਤੁਰਿਆ ਆਇਆ, ਉਹਦੇ ਚਿੱਤ ਦੀ ਖੋਹ ਵੱਧਦੀ ਗਈ। ਮੰਡੀ ਦੇ ਉੱਤੋਂ ਦੀ ਗੇੜਾ ਦੇ ਕੇ ਜਦੋਂ ਆਪਣੀ ਪੁਰਾਣੀ ਗਲੀ ਵੱਲ ਮੁੜਿਆ ਤਾਂ ਉਹਦੀ ਤੋਰ ਕਾਲੀ ਹੋ ਗਈ। ਦਿਨ ਛਿਪ ਗਿਆ ਸੀ। ਲੋਹੇ ਦਾ ਖਿੜਕ ਲੰਘ ਕੇ ਉਹ ਹੇਤੀਏ ਦੀ ਕੋਠੜੀ ਵੱਲ ਭੌਂ ਪਿਆ, ਪਰ ਹੁਣ ਹੇਤੀਏ ਦੀ ਕੋਠੜੀ ਵਾਲੀ ਥਾਂ ਇੱਕ ਨਵਾਂ ਘਰ ਸੀ ਤੇ ਅੰਦਰ ਬਿਜਲੀ ਦੇ ਚਾਨਣੇ 4-5 ਗੋਰੇ-ਗੋਰੇ ਨਿਆਣੇ ਨੱਸਦੇ ਰੌਲਾ ਪਾਉਂਦੇ ਫਿਰਦੇ ਸੀ। ਘਰ ਦੇ ਉੱਤੇ ਇੱਕ ਛੱਜੇ ਵਾਲਾ ਨਵਾਂ ਚੁਬਾਰਾ ਸੀ ਜਿਹਦੇ ਸਿਖਰ ਅਜੇ ਕਾਲਾ ਕੁੱਜਾ ਟੰਗਿਆ ਸੀ। ਬਿਸ਼ਨੇ ਨੂੰ ਦਿਲ ਜ਼ੋਰ ਨਾਲ ਧੜਕਦਾ ਜਾਪਿਆ ਤੋਂ ਬਿਨਾਂ ਰੁਕਿਆਂ ਗਾਂਹ ਤੁਰ ਆਇਆ। ਅੱਗੇ ਆ ਕੇ ਗਲੀ ਦਾ ਮੋੜ ਮੁੜਦਿਆਂ ਕਾਨੀਏ ਦੇ ਹਾਤੇ ਵੱਲ ਔਲਿਆ। ਹਾਤੇ ਦੀ ਬਾਹਰਲੀ ਕੰਧ ਅੱਧੀ ਨਾਲੋਂ ਬਹੁਤੀ ਢੱਠ ਗਈ ਸੀ। ਅੰਦਰ 2 ਵੱਡੇ ਛੱਪਰ ਹੋਰ ਪਏ ਸੀ, ਪਰ ਕੋਠੜੀ ਉਹ ਪੁਰਾਣੀ ਸੀ। ਜਦੋਂ ਖਿੜਕੋਂ ਸਖਣਾ ਬੂਹਾ ਲੰਘ ਕੇ ਗਾਂਹ ਹੋਇਆ ਤਾਂ ਕਾਨੀਏ ਨੇ ਉਹਨੂੰ ਪਛਾਣ ਲਿਆ ਤੇ ਉੱਚੀ ਸਾਰੀ ਇਉਂ ਬੋਲਿਆ ਜਿਵੇਂ ਖੁਸ਼ੀ ਨਾਲ ਉਹਦਾ ਅੰਦਰ ਬਾਹਰ ਖਿੜ ਗਿਆ ਹੋਵੇ। ਉਹ ਆ ਬਈ ਤਾਊ ਤੈਂ तो आज बड़े दर्शन दिए, कीड़ी के घर भगवान वाली बात हो गई। आज तो आ बैठ अठे। पर बिशना सरसरी ਉਹਦੇ ਵੱਲ ਇੱਕ ਵਾਰ ਝਾਕ ਕੇ ਛੱਪਰ ਨਾਲ ਲਾਏ ਕਾਨਿਆਂ ਦੇ ਫਿੜਕੇ ਦੇ ਅੰਦਰ ਵਾਰ ਬੈਠੀ ਕਾਨੀਏ ਦੀ ਤੀਵੀਂ ਤੇ ਉਹਦੀਆਂ 2 ਜਵਾਨ ਹੋ ਗਈਆਂ ਧੀਆਂ ਵੱਲ ਗੌਰ ਨਾਲ ਵੇਂਦਾ ਤੁਰਿਆ ਆਉਂਦਾ ਬੋਲਿਆ, ਆਏ ਹੋਰ ਤਾਂ ਬਾਲ ਬੱਚਾ ਤਕੜਾ ਹੈ, सब तेरी यार भगवान की दया से ताऊ, पर तैं तो ताऊ उन्हें शक्ल नहीं दिखाई, कितने बरस हो गए। मैं कहूँ ताऊ मारे सेती रूस गया, नहीं कदे तो मानस गेड़ा मार। ਕਾਨੀਏ ਨੇ ਕਾਲੀ ਨਾਲ ਮੰਜਾ ਡਾਹਤਾ ਤੇ ਜਦੋਂ ਬਿਸ਼ਨਾ ਉੱਪਰਾ ਜੇ ਆਸੇ-ਪਾਸੇ ਝਾਕ ਰਿਹਾ ਸੀ ਤਾਂ ਕਾਨੀਏ ਦੀ ਤੀਵੀਂ ਚੁੱਲ੍ਹੇ ਮੂਹਰਿਓਂ ਉੱਠ ਕੇ ਲੰਮਾ ਸਾਰਾ ਘੁੰਡ ਕੱਢੀ ਉਹਦੇ ਵੱਲ ਤੁਰੀ ਆਈ ਤੇ ਆਪਣੀ ਖੱਟੇ ਲਾਲ ਫੁੱਲਾਂ ਵਾਲੀ ਚੁੰਨੀ ਦਾ ਪੱਲਾ 2 ਹੱਥਾਂ 'ਚ ਫੜ ਕੇ ਬਿਸ਼ਨੇ ਦੇ ਪੈਰਾਂ ਤੇ ਝੁਕ ਗਈ। ਬਿਸ਼ਨਾ ਪਹਿਲਾਂ ਝਿਜਕਿਆ, ਪਰ ਫਿਰ ਆਪਣੇ ਗੋਡਿਆਂ ਕੋਲ ਝੁਕੇ ਉਹਦੇ ਸਿਰ ਉੱਤੇ ਹੱਥ ਫੇਰਦਿਆਂ ਉਹਨੇ ਹੌਲੀ-ਹੌਲੀ 2 ਕੁ ਅਸੀਸਾਂ ਦਿੱਤੀਆਂ। ਜਦੋਂ ਮੁੜ ਚੁੱਲ੍ਹੇ ਅੱਗੇ ਜਾ ਬੈਠੀ ਤਾਂ ਬਿਸ਼ਨੇ ਨੇ ਤਾੜ ਕੇ ਛੱਪਰ ਵੱਲ ਵੇਖਿਆ। ਉਸੇ ਥਾਂ ਉਵੇਂ ਜਿਵੇਂ ਬੈਠੀ ਸੀ ਜਿਵੇਂ ਮੰਡੀਓਂ ਜਾਣ ਪਹਿਲਾਂ। ਇੱਕ ਦਿਨ ਕਾਨੀਏ ਕੇ ਘਰੇ
ਰੇੜੀ ਛੱਡਣ ਆਏ ਨੇ ਬੈਠੀ ਵੇਖੀ ਸੀ। ਉਹਦੇ ਸਿਰ ਉੱਤੇ ਪਏ ਛੱਪਰ ਦੀ ਢਾਲ, ਸਰਕੜਾ ਸਭ ਉਵੇਂ ਸੀ, ਇੱਕ ਫਿੜਕਾ ਜ਼ਰੂਰ ਨਵਾਂ ਬੰਨਿਆ ਸੀ। ਫਿਰ ਬਿਸ਼ਨੇ ਨੇ ਕਾਨੀਏ ਵੱਲ ਤਾੜ ਕੇ ਵੇਖਿਆ। ਉਹਦੇ ਸਿਰ ਦੇ 2-2 ਉਂਗਲ ਦੇ ਕਰਚਿਆਂ ਤੇ ਲੰਮੀ ਬੋਦੀ ਵਿੱਚ ਧੌਲੇ ਹੀ ਧੌਲੇ ਦਿਸਦੇ ਸੀ। ਮੂੰਹ ਪਿਚਕ ਕੇ ਬਿਲਕੁਲ ਬਾਂਦਰੀ ਦੇ ਬੱਚੇ ਕੇ ਜਿੰਨਾ ਰਹਿ ਗਿਆ ਸੀ। ਨੰਗੀ ਸੁੱਕੀ ਤਾਂਬੜ ਹਿੱਕ ਦੀਆਂ ਸਾਰੀਆਂ ਪਸਲੀਆਂ ਅੱਡੋ ਅੱਡ ਦਿਸਦੀਆਂ ਸਨ। ਮੈਲੇ ਲੱਠੇ ਦੀ ਲਾਂਗੜ ਵਾਲੀ ਧੋਤੀ ਉਹਨੇ ਚਿਣ ਕੇ ਬੰਨੀ ਹੋਈ ਸੀ ਤੇ ਗੋਡਿਆਂ ਤਾਈਂ ਨੰਗੀਆਂ ਕਾਨਿਆਂ ਵਰਗੀਆਂ ਲੱਤਾਂ ਉਹਦੇ ਸੁਕੜੂ ਸਰੀਰ ਦੇ ਭਾਰ ਹੇਠ ਵੀ ਲਿਚਕਦੀਆਂ ਲੱਗਦੀਆਂ ਸਨ। ਕਾਨਾ, ਤੂੰ ਅੱਗੇ ਨਾਲੋਂ ਬਹੁਤ ਨਰੋਇਆ ਹੋਇਆ ਲੱਗਦਾ ਹੁਣ ਤਾਂ, ਬਿਸ਼ਨੇ ਨੇ ਮੁਸਕਰਾਉਂਦਿਆਂ ਸਿਰ ਤੋਂ ਪੈਰਾਂ ਤਾਈਂ ਉਹਨੂੰ ਵੇਖ ਕੇ ਆਖਿਆ। हाँ ताऊ, 2 पसेरी देसी घी खाया था इस सियाल में, और 2 छतरे खाए भून भून के, सालियां के भीतर निरी चर्बी थी। पर यह कह के जदों कानिया हसिया तां बिशने दे होठां उत्ते मुस्कुराहट गुआच गई सी। ਉਹਨੂੰ ਕਾਨੀਆਂ ਕਬਰ ਚੋਂ ਕੱਢੇ ਮੁਰਦੇ ਵਾਂਗ ਲੱਗਦਾ ਸੀ, ਜਿਹਦਾ ਮਰਨੋਂ ਪਹਿਲਾਂ ਮੂੰਹ ਅੱਡਿਆ ਗਿਆ ਹੋਵੇ ਤੇ ਉਹਦੇ ਹੱਸ ਰਹੇ ਹੋਣ ਦਾ ਭੁਲੇਖਾ ਪੈਂਦਾ ਹੋਵੇ। ਉਹ ਤੋਂ ਕਾਨੀਏ ਵੱਲ ਹੋਰ ਨਾ ਝਾਕਿਆ ਗਿਆ ਤੇ ਅੱਖਾਂ ਨੀਵੀਆਂ ਪਾ ਕੇ ਕੋਲ ਪਈਆਂ ਇੱਟਾਂ ਦੀਆਂ ਨੁੱਕਰਾਂ ਨੂੰ ਜਾਚਣ ਲੱਗ ਪਿਆ। ਇਬ ਤਾਂ ਤਾਊ ਬਸ ਚਲੇਂਗੇ, ਬਿੰਦਕ ਹੱਸ ਕੇ ਇੱਕਦਮ ਗੰਭੀਰ ਹੁੰਦਿਆਂ ਲੰਮਾ ਹੌਕਾ ਭਰਦਿਆਂ ਕਾਨੀਏ ਨੇ ਕਿਹਾ ਤੇ ਬਿਸ਼ਨੇ ਦੇ ਮੰਜੇ ਸਾਹਮਣੇ ਨਹਾਉਣ ਲਈ ਰੱਖੀਆਂ ਇੱਟਾਂ ਉੱਤੇ ਪੈਰਾਂ ਭਾਰ ਬਹਿ ਕੇ ਸਿਰ ਦੇ ਕਰਚਿਆਂ ਉੱਤੇ ਹੱਥ ਫੇਰਨ ਲੱਗ ਪਿਆ। ਉਸੇ ਵੇਲੇ ਬਿਸ਼ਨੇ ਨੂੰ ਕਾਨੀਏ ਦੀ ਤੀਵੀਂ ਦੀ ਕਿਰਕਿਰ ਜਿਹੀ ਸੁਣਾਈ ਦਿੱਤੀ ਤੇ ਉਹਨੇ ਉੱਧਰ ਵੇਖਿਆ। ਫਿਰ ਕਾਨੀਏ ਵੱਲੋਂ ਝਾਕਿਆ ਜਿਵੇਂ ਪੁੱਛ ਰਿਹਾ ਹੋਵੇ ਕਿ ਉਹ ਕੀ ਕਹਿੰਦੀ ਸੀ। ਇਹ ਕਹਿੰਦੀ ਸੀ, ਤਾਊ ਵੀ ਅੱਜ ਚੱਲਣ ਚੁੱਲਣ ਕੀਆਂ ਬਾਤਾਂ ਮਤ ਕਰਿਆ ਕਰ। ਸਾਡੇ ਲੋਕ ਤਾਊ ਇਸੀਆਂ ਬਾਤਾਂ ਨੇ ਬੇਸਗਨੀ ਮੰਨਦੇ ਐ। ਨਾਲੇ ਫੇਰ ਇਹ ਤਾਂ ਮੇਰੇ ਨਾਲ ਇਸੀ ਬਾਤ ਪਿੱਛੇ ਬਹੁਤ ਲੜਦੀ ਰਿਹਾ ਕਿ ਅੱਕ ਤੈਂ ਮਰ ਗਿਆ ਤੇ ਇਹਨਾਂ ਟੱਬਰਾਂ ਨੇ ਟੀਕਰ ਤੇਰਾ ਪਿਓ ਖਵਾਉ ਕੇ। ਕਹਿੰਦਿਆਂ ਕਾਨੀਆ ਫਿਰ ਹੱਸਿਆ। ਇੱਕ ਵਾਰ ਫਿਰ ਬਿਸ਼ਨੇ ਨੇ ਪਹਿਲਾਂ ਕਾਨੀਏ ਵੱਲ ਤੇ ਉਹਦੀ ਤੀਵੀਂ ਵੱਲ ਤੱਕਿਆ ਤੇ ਚਿਹਰੇ ਉੱਤੇ ਬਿਨਾਂ ਕੋਈ ਉਤਰਾ ਚੜਾ ਲਿਆਏ ਵਹਿੰਦਾ ਰਿਹਾ। ਹੋਰ ਤੈਂ ਸੁਣਾਓ ਤਾਊ, ਕਹਿ ਹਾਲ ਹੈ? ਕਨਈਏ ਨੇ ਡੂੰਘੀ ਆਪਣਤ ਨਾਲ ਪੁੱਛਿਆ। ਚੰਗਾ ਹੈ, ਜੋ ਦਿਨ ਟੱਪ ਜੇ। ਹੁਣ ਫਿਰ ਸਾਨੂੰ ਰੇੜੀ ਰੂੜੀ ਕਦ ਬਣਾ ਕੇ ਦੇਊਗਾ? ਜਦੋਂ ਤੂੰ ਆਖੇ। ਸੱਚ ਮੈਂ ਤਾਂ ਪੁੱਛਣਾ ਭੁੱਲ ਗਿਆ, ਹੁਣ ਤੂੰ ਮੰਡੀ ਕਦੋਂ ਆਊਗਾ? ਮੈਨੂੰ ਤਾਂ ਆਏ ਨੂੰ ਕਈ ਦਿਨ ਹੋ ਗਏ। ਤੂੰ ਥਲੀ ਵਾਲਿਆਂ ਖਬਰ ਲੈਣਾ ਕਿਸੇ ਬੁੜੇ ਠੇਰੇ ਦੀ? ना ताऊ, भगवान की सुगंध बेरा ही को नहीं पटिया, नहीं तो एक बारी छोड़ 10 बारी आंदा। इसी के बात कही तन्ने, चंगा भली होई तू मुड़ पड़िया मारा तो गड्डे जिसी रेड़ियां खिंचदियां का बुरा हाल हो गया। और ताई दा के हाल है? मौजां कर दी है। भली हुई कानिए ने चित्तों खुश होके कहा। हुण फिर तुसी रहोगे तां साडे कोल ही ना, जो अन्न जल नूं मंजूर। वह तो ठीक है, पर हुण अच्छा जो भगवान की रजा। कानिए दी वड्डी कुड़ी ने बोल मारिया। वो आया कह के उठ खड़ोता ते छप्पर वल तुर गया। हुण बिशने ने ध्यान नाल कानिए दियां 2 कुड़ियां वल वेख्या। ਉਹ जवान हो गईयां लगदियां ਸੀ, पर ਦੋਹਾਂ ਦੇ ਚਿਹਰਿਆਂ ਤੇ ਪਿਓ ਵਾਂਗ ਹੀ ਬੇਰੌਣਕੀ ਸੀ। ਇੱਕ 10 ਕੁ ਵਰਿਆਂ ਦਾ ਮੁੰਡਾ ਕਛਣੀ ਪਾਈ ਪਰਲੇ ਖੁੰਝੇ ਖੜੋਤੀ ਪੁਰਾਣੀ ਰੇੜੀ ਤੇ ਲਿਟਿਆ ਗੀਤ ਗਾਈ ਜਾਂਦਾ ਸੀ। ਉਹਦਾ ਸਰੀਰ ਵੀ ਬਿਸ਼ਨੇ ਨੂੰ ਕਾਨੀਆਂ ਵਰਗਾ ਹੀ ਲੱਗਾ, ਹਵਾ ਨਾਲ ਉੱਡਣ ਵਾਲਾ ਪਤਲਾ ਪਤੰਗ ਜਿਹਾ। ਲੈ ਤਾਊ, ਹੱਥ ਧੋ। ਕਾਨੀਏ ਨੇ ਪਾਣੀ ਦੀ ਗੜਵੀ ਲਈ ਆਉਂਦਿਆਂ ਦੂਰੋਂ ਹੀ ਆਖਿਆ। ਉਹ ਇਹ ਕੀ? ਬਿਸ਼ਨੇ ਨੇ ਕੁਝ ਹੈਰਾਨੀ ਨਾਲ ਆਖਿਆ। ਰੋਟੀ ਰਾਟੀ ਨਹੀਂ ਮੈਂ ਖਾਣੀ। ਨਾ ਤਾਊ, ਅੱਜ ਤੂੰ ਖਾਣੀ ਪਊ, ਲੈ ਹੱਥ ਧੋ ਤੂੰ। ਬਿਸ਼ਨਾ ਕਾਨੀਏ ਵਰਗੇ ਮਰਨਾਊ ਬੰਦੇ ਦੇ ਏਡੇ ਕਰੜੇ ਬੋਲ ਉੱਤੇ ਮੁਸਕਰਾ ਪਿਆ ਤੇ ਚੁੱਪ ਕਰਕੇ ਹੱਥ ਗਾਂਹ ਕਰਤੇ। ਹੱਥ ਧੁਆ ਕੇ ਜਦੋਂ ਕਾਨੀਆ ਮੁੜ ਛੱਪਰ ਅੰਦਰ ਗਿਆ ਤਾਂ ਉਹਦੀਆਂ 2 ਧੀਆਂ ਤੇ ਤੀਵੀਂ ਜਿਵੇਂ ਹੱਥਲੀਆਂ ਹੋ ਗਈਆਂ। ਕੋਈ ਕੌਲੀ ਲੱਭਣ ਭੱਜੀ, ਕੋਈ ਥਾਲੀ, ਕੋਈ ਗਲਾਸ। ਇੰਜ ਕਾਹਲ ਨਾਲ ਭਾਂਡੇ ਲੱਭਦਿਆਂ ਦੀ ਆਪੋ ਵਿੱਚ ਦੱਬਵੀਂ ਆਵਾਜ਼ ਨਾਲ ਉਹਨਾਂ ਨੂੰ ਘੁਰ-ਘੁਰ ਕਰਦਿਆਂ ਸੁਣ ਕੇ ਬਿਸ਼ਨੇ ਦਾ ਅਜੇ ਤੱਕ ਵੀ ਘਾਬਰਿਆ ਮਨ ਕੁਝ ਟਿਕਾਣੇ ਆਉਂਦਾ ਜਾਪਿਆ। ਕਾਨੀਆ ਕਾਂਸੀ ਦੇ ਘਸੇ ਕੰਡਿਆਂ ਵਾਲੀ ਥਾਲੀ ਤੇ ਭਾਰੇ ਕੌਲ 'ਚ ਦਾਲ ਰੋਟੀ ਰੱਖ ਕੇ ਲੈ ਆਇਆ। ਬਿਸ਼ਨੇ ਨੂੰ ਪਤਾ ਨਹੀਂ ਕਿੰਜ ਰਾਮੇ ਕਾਲੀ ਤੋਂ ਸੁਣੀ ਸਾਖੀ ਯਾਦ ਆ ਗਈ। ਰਾਮੇ ਨੇ ਸਾਖੀ ਸੁਣਾਉਂਦਿਆਂ ਬਿਸ਼ਨੇ ਨੂੰ ਚੰਗੀ ਤਰ੍ਹਾਂ ਸਮਝਾਇਆ ਸੀ ਕਿ ਕ੍ਰਿਸ਼ਨ ਭਗਵਾਨ ਨੇ ਦੁਰਯੋਧਨ ਦੇ ਮੇਵੇ ਛੱਡ ਕੇ ਇੱਕ ਗਰੀਬ ਬੰਦੇ ਬਿੱਦਰ ਦੀ ਝੁੱਗੀ 'ਚ ਜਾ ਕੇ ਉਹਦੀ ਰੁੱਖੀ ਮਿੱਸੀ ਸਵਾਦ ਨਾਲ ਖਾਧੀ ਸੀ। ਜਦੋਂ ਦੁਰਯੋਧਨ ਨੇ ਕ੍ਰਿਸ਼ਨ ਨੂੰ ਹੰਕਾਰ ਨਾਲ ਪੁੱਛਿਆ ਕਿ ਰਾਜ ਭੋਜ ਛੱਡ ਕੇ ਉਹਨੇ ਕੰਗਲੇ ਦੇ ਘਰ ਕਿਉਂ ਰੋਟੀ ਖਾਧੀ ਤਾਂ ਕ੍ਰਿਸ਼ਨ ਨੇ ਆਖਿਆ ਸੀ, ਹੇ ਦੁਰਯੋਧਨ, ਸਾਨੂੰ ਹੰਕਾਰ ਨਾਲ ਪਰੋਸੇ 36 ਪਦਾਰਥ ਵੀ ਜ਼ਹਿਰ ਦੀ ਨਿਆਈ ਹੈ ਤੇ ਪ੍ਰੇਮ ਨਾਲ ਖਵਾਇਆ ਸਾਗ ਅੰਮ੍ਰਿਤ ਸਮਾਨ ਹੈ। ਬਿਸ਼ਨਾ ਰੋਟੀ ਖਾਈ ਗਿਆ ਤੇ ਕਾਨੀਆਂ ਉਹਦੇ ਸਾਹਮਣੇ ਇੱਟਾਂ ਉੱਤੇ ਬੈਠਾ ਆਪ ਮੁਹਾਰੇ ਗੱਲਾਂ ਕਰੀ ਗਿਆ। ਦੋਨੋਂ ਬੜੇ ਛੋਰੇ ਤੋਂ ਤਾਊ ਬਰਵਾਲੀ ਮੰਡੀ काम ਕਰਦੇ ਆ। ਉੱਥੇ ਨਵੀਂ ਮੰਡੀ ਹੋਣ ਕਰਕੇ काम चंगा सा है। एक छोटा सी देश भेज दिया उसके चाचे को,
मेरा बड़ा भाई ताऊ खेती का काम करता है। बड़ी छोरी पिछले साल ब्याह दी थी। बस अब तो इन 2 छोरियों का भार पड़ रहा है सिर पर, और सब ते निका भी ऊं न्याणा से। तेरी कृपा ते ताऊ बस कबीलदारी की गड्डी चली जाती से। होर आपां कोई लखपति ते बनना करनी, बस रुखी सुखी मिली जाती और गुजारा होई जांदा। रोटी खा के जदों बिश्ना उठन लगा तो उन्हें रुक के पूछया, सच कहना हेतिया है किते जिउंदा जागदा कि मर मरा गया? हेतिया? कानिए ने बिंदा बिंद सोचा तो फिर हंस के बोलिया, उसकी क्या बात करे ताऊ, है तो जिंदा ही पर न्यू मरिया जैसा से। क्यों की हो गया? वो बैठ तने बतांदा मैं। कानिए ने बिश्ने नूं सैनत करके मुड़ मंजे ते बिठा रिया ते मंजे दे बहुत नेड़े नहाउण वाले थां इट चुक के ਉਹਦੇ ਗੋਡੇ ਮੁੱਢ ਬਹਿੰਦਿਆਂ ਹੌਲੀ-ਹੌਲੀ ਬੋਲਣ ਲੱਗ ਪਿਆ। जब हल्ला गुल्ला पड़या ना ताऊ मुसलमाना का, तो कोई ठगी नाल एक मुसलमानी ने बागड़नी बना के उन्हों 1100 में दे गया। बीरबानी बड़ी चंगी थी। पहला तो उन्हों पता नहीं लग्या, पर 1-2 महीने पीछे जब पता लग गया तो हेतिया बड़ी दुविधा में फंस गया। अब छोड़े तो 1000 खूह में गिरे, नहीं छोड़े तो दीन मजहब नहीं रहे। लो जी रोज घर में कलेश रहन लग पड़या। कई बार उसने वाह बीरबानी बहुत मारी पीटी थी। उस भी बेचारी दुखी हो गई। एक दिन उसने क्या करया, ताऊ के हेतिये ने कुछ दे दिया और आप किसी और सिटी भाग गई। हेतिया बच तो रहा पर उस दिन के काम धंधे जोगा नहीं रहा। बस न मरिया में न जींदिया में। अब तुर फिर के किसी का 2-4 बोरी का सौदा सादा करा देंदा और रोटी खा छड़दा, पर हुण मरूगा, बचदा को नहीं। मरूगा? कानिए ने एडी दृढ़ता नाल आख्या जिवें उहनूं हेतिये दी मौत दी पक्की तरीक भी याद होवे। बिश्ना बिंद दी बिंद कुछ फिक्रमंद जिहा हो गया ते फिर कानिए दी दसी सारी गल बारे सोचदियां जदों उत्थों तुरिया तां ओहदियां अखां किसी डूंगी उदासी नाल भरियां लगदियां सी ते शरीर मिट्टी हो गया जापदा सी। हौली हौली खूंडी उत्ते भार बोचदा मसां बाहरले घर ताईं अपड़िया। कोठड़ी बनन मगरों बिश्ने ने अपने पुराने संद अंदरले घरों मंगा लए ते कई दिन उन्हां नूं सवार नहीं लग्या रहा। फिर जदों कोई काम विढ़ण दी सलाह कीती तां भगते ने बचियां खुचियां लकड़ां दे टोटे सुटवा दिते। बिश्ना बिना कुछ सोचिया उन्हां टोटियां विचों पीढ़ियां दे पावे, चरखियां दीयां गुड्डियां, मुन्ने ते अजाई होर निक सुक डोलण लग पिया। कुछ दिन तां चित काम च चंगा परचिया रहा, पर फिर आपे सब कासे तो अकेवां जिहा होण लग पिया। ਉਹ ਯਤਨ ਲਾ ਕੇ ਵੀ ਕੰਮ 'ਚ ਧਿਆਨ ਨਾ ਲਾ ਸਕਿਆ। ਉਹਨੂੰ ਕੰਮ ਲੱਗਿਆ ਵੇਖ ਕੇ ਲੋਕ ਪੁੱਛ ਦੱਸ ਕਰਨ ਲੱਗ ਪਏ, ਪਰ ਜਦੋਂ ਕੋਈ ਚਰਖੇ ਪੀੜੀ ਜਾਂ ਲੂਣਦਾਨੀ ਬਣਵਾਉਣ ਦੀ ਗੱਲ ਕਰਦਾ ਤਾਂ ਅੱਗੋਂ ਐਡਾ ਰੁੱਖਾ ਬੋਲਦਾ ਕਿ ਗਾਹਕ ਮੂੰਹ ਵੱਟ ਕੇ ਤੁਰ ਜਾਂਦਾ। ਭਗਤਾ ਕੁਝ ਆਪਣੀ ਕਬੀਲਦਾਰੀ 'ਚ ਖੁੱਭਿਆ ਹੋਣ ਕਰਕੇ, ਕੁਝ ਮਨੋ ਮਨੀ ਬਿਸ਼ਨੇ ਤੋਂ ਦੂਰ ਹੋਇਆ ਕਰਕੇ ਉਹਦੇ ਕੋਲ ਨਹੀਂ ਸੀ ਆਉਂਦਾ ਤੇ ਨਾ ਹੀ ਬਿਸ਼ਨਾ ਆਪ ਕਦੇ ਉਸ ਕੋਲ ਗਿਆ ਸੀ। ਇੱਕੋ ਘਰ 'ਚ ਵਸਦੇ ਉਹ ਇੱਕ ਦੂਜੇ ਤੋਂ ਬਹੁਤ ਦੂਰ ਹੋ ਗਏ ਸੀ। ਬਿਸ਼ਨੇ ਨੂੰ ਰੋਟੀ ਦੇਣ ਵੀ ਆਮ ਕਰਕੇ ਕਾਲਾ ਹੀ ਆਉਂਦਾ। कदे कदे माघी भी आ जाता, पर वह काले वांग उस कोल बह के गल्लां कदे ना करदा। रोटी फड़ांदा चुप करके मुड़ जांदा। ਇਹਦਾ कोई कारण भी बिश्ना जान ना सकिया कि फिर भी माघी ਉਹਨੂੰ क्यों चंगा लगदा सी ते कदे कदे बिश्ना ਉਹਨੂੰ मल्लो जोरी रोक के गल्ली लाउण दा यतन करदा, पर ਉਹ एडा खचरा सी जां खबरे ਉਹਦੇ मन 'ਚ कोई गंढ सी कि कदे कदे नहीं सी उधड़दा। काला माघी ਦੀਆਂ ਕਰਤੂਤਾਂ रोज़ बिश्ने ਨੂੰ दस जांदा, पर माघी आउंदा ਤਾਂ ਉਂਝ ਹੀ ਬਿਨਾਂ ਕਿਸੇ ਕਾਰਨ ਉਹਦੇ ਬਾਰੇ ਕਾਲੇ ਦੀਆਂ ਦਸੀਆਂ ਸਾਰੀਆਂ ਗੱਲਾਂ ਬਿਸ਼ਨੇ ਨੂੰ ਜੋੜੀਆਂ ਹੋਈਆਂ ਲੱਗਦੀਆਂ। ਹੌਲੀ ਹੌਲੀ ਉਹਨੂੰ ਮਾਘੀ ਦੇ ਇੱਥੇ ਹੋਣ ਦਾ ਹੀ ਹੌਸਲਾ ਜਿਹਾ ਹੁੰਦਾ ਗਿਆ। ਫਿਰ ਵੀ ਸਾਰਾ ਦਿਨ ਜੀ ਖੁੱਸਦਾ ਰਹਿੰਦਾ, ਜਿਵੇਂ ਉਹਦੇ ਅੰਦਰੋਂ ਕਿਸੇ ਨੇ ਰੁੱਗ ਭਰ ਕੇ ਕੁਝ ਕੱਢ ਲਿਆ ਹੋਵੇ। ਉਸ ਦਿਨ ਪਿੱਛੋਂ ਬਿਸ਼ਨਾ ਕਦੇ ਆਪਣੇ ਬਾਹਰਲੇ ਘਰ ਕੋਲੋਂ ਵੀ ਨਹੀਂ ਸੀ ਲੰਘ ਸਕਿਆ। ਜੰਗਲ ਪਾਣੀ ਵੀ ਆਮ ਕਰਕੇ ਹਨੇਰੇ ਹੋਏ ਤੇ ਬਸਤੀ ਦੇ ਚੜ੍ਹਦੇ ਵਾਲੇ ਪਾਸੇ ਜਾਂਦਾ। ਕਦੇ ਕਦੇ ਉਹਨੂੰ ਆਪਣੀ ਇਸ ਢਹਿੰਦੀ ਕਲਾ ਕਰਕੇ ਖਿੱਚ ਚੜਨ ਲੱਗ ਪੈਂਦੀ। ਫਿਰ ਵੀ ਉਧਰੋਂ ਲੰਘਣ ਦਾ ਹੀਆ ਉਹ ਨਹੀਂ ਸੀ ਕਰ ਸਕਿਆ। ਇੱਕ ਦਿਨ ਆਥਣੇ ਜਦੋਂ ਕੋਠੜੀ ਵੱਲ ਮੁੜਿਆ ਤਾਂ ਉਹਦਾ ਚਿੱਤ ਇੰਨਾ ਕਾਲਾ ਪਿਆ ਹੋਇਆ ਸੀ ਕਿ ਆ ਕੇ ਬਹਿ ਵੀ ਨਾ ਸਕਿਆ। ਆਉਣ ਸਾਰ ਮੰਜੀ ਤੇ ਪੈ ਗਿਆ। ਕਿੰਨਾ ਚਿਰ ਉਹਦਾ ਸਿਰ ਭਾਰਾ ਭਾਰਾ ਰਿਹਾ ਤੇ ਫਿਰ ਸਾਰਾ ਪਿੰਡਾ ਮੁੜਕੇ ਨਾਲ ਭਿੱਜ ਗਿਆ। ਅੱਖਾਂ ਇਉਂ ਅੱਡੀਆਂ ਗਈਆਂ ਜਿਵੇਂ ਕਿਸੇ ਨੇ ਹੇਠੋਂ ਉੱਤੋਂ ਫੜ ਕੇ ਪਰਦੇ ਖਿੱਚ ਲਏ ਹੋਣ। ਜ਼ੋਰ ਲਾ ਕੇ ਵੀ ਝਮਕੀਆਂ ਨਹੀਂ ਸੀ ਜਾਂਦੀਆਂ। ਹੁਣ ਭਲਾ ਮੈਂ ਕਾਹਦੀ ਖਾਤਰ ਜਿਉਣਾ? ਉਹਦੇ ਅੰਦਰੋਂ ਅੱਗ ਦੀ ਲਾਟ ਵਾਂਗ ਇਹ ਖਿਆਲ ਉੱਠਿਆ ਤੇ ਇਹਦੇ ਸੇਕ ਨਾਲ ਉਹਦਾ ਸਾਰਾ ਪਿੰਡਾ ਜਿਵੇਂ ਲੁਹਿਆ ਗਿਆ। ਹੁਣ ਮੇਰਾ ਇੱਥੇ ਕੀ ਹੈ? ਇਹ ਗੱਲ ਉੱਚੀ ਉਹਦੇ ਮੂੰਹ ਨਿਕਲੀ ਤੇ ਫਿਰ ਸ਼ਾਇਦ ਜ਼ਿੰਦਗੀ 'ਚ ਆਪਣੇ ਬਾਰੇ ਬਿਸ਼ਨੇ ਨੇ ਪਹਿਲੀ ਵਾਰ ਕੁਝ ਸੋਚਣ ਦਾ ਯਤਨ ਕੀਤਾ।
ਇੱਕ ਵਾਰ ਜੰਮਣ ਤੋਂ ਲੈ ਕੇ ਹੁਣ ਤਾਈਂ ਵਾਪਰੀਆਂ ਸਭ ਗੱਲਾਂ ਉਹਨੂੰ ਯਾਦ ਆਉਣ ਲੱਗ ਪਈਆਂ, ਕਈ ਪ੍ਰਤੱਖ, ਕਈ ਧੁੰਦਲੀਆਂ। ਪਹਿਲਾਂ ਆਪਣਾ ਬੇਪਰਵਾਹ ਅੱਖੜ ਬਚਪਨ ਯਾਦ ਆਇਆ, ਜਦੋਂ ਆਪਣੇ ਇਲਤੀ ਬੇਲੀਆਂ ਨਾਲ ਰਾਤ ਨੂੰ ਛੱਪੜ ਉੱਤੇ ਟਟਿਆਣੇ ਫੜਨ ਜਾਂਦਾ ਹੁੰਦਾ। ਉਹ ਸਾਰਾ ਦਿਨ ਛੱਪੜ 'ਚ ਨਹਾਉਂਦੇ ਰਹਿੰਦੇ। ਜਦੋਂ ਮੱਝਾਂ ਦੀਆਂ ਪਿੱਠਾਂ ਉੱਤੇ ਲੰਮੇ ਪੈ ਕੇ ਉਹਨਾਂ ਦੇ ਕੂਲੇ ਪਿੰਡਿਆਂ ਨਾਲ ਨੰਗਾ ਪਿੰਡਾ ਘਸਾਉਂਦਿਆਂ ਨੀਂਦ ਵਰਗੀ ਖੁਮਾਰੀ ਚੜ੍ਹਨ ਲੱਗ ਪੈਂਦੀ ਸੀ ਤੇ ਜਾਪਦਾ ਜਿਵੇਂ ਸਾਰੀ ਉਮਰ ਇੰਜੀ ਖੁਮਾਰੀ 'ਚ ਬੀਤ ਜਾਏਗੀ, ਸੁਆਦ 'ਚ ਗੜੂੰਦ। ਫਿਰ ਜਦੋਂ ਸ਼ੂਕ ਦੀ ਜਵਾਨੀ ਚੜ੍ਹੀ ਤਾਂ ਇੰਜ ਲੱਗਦਾ ਜਿਵੇਂ ਉਹ ਜਿੱਥੇ ਸਾਰੇ ਜ਼ੋਰ ਨਾਲ ਅੱਡੀ ਮਾਰੇ ਉੱਥੋਂ ਪਾਣੀ ਕੱਢ ਸਕਦਾ ਸੀ। ਜਦੋਂ ਉਹ ਤੇ ਉਹਦੇ ਹਾਣੀ ਜੱਟਾਂ ਦੇ ਮੁੰਡੇ ਚੜਿੱਕ ਦਾ ਮੇਲਾ ਵੇਖਣ ਹੱਸਦੇ ਟੱਪਦੇ ਦਗੜ ਕਰਦੇ ਸਾਰੀ ਰਾਤ ਤੁਰੇ ਜਾਂਦੇ ਸੀ ਤੇ 15 ਕੋਹ ਵਾਟ ਤੇ ਫਿਰ ਸਾਰਾ ਦਿਨ ਮੇਲੇ 'ਚ ਧਰਤੀ ਧਮਕਾਉਂਦੇ ਉਦਮੂਲ ਮਚਾਉਂਦੇ ਦੂਜੀ ਰਾਤ ਉਵੇਂ ਰਾਹਾਂ ਦੀ ਧੂੜ ਉਡਾਉਂਦੇ ਮੁੜ ਆਉਂਦੀ ਸੀ ਤਾਂ ਕਿਸੇ ਨੂੰ ਯਾਦ ਵੀ ਨਹੀਂ ਸੀ ਹੁੰਦਾ ਕਿ ਚੜਿੱਕ ਦੇ ਮੇਲੇ ਜਾ ਕੇ ਆਏ ਸੀ ਜਾਂ ਖੇਤੋਂ ਗੇੜਾ ਮਾਰ ਕੇ ਮੁੜੇ ਸੀ। ਉਦੋਂ ਕਦੇ ਇਉਂ ਵੀ ਲੱਗਦਾ ਹੁੰਦਾ ਕਿ ਸਾਰੀ ਧਰਤੀ ਨੂੰ ਚਰੀ ਦੀ ਭਰੀ ਵਾਂਗ ਜੱਫੇ 'ਚ ਲੈ ਕੇ ਉਹ ਸੂਰਜ ਦੀ ਟੀਸੀ ਉੱਤੇ ਵੀ ਚੜ੍ਹ ਸਕਦਾ ਸੀ। ਤੇ ਉਹ ਦਿਨ ਵੀ ਯਾਦ ਆਏ ਜਦੋਂ ਬਿਸ਼ਨੇ ਦਾ ਪਿਓ ਮੰਡੀ ਆ ਵਸਿਆ ਸੀ ਤੇ ਉਹਨਾਂ ਨੇ ਹਵੇਲੀ ਪਾਈ ਸੀ। ਵੇਂਦਿਆਂ ਉਹਨਾਂ ਦੀ ਗੁੱਡੀ ਇੰਨੀ ਚੜ੍ਹੀ ਕਿ ਨੇੜੇ ਤੇੜੇ ਦੇ ਪਿੰਡਾਂ 'ਚ ਉਹਨਾਂ ਦੀ ਇੱਜ਼ਤ ਵੱਡੇ ਸ਼ਾਹਾਂ ਜਿੰਨੀ ਬਣ ਗਈ ਸੀ। ਤੇ ਜਦੋਂ ਜਗਾਦਰੀ ਤੋਂ ਉਹਨਾਂ ਦੀਆਂ ਟਾਹਲੀ ਦੀਆਂ ਭਰੀਆਂ ਗੱਡੀਆਂ ਆਉਂਦੀਆਂ ਤਾਂ ਮੰਡੀ ਦੇ ਆਸੇ-ਪਾਸੇ ਪਿੰਡਾਂ ਦੇ ਤਰਖਾਣ ਲੁਹਾਰੀ ਈਰਖਾ ਨਾਲ ਉਹਨਾਂ ਬਾਰੇ ਗੱਲਾਂ ਕਰਦੇ, ਦੋ ਭਰਾਵਾਂ ਦੇ ਜੁੜੇ ਸਿਰ ਨਖੇੜਨ ਲਈ ਤਰਲੇ ਮਾਰਦੇ। ਇਸ ਪਿੱਛੋਂ ਉਹ ਦਿਨ ਵੀ ਯਾਦ ਆਏ ਜਦੋਂ ਬਿਸ਼ਨਾ ਸਾਲੋਂ ਅੰਦਰ ਆਪਣੇ ਹੱਥੀਂ ਬਣਾਇਆ ਸਭ ਕੁਝ ਆਪਣੀ ਮਰਜ਼ੀ ਨਾਲ ਹੀ ਗੁਆ ਬੈਠਾ। ਉਹਦੀ ਜਿੱਡੀ ਜਾਇਦਾਦ ਇੱਜ਼ਤ ਸਭ ਖੁੱਸ ਰਹੀ ਸੀ ਪਰ ਉਹਨੂੰ ਕੋਈ ਪਰਵਾਹ ਨਹੀਂ ਸੀ। ਲੋਕ ਉਹਨੂੰ ਮੂਰਖ ਅੜਬ ਕਪੱਤਾ ਆਖਦੇ ਪਰ ਉਹ ਤੇ ਦਿਆ ਕਰੋ ਡੋਲ ਸਨ। ਇਹਨਾਂ ਪੜਾਵਾਂ ਵਿੱਚੋਂ ਹੀ ਇੱਕ ਉਹ ਸਮਾਂ ਵੀ ਆਇਆ ਜਦੋਂ ਉਹਨਾਂ ਦੇ 5 ਪੁੱਤ ਤੇ 2 ਧੀਆਂ ਮੁਸਕਰਾਉਣ, ਬੋਲਣ, ਰਿੜਨ ਤੇ 3 ਤਾਂ ਤੁਰੰਤ ਸਿੱਖ ਕੇ ਉਹਨਾਂ 7 ਅਣਸਾਂ ਦੇ ਮਾਪਿਆਂ ਨੂੰ ਔਤਰੇ ਕਰਕੇ ਛੱਡ ਗਏ। ਇਹ ਕੀ ਖੇਡ ਬਣਾਈ ਆ ਕਿਸੇ ਨੇ। ਬਿਸ਼ਨਾ ਪਿਆ ਇੱਕ ਵਾਰ ਫੇਰ ਉੱਚੀ ਸਾਰੀ ਬੋਲਿਆ ਤੇ ਬਿੰਦਕ ਪਿੱਛੋਂ ਉਹਦੀਆਂ ਅੱਖਾਂ ਮਿਚ ਗਈਆਂ। ਅਗਲੇ ਦਿਨ ਨਾ ਬਿਸ਼ਨੇ ਨੇ ਰੋਟੀ ਖਾਧੀ, ਨਾ ਹੀ ਕੰਮ ਕਰਨ ਨੂੰ ਉਹਦਾ ਜੀ ਕੀਤਾ। ਸਾਰਾ ਦਿਨ ਕੋਠੜੀ ਦੇ ਅੰਦਰ ਪਿਆ ਰਿਹਾ ਤੇ ਆਥਣੇ ਉੱਠ ਕੇ ਬਾਹਰ ਨੂੰ ਤੁਰ ਪਿਆ। ਬਸਤੀ ਦੇ ਬਾਰ-ਬਾਰ ਦੀ ਹੋ ਕੇ ਉਹ ਗੱਡੀ ਦੀ ਲੀਹੋਂ ਪਾਰ ਖਟੀਕਾਂ ਦੀ ਬਸਤੀ ਦੇ ਢੱਠੇ ਖੋਲਿਆਂ ਵੱਲ ਤੁਰਿਆ ਗਿਆ। ਲੀਹੋਂ ਰਾਰ ਮੰਡੀ ਦੀਆਂ ਗਲੀਆਂ 'ਚ ਕਿਤੇ ਬਿਜਲੀ ਦਾ ਚਾਨਣ ਸੀ ਪਰ ਬਸਤੀ ਵੱਲ ਹਨੇਰ ਘੁੱਪ ਸੀ, ਨਾ ਬਿਜਲੀ ਨਾ ਦੀਵਿਆਂ ਦਾ ਚਾਨਣ। ਕਿਉਂ ਬਈ ਇੱਥੇ ਕੋਈ ਹੇਤੀਆ ਮੁਨੀਮ ਵੀ ਰਹਿੰਦਾ? ਇੱਕ ਨਵੇਂ ਬੂਹਿਆਂ ਵਾਲੀ ਕੋਠੜੀ ਅੱਗੇ ਖੜੋਤੇ ਬੰਦੇ ਨੂੰ ਬਿਸ਼ਨੇ ਨੇ ਪੁੱਛਿਆ। ਉਹ ਹਨੇਰੇ ਕਰਕੇ ਵਧੇਰੇ ਭਾਰਾ ਤੇ ਕਾਲਾ ਲੱਗਦਾ ਸੀ। ਹੇਤੀਆ ਮੁਨੀਮ? ਹਨੇਰੇ 'ਚ ਘੂਰ ਕੇ ਝਾਕਦਿਆਂ ਬੰਦਾ ਘੱਗੀ ਆਵਾਜ਼ 'ਚ ਬੋਲਿਆ, ਇੱਕ ਦਲਾਲ ਤੋਂ ਰਹਿੰਦਾ ਹੈ ਨਾ ਤੂੰ ਉਸਕਾ ਪਤਿਆ ਕੋਨੀ ਹੋ ਸਾਹਮਣੇ ਠੋਰੇ ਕੀ ਕੋਠੜੀ ਭੀਤਰ ਰਹਿੰਦਾ ਹੈ। ਬਿਸ਼ਨਾ ਉਹਦੇ ਹੱਥ ਦੀ ਸੈਨਤ ਵਾਲੇ ਪਾਸੇ ਤੁਰ ਪਿਆ। 20 ਗਜ ਗਾਂ ਉੱਕਾ ਉਜਾੜ ਹਾਤਾ ਉਹਨੂੰ ਦਿਸਿਆ। ਉਹਦੇ ਖੁੱਲੇ ਬੂਹੇ ਨੂੰ ਬਾਂਸਾਂ ਦਾ ਪੁਰਾਣਾ ਖਿੜਕ ਲੱਗਿਆ ਸੀ ਜਿਹਦਾ ਇੱਕ ਪਾਸਾ ਟੇਢਾ ਹੋਣ ਕਰਕੇ ਲਕਵੇ ਦੇ ਮਾਰੇ ਬੰਦੇ ਦੇ ਜਬਾੜੇ ਵਾਂਗ ਦਿਸਦਾ ਸੀ। ਹਾਤਾ ਘੁਮਾ ਥਾਂ 'ਚ ਖਿਲਰਿਆ ਹੋਇਆ ਸੀ ਤੇ ਉਹਦੇ ਇੱਕ ਖੂੰਜੇ ਪਿੱਲੀਆਂ ਇੱਟਾਂ ਦੀ ਕੋਠੜੀ ਜੋ ਅਸਲ 'ਚ ਝੁੱਗੀ ਸੀ ਪਈ ਲੱਗਦੀ ਸੀ ਤੇ ਅੰਦਰ ਦੀਵਾ ਵੀ ਟਿਮਕੀ ਜਾਂਦਾ ਸੀ। ਖਿੜਕ ਪਾਸੇ ਹਟਾ ਕੇ ਜਦੋਂ ਅੰਦਰ ਲੰਘਿਆ ਤਾਂ ਉਹਨੂੰ ਇੰਜ ਲੱਗਿਆ ਜਿਵੇਂ ਉਹ ਭੂਤਾਂ ਦੇ ਘਰ ਅੰਦਰ ਆ ਵੜਿਆ ਹੋਵੇ। ਮੀਆਂ ਨਾਲ ਆਸੇ-ਪਾਸੇ ਘਾਹ, ਇੱਟ ਸਿੱਟ, ਪਖੜਾ ਕਿੰਨਾ ਹੀ ਕੁਝ ਉੱਗਿਆ ਹੋਇਆ ਸੀ ਤੇ ਇੱਕ ਕੰਧ ਨਾਲ ਨਿੱਕੀਆਂ ਬੇਰੀਆਂ, ਕਿੱਕਰਾਂ, ਅੱਕ ਤੇ ਹੋਰ ਝਾੜ ਬਰੂਟ ਉੱਗੇ ਸੀ। ਹੇਤਾ? ਬਿਸ਼ਨੇ ਨੇ ਕੋਠੜੀ ਤੋਂ ਉਰੇ ਉੱਚੀ ਦੇਣੇ ਆਵਾਜ਼ ਮਾਰੀ ਪਰ ਅੰਦਰੋਂ ਕੋਈ ਨਾ ਬੋਲਿਆ। ਹੇਤੀਆ ਸੇਠ? ਉਹਨੇ ਦੂਜਾ ਬੋਲ ਮਾਰਿਆ। ਦੀਵੇ ਦੇ ਚਾਨਣੇ ਮੰਜੇ ਉੱਤੇ ਉਹਨੂੰ ਕੁਝ ਹਿਲਦਾ ਜਾਪਿਆ ਪਰ ਆਵਾਜ਼ ਫੇਰ ਵੀ ਕੋਈ ਨਾ ਆਈ। ਉਹ ਹੇਤੀਆ? ਐਤਕੀ ਅੰਦਰੋਂ ਇਉਂ ਸੁਣਾਈ ਦਿੱਤਾ ਜਿਵੇਂ ਕਿਸੇ ਬਿਮਾਰ ਨਿਆਣੇ ਨੇ ਹੁੰਗਰ ਮਾਰੀ ਹੋਵੇ। ਬਿਸ਼ਨਾ ਹੁਣ ਕੋਠੜੀ ਦੇ ਬੂਹੇ ਅੱਗੇ ਆ ਖੜਾ ਸੀ। ਨਿਉਂ ਕੇ ਅੰਦਰ ਝਾਤੀ ਮਾਰਦਿਆਂ ਬਿਸ਼ਨੇ ਨੇ ਅੰਦਰ ਹੌਲੀ ਦੇਣੇ ਜਦੋਂ ਚੌਥਾ ਬੋਲ ਮਾਰਿਆ ਤਾਂ ਮੰਜੀ ਉੱਤੇ ਬੈਠਾ ਹੇਤੀਆ ਆਪਣੀ ਇੱਕੋ ਅੱਖ ਨਾਲ ਭਵਤਰਿਆ ਇਉਂ ਝਾਕਦਾ ਰਹਿ ਗਿਆ ਜਿਵੇਂ ਉਹਦੇ ਔਸਾਨ ਮਾਰੇ ਗਏ ਹੋਣ। ਉਹ ਕੀ ਗੱਲ ਸ਼ਾਹ, ਬੋਲਦਾ ਨਹੀਂ? ਮੇਰਾ ਤਾਂ ਆਵਾਜ਼ਾਂ ਮਾਰ ਸੰਗ ਬਹਿ ਗਿਆ। ਕੌਣ? ਬਿਸਨਾ ਸਹਿ ਕੇ? ਮਰਨੋਂ ਆਵਾਜ਼ ਨਾਲ ਹੇਤੀਆ ਇਉਂ ਬੋਲਿਆ ਜਿਵੇਂ ਸੰਘੇ ਨਿਕਲਦੀ ਆਵਾਜ਼ ਕਿਤੇ ਅੜਤੀ ਹੋਵੇ। ਆਹੋ। ਬਿਸ਼ਨੇ ਨੇ ਉਹਦੇ ਵੱਲ ਗੌਰ ਨਾਲ ਝਾਕਦਿਆਂ ਕੁਝ ਹੱਸ ਕੇ ਕਿਹਾ। ਉਹ ਮੈਂ ਤਾਂ ਬਿਸ਼ਨਾ ਹੀ ਹਾਂ ਪਰ ਤੂੰ ਕੀ ਹੈ? ਥੋੜਾ ਉੱਚਾ ਬੋਲ, ਮੰਨੇ ਸੁਣਦਾ ਨਹੀਂ। ਕਿਉਂ? ਹੇਤੀਏ ਦੀ ਮੰਜੀ ਤੇ ਪੁਆਂਦੀ ਬਹਿੰਦਿਆਂ ਬਿਸ਼ਨਾ ਉੱਚੀ ਬੋਲਿਆ। ਬੋਲਾ ਹੋ ਗਿਆ? ਹਾਂ।
हेतीए ने मुस्कुराउण दा यतन कीता ते बोलिया, बोला अंधा लूला लंगड़ा सब किमी हो गया, इब तो बिस्ना बस इब तो एक का कसर से। ते बोलदियां रुक के खिचਵੇਂ ਸਾਹ ਲੈਣ ਲੱਗ ਪਿਆ, ਜਿਵੇਂ ਹਫ ਗਿਆ ਹੋਵੇ। ਬਿਸ਼ਨੇ ਨੇ ਦੀਵੇ ਦੇ ਚਾਨਣੇ ਹੋਰ ਧਿਆਨ ਨਾਲ ਵੇਖਿਆ। ਉਹਦੀ ਖੱਬੀ ਅੱਖ ਬਿਲਕੁਲ ਖੁੱਤ ਹੋਈ ਪਈ ਸੀ, ਦੰਦੋਂ ਸਖਣਾ ਮੂੰਹ ਵਾਲੇ ਵਾਂਗ ਅੱਡਿਆ ਗਿਆ ਸੀ। ਗੱਲਾਂ ਦੇ ਡੂੰਘੇ ਟੋਇਆਂ ਤੇ ਮੱਥੇ ਉੱਤੇ ਇੰਨੀਆਂ ਵਧੇਰੇ ਝੁਰੜੀਆਂ ਪੈ ਗਈਆਂ ਸੀ ਕਿ ਇੱਕ ਉਂਗਲ ਮਾਸ ਵੀ ਕਿਤੇ ਸਾਫ਼ ਨਹੀਂ ਸੀ ਦਿਸਦਾ। ਸੱਜੀ ਅੱਖ ਵਿੱਚੋਂ ਪਾਣੀ ਵਗੀ ਜਾਂਦਾ ਸੀ। ਧੌਣ, ਕੂਣੀਆਂ, ਪਿੰਜੜੀਆਂ ਦਾ ਮਾਸ ਪਿਲਪਿਲਾ ਹੋ ਕੇ ਢਿਲਕਿਆ ਸੀ, ਹੱਡਾਂ ਨਾਲੋਂ ਅੱਡ ਦਾ ਅੱਡ ਹੀ ਲਮਕਦਾ ਸੀ। ਤੂੰ ਤਾਂ ਹੇਤਰਾਮਾ ਉਹੀ ਬਸ ਜਾਣੀ ਕੀ ਹੋ ਗਿਆ ਤੈਨੂੰ ਐਡੀ ਛੇਤੀ, ਬਿਸ਼ਨੇ ਨੇ ਚਿੰਤਾ ਨਾਲ ਕਿਹਾ। ਹੋਰ ਕੇ, ਹੇਤੀਏ ਨੇ ਨੰਗੇ ਪਿੰਡੇ ਤੇ ਮੈਲੀ ਧੋਤੀ ਦਾ ਪੱਲਾ ਫੇਰਦਿਆਂ ਹੋਰ ਹੀ ਮਰਨਾਊ ਆਵਾਜ਼ ਨਾਲ ਆਖਿਆ, ਹੁਣ ਤੋਂ ਬਿਸਨਾ ਬਸ ਬਿਦ ਮਾਤਾ ਕੇ ਲਿਖੇ ਦੁੱਖੇ ਭੋਗ ਰਹੇ ਸਾਂ ਔਰ ਜੂਨ ਜਾਨ ਤੋਂ ਕੇਸ ਹੈ। ਬਿਸ਼ਨਾ ਬਿੰਦਕ ਚੁੱਪ ਕੀਤਾ, ਉਹਦੇ ਵੱਲ ਝਾਕਦਾ ਰਿਹਾ, ਫਿਰ ਬੋਲਿਆ, ਕੀ ਗੱਲ ਇੱਥੇ ਰੋਹੀ 'ਚ ਕਿਉਂ ਆ ਬੈਠਾ? ਮੰਡੀ 'ਚ ਕੋਈ ਕੋਠੜੀ ਨਾ ਥੇ ਆਈ? मंडी में तो बिसना आग लग रही इससे किराया ने। तै सियाणा काम धंधा तो अब हुंदा कोनी, पीसा कित्थों लियाऊं? सच में तो बातां में लग गया, ले चा करूं? हेतिया कुब्बा जिहा हो के लूलियां वांग हत्थां आसरे अपने करंग होए शरीर नूं घड़ीसदा मंजी दी बाही उत्तों हेठां नूं घसरदियां कुਝ ता नाल बोलिया, होर तै सुणा इब कै हाल से? ਭਰਜਾਈ ਦਾ ਕੀ ਹਾਲ ਸੇ? ਕਿੱਥੇ ਤੂੰ ਰਹਿੰਦਾ? ਕਿੱਥੋਂ ਆਇਆ? ਅੱਜ ਮਾਰਾ ਘਰ ਕਿਵੇਂ ਯਾਦ ਆਇਆ? ਪਤਾ ਨਹੀਂ ਹੇਤੀਆ ਕੀ ਬੋਲੀ ਗਿਆ। ਬਿਸ਼ਨੇ ਨੂੰ ਸਮਝ ਨਹੀਂ ਪਈ। ਉਹ ਬਸ ਉਹਨੂੰ ਮੰਜੀ ਉੱਤੋਂ ਘਸਰ ਕੇ ਉਤਰਦਿਆਂ ਤੇ ਸਵਾਰ ਨਾਲ ਭਰੇ ਇੱਟਾਂ ਦੇ ਚੁੱਲ੍ਹੇ ਵੱਲ ਨੂੰ ਹੌਲੀ ਹੌਲੀ ਖਿਸਕਦਿਆਂ ਵੇਂਦਾ ਰਿਹਾ। ਉਹਨੂੰ ਇਹ ਵੀ ਵਿਸਰ ਗਿਆ ਸੀ ਕਿ ਉਹਨੇ ਹੇਤੀਏ ਨੂੰ ਚਾਹ ਧਰਨੋਂ ਵਰਜਣਾ ਸੀ। ਚੁੱਲ੍ਹੇ ਕੋਲ ਬਹਿ ਕੇ ਜਦੋਂ ਹੇਤੀਆ ਇੱਕ ਸੱਕ ਨਾਲ ਸੁਆਹ ਫਰੋਲਦਿਆਂ ਔਖੀ ਜਿਹੀ ਆਵਾਜ਼ 'ਚ ਆਪ ਮੁਹਾਰਾ ਹੀ ਬੋਲੀ ਜਾਂਦਾ ਸੀ ਤਾਂ ਉਹਨੂੰ ਅੱਜ ਵੀ ਸਭੇ ਕੁਝ ਉਵੇਂ ਲੱਗਦਾ ਸੀ ਜਿਵੇਂ ਮੰਡੀ ਹੁੰਦਿਆਂ ਪਹਿਲਾਂ ਉਹਨੇ ਹੇਤੀਏ ਦੀ ਕੋਠੜੀ 'ਚ ਵੇਖਿਆ ਸੀ। ਵੇਂਦਿਆਂ ਜਦੋਂ ਇੱਟਾਂ ਦੀ ਵਿਰਲ ਵਿੱਚ ਫਸਾਈ ਇੱਕ ਕਿੱਲੀ ਉੱਤੇ ਟੰਗੀ ਚੰਮ ਦੀ ਉਹ ਕੁੱਪੀ ਬਿਸ਼ਨੇ ਨੇ ਵੇਖੀ ਜਿਸ 'ਚ ਹੇਤੀਏ ਦੀ ਰਸਾਇਣ ਸੀ ਤਾਂ ਅਣਵਾਸੀ ਉਹਦੀ ਹਾਸੀ ਨਿਕਲ ਗਈ। ਹੇਤਰਾਮਾ, ਉਹਨੇ ਉੱਚਾ ਹੀ ਸੁਣਾ ਕੇ ਕਿਹਾ, ਆ ਤੇਰੀ ਰਸਾਇਣ ਅਜੇ ਬਣੀ ਨਹੀਂ ਕਿ? ਯਾ ਬੈਠਿਆਂ ਔਖਾ ਜਿਹਾ ਹੋ ਕੇ ਭੌਂਦਿਆਂ ਪਹਿਲਾਂ ਉਹਨੇ ਕੰਧ ਨਾਲ ਟੰਗੀ ਕੁੱਪੀ ਵੱਲ ਤੇ ਫਿਰ ਬਿਸ਼ਨੇ ਦੇ ਮੂੰਹ ਵੱਲ ਵੇਖਿਆ ਤੇ ਨੀਵੀਂ ਪਾ ਕੇ ਖੰਘਦਿਆਂ ਚੜੇ ਸਾਹ ਨਾਲ ਬੋਲਿਆ, ਯੋ ਬਿਸ਼ਨਸਿਆ ਬਸ ਹੁਣ ਬਣੂਗੀ, ਥੋੜੀ ਸੀ ਕਸਰ ਹੈ। ਜੇ ਤੇਰੀ ਕਿਰਪਾ ਤੇ 2-4 ਸਾਲ ਔਰ ਭਗਵਾਨ ਨੇ ਜ਼ਿੰਦਗੀ ਦਈ ਤੇ ਬਿਸ਼ਨਾ ਕੁਝ ਹੱਸਿਆ ਪਰ ਹੇਤੀਏ ਨੂੰ ਉਹਦੀ ਹਾਸੀ ਨਹੀਂ ਸੁਣੀ। ਉਹ ਚੁੱਲ੍ਹੇ 'ਚੋਂ ਸੁਆਹ ਕੱਢਦਾ ਬੋਲਦਾ ਰਿਹਾ, ਮੁੜ ਸੱਕ ਡੱਕੇ ਛਿਟੀਆਂ ਧਰ ਫੂਕਾਂ ਮਾਰਦਾ ਰਿਹਾ ਪਰ ਅੱਗ ਚੰਗੀ ਤਰ੍ਹਾਂ ਨਹੀਂ ਸੀ ਮੱਚਦੀ। ਉਹ ਜਿਵੇਂ ਨਿਆਣਿਆਂ ਵਾਂਗ ਪਹਿਲਾਂ ਅੱਗ ਮਚਣ ਪਿੱਛੋਂ ਕਾਲੀ ਪਤੀਲੀ ਨਾਲ ਖੇਡ ਲੱਗਿਆ ਰਿਹਾ। ਕੁਚਰ ਪਿੱਛੋਂ ਜਦ ਕੌਲੀਆਂ 'ਚ ਪਾ ਕੇ ਦੋਏ ਚਾਹ ਪੀਣ ਲੱਗੇ ਤਾਂ ਹੇਤੀਏ ਨੂੰ ਦੁਹਰਾ ਕੇ ਬਿਸ਼ਨੇ ਤੋਂ ਸਾਰੀਆਂ ਗੱਲਾਂ ਪੁੱਛੀਆਂ। ਬਿਸ਼ਨੇ ਨੇ ਮੰਡੀ ਛੱਡਣ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਹੋਈਆਂ ਬੀਤੀਆਂ ਨੂੰ ਸੰਖੇਪ 'ਚ ਦੱਸਦੀਆਂ। ਬਿਸ਼ਨ ਸਿੰਘ ਆਪਣੀ ਸਿੱਜਲ ਅੱਖ ਨੂੰ ਟਿਕਾ ਕੇ ਬਿਸ਼ਨੇ ਵੱਲ ਸਿੱਧਾ ਝਾਕਦਿਆਂ ਤੇ ਪੋਪਲਾ ਨੱਕ ਪੂੰਝਦਿਆਂ ਹੇਤੀਆ ਬੋਲਿਆ, ਜੋ ਮਾਨਸ ਪਾਪੀ ਸੈ ਉਨਕਾ ਪਾਪ ਛੇਤੀ ਫਲ ਜਾਂਦਾ ਹੈ और वह सोचा है भगवान मारा क्या बिगाड़ सके, पर बिश्ना पापी आदमी बच को नहीं सके, कभी भी बच नहीं सके। या तू मेरे ते स्टाम पर लिखा ले, पाप का अंत बुरा ही होएगा। जद कदे बुरा ए बुरा और पापी लोग नरक कुंड चो में पड़ेंगे, जरूर पड़ेंगे। तैं यह बात पक्की समझ। एडे जोर नाल हेतीए ने गल आखी कि ਉਹਦੀ ਸੁੱਕੀ ਦਮੇ ਖਾਦੀ ਹਿੱਕ ਚੋਂ ਇੱਕ ਅਜੀਬ ਘਰਰ ਦੀ ਆਵਾਜ਼ ਨਿਕਲੀ ਤੇ ਬਿਸ਼ਨੇ ਨੇ ਛੇਤੀ ਦੇਣੇ ਹੇਤੀਏ ਦੇ ਮੂੰਹ ਵੱਲ ਵੇਖਿਆ। ਉਹਦੇ ਓਪਲੇ ਕੋਡੇ ਵਰਗੇ ਨੱਕ ਦੀ ਬੰਬਲ ਦਾ ਰੰਗ ਸੂਹਾ ਹੋਇਆ ਲੱਗਦਾ ਸੀ। ਸੱਜੀ ਅੱਖ ਦੀ ਡੇਲੀ ਅੱਧ ਮੱਚੇ ਮਸਾਲੇ ਨਾਲ ਜਗਦੇ ਬੈਟਰੀ ਦੇ ਆਂਡੇ ਵਾਂਗ ਬੁਝਦੀ ਲੱਗਦੀ ਸੀ। ਉਹਦੇ ਚਿਹਰੇ ਦੀਆਂ ਸਾਰੀਆਂ ਝੁਰੜੀਆਂ ਸਪੋਲੀਆਂ ਵਾਂਗ ਮੇਲ ਰਹੀਆਂ ਜਾਪਦੀਆਂ ਸੀ। ਬਿੰਦਕ ਚੁੱਪ ਹੋ ਕੇ ਹੇਤੀਏ ਨੇ ਤੱਤੀ ਚਾਹ ਦਾ ਇੱਕ ਵੱਡਾ ਸਾਰਾ ਸੜਾਕਾ ਮਾਰਿਆ। ਕੌਲੀ ਖਾਲੀ ਕਰਕੇ ਹੇਠ ਧਰਦਿਆਂ ਉਸੇ ਰੌਣ 'ਚ ਆਪਣੀਆਂ ਵਿੰਗ ਤੜਿੰਗੀਆਂ ਉਂਗਲਾਂ ਹਿਲਾਉਂਦਿਆਂ ਕਿਹਾ, ਇਹ ਜੋ ਮਾਰੇ ਜਿਸੇ ਗਰੀਬ ਲੋਕਾਂ ਕਾ ਲਹੂ ਚੂਸਦੇ ਨਾ, ਇਹ ਬੜੇ ਸੇਠ ਲਾਲੇ ਇਹਨਾਂ ने एक दिन भगवान ने जो नरक के कीड़े बना के गंद में नहीं घेरिया तो मन्ने कहिए।
या बिस्ना बिस्ना पापी के मारने तो पाप आप ही महाबली से। मातड़ा की हवा इन्होंने छोड़न को नहीं लगियां, या सब कुत्तियां की मौत मरेंगे। हाँ, कुत्तियां की मौत। बिश्ने ਨੂੰ ਸਿਰਫ ਹੇਤੀਏ ਦੇ ਚਿਹਰੇ ਉੱਤੇ ਕੰਬਦੀਆਂ ਮੇਲ ਦੀਆਂ ਝੁਰੜੀਆਂ ਤੇ ਅੱਖ ਦੀ ਡੇਲੀ ਦਿਸ ਰਹੀ ਸੀ। ਉਹਨੂੰ ਉਹਦੀ ਕੋਈ ਗੱਲ ਸਮਝ ਹੀ ਨਹੀਂ ਪੈਂਦੀ ਸੀ ਤੇ ਨਾ ਉਹਦਾ ਇਹਨਾਂ ਵੱਲ ਧਿਆਨ ਸੀ। ਹੇਤੀਆ ਸ਼ਾਇਦ ਚਾਹ ਪੀਤੀ ਕਰਕੇ ਏਡੇ ਤਾਰ ਨਾਲ ਬੋਲ ਰਿਹਾ ਸੀ ਕਿ ਕਿੰਨਾ ਚਿਰ ਨਾ ਉਹਨੂੰ ਖੰਘ ਚਿੜੀ ਤੇ ਨਾ ਹੀ ਸਾਹ ਚੜਿਆ। ਹੋਰ ਕੁਝ ਚਿਰ ਪਿੱਛੋਂ ਜਦੋਂ ਬਿਸ਼ਨਾ ਹੇਤੀਏ ਕੋਲੋਂ ਉਹਦੀਆਂ ਗੱਲਾਂ ਸੁਣ ਕੇ ਵਾਪਸ ਪਰਤ ਰਿਹਾ ਸੀ ਤਾਂ ਹੇਤੀਏ ਦੇ ਚਿਹਰੇ ਦੀਆਂ ਝੁਰੜੀਆਂ ਤੇ ਉਹਦੀ ਅੱਖ ਦੀ ਡੇਲੀ ਅਜੇ ਵੀ ਪ੍ਰਤੱਖ ਦਿਖਾਈ ਦੇ ਰਹੀ ਸੀ। ਉਹਦੀ ਮਰਨਾਊ ਆਵਾਜ਼ ਵਿੱਚ ਆਈ ਕੰਬਣੀ ਤਾ ਤੇ ਚਿਹਰੇ ਦੇ ਸਾਰੇ ਉਤਰਾ ਚੜਾ ਜਿਵੇਂ ਮੁੜ ਉਹਦੀਆਂ ਅੱਖਾਂ ਸਾਹਮਣੇ ਆ ਰਹੇ ਸਨ ਤੇ ਹੇਤੀਆ ਉਹਨੂੰ ਪਰਛਾਵੇਂ ਵਾਂਗ ਆਪਣੇ ਨਾਲ ਤੁਰਿਆ ਆਉਂਦਾ ਲੱਗਦਾ ਸੀ। ਲੀਓਂ ਪਾਰ ਲੰਘਦਿਆਂ ਉਹਨੇ ਨਿਗਾਹ ਉੱਚੀ ਕਰਕੇ ਬਿਜਲੀ ਦੇ ਖੰਭੇ ਵੱਲ ਵੇਖਿਆ। ਨਿੰਮਾ ਜਗਦਾ ਲਾਟੂ ਹੇਤੀਏ ਦੀ ਸੱਜੀ ਅੱਖ ਵਰਗਾ ਦਿਸਿਆ। ਫਿਰ ਉਸ ਸਾਹਮਣੇ ਦੂਰ ਤਾਈਂ ਖਿਲਰੀ ਲੁੱਕ ਵਾਲੀ ਸੜਕ ਦੇ ਉਹਦੇ ਦੋਹੀਂ ਪਾਸੇ ਨਵੀਆਂ ਪੁਰਾਣੀਆਂ ਹੱਟੀਆਂ ਵੱਲ ਵੇਖਿਆ। ਇਹਨਾਂ ਚੋਂ ਕਿਸੇ ਦੀ ਵੀ ਪਛਾਣ ਨਾ ਆਈ। ਬਾਜ਼ਾਰ ਦੇ ਵਿਚਾਲੇ ਕਰਕੇ ਮੰਜਿਆਂ ਉੱਤੇ ਚਿੱਟੀਆਂ ਚਾਦਰਾਂ ਵਿਛਾ ਕੇ ਗੋਗੜਾਂ ਕੱਢੀ ਬੈਠੇ ਕਈ ਸੇਠ ਕਿਤੋਂ ਬਾਹਰੋਂ ਆਏ ਬੰਦੇ ਜਾਪੇ। ਉਹ ਹੇਠੋਂ ਉੱਤੇ ਤਾਈਂ ਆਸੀ ਪਾਸੀ ਹਰ ਸ਼ੈ ਵੱਲ ਘੂਰ ਵਹਿੰਦਾ ਇਉਂ ਬਾਜ਼ਾਰੋਂ ਲੰਘ ਰਿਹਾ ਸੀ ਜਿਵੇਂ ਕਿਸੇ ਅਸਲੋਂ ਉੱਪਰੇ ਦੇਸ਼ 'ਚ ਫਿਰਦਾ ਹੋਵੇ, ਜਿੱਥੇ ਉਹਨੂੰ ਕਾਸੇ ਦੀ ਵੀ ਪਛਾਣ ਨਾ ਆ ਰਹੀ ਹੋਵੇ। ਬਾਜ਼ਾਰ ਦੇ ਅੱਧ ਵਿਚਾਲੇ ਜਾ ਕੇ ਬਿਸ਼ਨੇ ਨੇ ਪਿਛਾਂ ਭੌਂ ਕੇ ਲੰਘੇ ਬਾਜ਼ਾਰ ਵੱਲ ਨਿਗਾਹ ਮਾਰੀ ਤੇ ਉਹਨੂੰ ਚਾਹੁੰਦੀ ਲੱਗੀ। ਉੱਥੇ ਖੜੋ ਕੇ ਅੱਖਾਂ ਮਲੀਆਂ ਤੇ ਬਿੰਦਕ ਚਾਰ ਚੁਫੇਰੇ ਉੱਪਰੀ ਨਿਗਾਹ ਨਾਲ ਝਾਕਦਿਆਂ ਵੱਡੀਆਂ ਦੁਕਾਨਾਂ ਵੱਲ ਵੇਂਦਾ ਰਿਹਾ। ਬਿਸਨੇ ਕੇ ਇੱਕ ਬਰੀਕ ਜੀ ਕਾਲੀ ਆਵਾਜ਼ ਉਹਨੇ ਸੁਣੀ ਤੇ ਅੱਖਾਂ ਝਮਕਦਿਆਂ ਖੱਬੇ ਪਾਸੇ ਬੈਠੇ ਡੱਠੇ ਮੰਜਿਆਂ ਵੱਲ ਵੇਖਿਆ। ਮਖਿਆ ਬਿਸਨਾ? ਆਹੋ। ਤਿੱਖੇ ਚਾਨਣ ਤੋਂ ਅੱਖਾਂ ਉੱਤੇ ਹੱਥ ਦੀ ਓਟ ਕਰਕੇ ਉਹਨੇ ਗੌਰ ਨਾਲ ਮੰਜਿਆਂ ਵੱਲ ਤੱਕਦਿਆਂ ਕਿਹਾ, ਤੂੰ ਕਿਹੜਾ? ਮੈਂ ਠੋਲਾ ਮੱਲ, ਕਾਲੀ ਆਵਾਜ਼ ਨੇ ਉੱਤਰ ਦਿੱਤਾ। ਆ ਬੈਠ ਉਰੇ ਆ ਜਾ, ਹੋਰ ਤਾਂ ਸਰੀਰ ਤਕੜਾ ਹੈ। ਬਿਸਨੇ ਨੇ ਮੰਜੇ ਦੇ ਨੇੜੇ ਹੋ ਕੇ ਠੋਲੇ ਵੱਲ ਵੇਖਿਆ। ਉਹ ਮੰਜੇ ਉੱਤੇ ਪੰਥੀ ਮਾਰੀ ਗੰਜੇ ਸਿਰ ਦੇ ਪਾਸੀ ਰਹਿੰਦੇ ਮੁੱਠਕੋ ਵਾਲ ਖਿਲਾਰੀ, ਇੱਕ ਹੱਥ ਦੀਆਂ ਉਂਗਲਾਂ ਲੰਮੀ ਦਾੜੀ ਦੇ ਸੰਘਣੇ ਵਾਲਾਂ ਵਿੱਚ ਤੇ ਦੂਜਾ ਹੱਥ ਪੋਲਾ ਨੰਗੇ ਢਿੱਡ ਤੇ ਫੇਰ ਰਿਹਾ ਸੀ। ਬਰੀਕ ਮਲਮਲ ਦੀ ਚਿੱਟੀ ਧੋਤੀ ਦਾ ਮੰਜੇ ਤੋਂ ਹੇਠ ਲਮਕਦਾ ਪੱਲਾ ਹੁਣੇ ਰੁਮਕੀ ਹਵਾ ਨਾਲ ਹੌਲੀ ਉੱਡ ਰਿਹਾ ਸੀ। ਮੰਜੇ ਉੱਤੇ ਵਿਛੀ ਚਿੱਟੀ ਚਾਦਰ ਨੂੰ ਕਿੱਧਰੋਂ ਜਿਵੇਂ ਚੌਂ ਨਹੀਂ ਸੀ ਲੱਗਿਆ, ਪਰ ਬਿਸ਼ਨੇ ਨੂੰ ਉਹਦੀ ਅਜੇ ਵੀ ਪੂਰੀ ਪਛਾਣ ਨਹੀਂ ਸੀ ਆਈ। ਅਗਾਂਹ ਹੋ ਕੇ ਜਦੋਂ ਮੰਜੇ ਤੇ ਬੈਠਣ ਨੂੰ ਔਲਿਆ ਤਾਂ ਠੋਲੇ ਨੇ ਪੈਂਦਾ ਵੱਲੋਂ ਚਾਦਰ ਖਿੱਚ ਕੇ ਇਕੱਠੀ ਕਰਦਿਆਂ ਕਿਹਾ, ਬਹਿ ਜਾ ਸੂਤ ਹੋ ਕੇ ਬਹਿ ਜਾ। ਹੋਰ ਤਾਂ ਮਹਿਣ ਤਕੜਾ, ਦਿਆਕੁਰ ਦਾ ਕੀ ਹਾਲ ਆ? ਸਭ ਤੇਰੀ ਮਿਹਰਬਾਨੀ ਹੈ, ਬਿਸ਼ਨੇ ਨੇ ਖੜੇ ਖੜੋਤਿਆਂ ਐਡੀ ਰੁੱਖੀ ਤਰ੍ਹਾਂ ਆਖਿਆ ਕਿ ਠੋਲਾ ਡੌਰ ਭਰ ਅੱਖਾਂ ਨਾਲ ਉਹਦੇ ਵੱਲ ਕੁਝ ਹੈਰਾਨੀ ਨਾਲ ਝਾਕਿਆ। ਫਿਰ ਬਿਸ਼ਨੇ ਨੇ ਆਪਣੀਆਂ ਤੇਜ਼ ਸੱਪ ਵਾਂਗ ਲਿਸ਼ਕਦੀਆਂ ਅੱਖਾਂ ਨਾਲ ਠੋਲੇ ਦੇ ਭਰਵੇਂ ਸੂਹੇ ਮੂੰਹ, ਭਾਰੀ ਹਿੱਕ, ਵਧੇ ਢਿੱਡ ਤੇ ਉਹਦੀ ਮਲਮਲ ਦੀ ਬਰੀਕ ਧੋਤੀ ਵੱਲ ਉੱਤੋਂ ਹੇਠ ਤਾਈਂ ਇਉਂ ਵੇਖਿਆ ਜਿਵੇਂ ਉਹਦੇ ਲੂੰ ਨੂੰ ਆਪਣੀ ਨਿਗਾਹ ਨਾਲ ਵਿੰਨ ਰਿਹਾ ਹੋਵੇ। ਇੰਜ ਝਾਕਦਿਆਂ ਉਹਦਾ ਚਿਹਰਾ ਪੱਥਰ ਬਣ ਗਿਆ ਸੀ। ਨਕਸ਼ਾਂ ਉੱਤੇ ਕੋਈ ਉਤਰਾ ਚੜਾ ਨਹੀਂ ਸੀ ਦਿਸਿਆ। ਕਿੰਨਾ ਚਿਰ ਉਹਨੇ ਅੱਖਾਂ ਵੀ ਨਾ ਝਮਕੀਆਂ। ਜੇਠਲਾ ਪੱਖੀ ਫੜਾ, ਠੋਲੇ ਨੇ ਨਿਗਾਹ ਆਸੇ ਪਾਸੇ ਭੁਆ ਕੇ ਕਿਹਾ ਤੇ ਛੇਤੀ ਦੇਣੇ ਪੱਲੇਦਾਰ ਕੋਲੋਂ ਪੱਖੀ ਫੜ ਕੇ ਝੱਲਣ ਲੱਗ ਪਿਆ। ਫਿਰ ਇੱਕ ਪਾਸੇ ਮੂੰਹ ਫੇਰ ਕੇ ਧੌਣ ਨੂੰ ਛੇਤੀ ਝੱਲ ਮਾਰਦਿਆਂ ਬੋਲਿਆ, ਅੱਜ ਤੱਕ ਗਰਮੀ ਵਾਲੀ ਹੱਦ ਹੋਈ ਪਈ ਹੈ, ਇੰਨੀ ਗਰਮੀ। ਬਿਸ਼ਨਾ ਹੋਰ ਕੋਈ ਸ਼ਬਦ ਬੋਲੇ ਬਿਨਾਂ ਤੁਰਨ ਲੱਗਿਆ। ਉਵੇਂ ਚੁੱਭਵੀਆਂ ਨਜ਼ਰਾਂ ਨਾਲ ਠੋਲੇ ਦੇ ਨਾਲ ਦੇ ਮੰਜਿਆਂ ਉੱਤੇ ਪਏ ਉਹਦੇ ਭਰਾਵਾਂ ਦੇ ਤੇ ਮੁੰਡਿਆਂ ਵੱਲ ਵੇਖਿਆ ਤੇ ਖੰਗੂਰਾ ਮਾਰ ਕੇ ਤੁਰ ਪਿਆ। ਬਸ ਉੱਠ ਚੱਲਿਆ, ਠੋਲੇ ਨੇ ਆਪਣੀ ਸਧਾਰਨ ਕਾਲੀ ਆਵਾਜ਼ ਨਾਲੋਂ ਵੀ ਵਧੇਰੇ ਕਾਲੀ ਬੋਲਦਿਆਂ ਕਿਹਾ। ਬੈਠ। ਬਸ ਮਿਹਰ ਹੈ ਤੇਰੀ ਸੇਠਾ। ਬਿਸ਼ਨੇ ਦੇ ਮੂੰਹ 'ਚੋਂ ਸ਼ਬਦਾਂ ਦੀ ਥਾਂ ਜਿਵੇਂ ਅੱਗ ਦਾ ਭਾਂਬੜ ਨਿਕਲਿਆ ਤੇ ਉਹਦਾ ਮੂੰਹ ਅੰਦਰੋਂ ਉੱਠ ਖਲੋਤਾ। ਫਿਰ ਇੱਕ ਵੀ ਸ਼ਬਦ ਉਹਦੇ ਮੂੰਹੋਂ ਨਾ ਨਿਕਲਿਆ ਤੇ ਬਲਦੀਆਂ ਅੱਖਾਂ ਨਾਲ ਠੋਲੇ ਵੱਲ ਝਾਕਦਾ ਤੁਰ ਪਿਆ। ਉਸ ਰਾਤ ਬਿਸ਼ਨੇ ਨੇ ਕਈ ਵਾਰ ਮੰਜੀ ਕੋਠੜੀ ਦੇ ਬਾਹਰ ਟਾਈ, ਕਈ ਵਾਰ ਅੰਦਰ, ਪਰ ਨਾ ਅੰਦਰ ਨੀਂਦ ਆਈ ਨਾ ਬਾਹਰ। ਸਾਰੀ ਰਾਤ ਅੱਖਾਂ 'ਚ ਹੀ ਲੰਘ ਗਈ। ਬੱਤੀ ਵਾਂਗ ਸੌਣ ਦਾ ਮਹੀਨਾ ਮੁੱਕਣ ਵਾਲਾ ਸੀ, ਪਰ ਅਜੇ ਤਾਈਂ ਤਕੜਾ ਮੀਂਹ ਨਹੀਂ ਸੀ ਪਿਆ। ਬੱਦਲ ਹੁੰਦੇ ਫੇਰ ਖਿੰਡ ਜਾਂਦੇ। ਕੱਲ ਤੋਂ ਫੇਰ ਤਿੱਤਰ ਖੰਭੀ ਖਿਲਰੀ ਹੋਈ ਸੀ, ਪਰ ਅਜੇ ਤਾਈਂ ਮੀਂਹ ਦਾ ਕੋਈ ਰੱਥ ਨਹੀਂ ਸੀ ਦਿਸਦਾ। ਪਿੰਡਾਂ ਤੇ ਮੰਡੀ ਵਿੱਚ ਲੋਕਾਂ ਨੇ
ਕੱਲ ਤੇ ਪਰਸੋਂ ਜੱਗ ਵੀ ਕੀਤੇ, ਪਰ ਬਿਸ਼ਨੇ ਨੂੰ ਅਜੇ ਇਸ ਗੱਲ ਦਾ ਪਤਾ ਵੀ ਨਹੀਂ ਸੀ। 2 ਦਿਨ ਹੋ ਗਏ ਉਹ ਕੋਠੜੀ ਅੰਦਰੋਂ ਨਹੀਂ ਸੀ ਨਿਕਲਿਆ। ਸਾਰਾ ਦਿਨ ਜਾਂ ਪਿਆ ਰਹਿੰਦਾ ਜਾਂ ਬੈਠਾ ਰਹਿੰਦਾ। ਤਾਪ ਵੀ ਨਹੀਂ ਸੀ ਚੜਿਆ, ਪਰ ਪਿੰਡੇ 'ਚੋਂ ਭੱਠ ਵਾਂਗ ਸੇਕ ਮਾਰਦਾ ਸੀ। 2 ਦਿਨ ਉਹ ਰਾਤ ਨੂੰ ਵੀ ਅੰਦਰ ਹੀ ਸੁੱਤਾ ਸੀ। ਕੰਮ ਦਾ ਜ਼ੋਰ ਹੋਣ ਕਰਕੇ ਭਗਤਾ ਤੇ ਕਾਲਾ ਦਿਨ ਰਾਤ ਇੱਕ ਕਰੀ ਰੱਖਦੇ। ਉਹਨਾਂ ਨੂੰ ਸਿਰ ਖੁਰਕਣ ਦੀ ਵੇਲ ਨਹੀਂ ਸੀ। ਮਾਘੀ ਸਕੂਲਾਂ 'ਚ ਛੁੱਟੀਆਂ ਹੋਣ ਕਰਕੇ ਉਹਨਾਂ ਨਾਲ ਮਾੜਾ ਮੋਟਾ ਕੰਮ ਕਰਾਉਂਦਾ ਸੀ। ਬਹੁਤਾ ਅਵਾਰਾਗਰਦੀ ਕਰਦਾ ਸੀ। ਕਈ ਦਿਨਾਂ ਤੋਂ ਬਿਸ਼ਨੇ ਨੂੰ ਰੋਟੀ ਵੀ ਉਹੀ ਦੇ ਕੇ ਜਾਂਦਾ ਸੀ, ਪਰ ਅੱਜ ਉਹ ਵੀ ਨਹੀਂ ਸੀ ਆਇਆ। ਅੱਧਾ ਕੁ ਪੈਰ ਦਿਨ ਖੜੇ ਦੱਖਣ ਵਾਲੇ ਪਾਸਿਓਂ ਕਾਲੀ ਬੋਲੀ ਹਨੇਰੀ ਆਈ ਤੇ ਉਹਨੇ ਘਰ ਦੀਆਂ ਕੰਧਾਂ ਵੀ ਹਿਲਾਤੀਆਂ, ਛੱਪਰ ਉਡਾ ਦਿੱਤੇ ਤੇ ਅੱਧਾ ਪੌਣਾ ਘੰਟਾ ਬੰਦ ਬੂਹਿਆਂ ਵਿੱਚੋਂ ਦੀ ਭਿਆਨਕ ਸ਼ੂਕਰਾਂ ਸੁਣ ਨਿਆਣੇ ਡਰਦੇ ਰਹੇ। ਇਹਦੇ ਨਾਲ ਹੀ ਮੋਟੀਆਂ ਕਣੀਆਂ ਦਾ ਮੀਂਹ ਲੈ ਪਿਆ ਤੇ ਦਿਨ ਛਿਪਣੋਂ ਪਹਿਲਾਂ ਚਾਰੇ ਪਾਸੇ ਜਲ ਥਲ ਹੋ ਗਿਆ। ਗਲੀਆਂ ਬਾਜ਼ਾਰਾਂ ਵਿੱਚ ਪਾਣੀ ਨਾਲਿਆਂ ਵਾਂਗ ਵਗਣ ਲੱਗ ਪਿਆ। ਤੱਤੀ ਰੁੱਖੀ ਹਵਾ ਠਰ ਗਈ। ਬੱਦਲਾਂ ਕਰਕੇ ਦਿਨ ਢਲਦਿਆਂ ਹੀ ਸੰਘਣਾ ਹਨੇਰਾ ਹੋਣ ਲੱਗ ਪਿਆ। ਬਿਸ਼ਨੇ ਨੇ ਦੀਵਾ ਬਾਲਿਆ ਤੇ ਉਹਨੂੰ ਜਾਪਿਆ ਉਹਦੇ ਪਿੰਡੇ ਦੀ ਤਪਸ਼ ਘਟ ਗਈ ਸੀ। ਕੋਠੜੀ ਦੇ ਬੂਹੇ 'ਚੋਂ ਆਉਂਦੇ ਠੰਡੀ ਹਵਾ ਦੇ ਸਿੱਧੇ ਫਰਾਟੇ ਕਦੇ-ਕਦੇ ਲੂੰ ਕੰਡਾ ਖੜਾ ਕਰ ਦਿੰਦੇ, ਪਰ ਉਹਨੇ ਕੁੜਤਾ ਫੇਰ ਵੀ ਨਾ ਪਾਇਆ। ਕੱਪੜਾ ਪਿੰਡੇ ਨਾਲ ਛੁਆਇਆ ਵੀ ਜਿਵੇਂ ਅਲਕਤ ਆਉਂਦੀ ਸੀ ਤੇ ਅਜੇ ਵੀ ਲੱਗਦਾ ਸੀ ਕਿ ਪਿੰਡੇ ਨਾਲ ਕੁਝ ਲੱਗਣ ਸਾਰ ਲੂੰ ਉਵੇਂ ਬਲਣ ਲੱਗ ਪਏਗਾ। ਤੇੜ ਬੰਨੇ ਖੱਦਰ ਦੇ ਮੂਕੇ ਤੋਂ ਬਿਨਾਂ ਉਹਦੇ ਤਨ ਤੇ ਕੋਈ ਕੱਪੜਾ ਨਹੀਂ ਸੀ। ਦੀਵਾ ਬਾਲ ਕੇ ਉਹ ਗੋਡਿਆਂ ਦੁਆਲੇ ਕੰਘੀ ਪਾਈ ਮੰਜੀ ਤੇ ਬੈਠਾ ਹਨੇਰੀ ਗਲੀ ਵੱਲ ਵਗਦੇ ਪਾਣੀ 'ਚ ਡਿੱਗਦੀਆਂ ਕਣੀਆਂ ਦਾ ਖੜਾਕ ਸੁਣਦਿਆਂ ਨਿਗਾਹ ਗੱਡ ਕੇ ਝਾਕੀ ਗਿਆ। ਅੱਖਾਂ ਨਾਲ ਉਹਨੂੰ ਨਾ ਹੀ ਕੁਝ ਦਿਸਦਾ ਸੀ ਤੇ ਨਾ ਹੀ ਸੁਣਦਾ ਸੀ। ਸੰਘਣੇ ਹਨੇਰੇ ਤੇ ਕਈ ਉੱਚੀਆਂ ਨੀਵੀਆਂ ਆਵਾਜ਼ਾਂ ਦੇ ਅਸਪਸ਼ਟ ਰੌਲੇ ਨਾਲ ਸਿਰ ਭਾਰਾ ਹੋਇਆ ਜਾਪਦਾ ਸੀ। ਬੈਠਿਆਂ ਉਹਨੂੰ ਚਾਨਚੱਕ ਬੂਹੇ 'ਚੋਂ ਇੱਕ ਕਾਲੇ ਆਕਾਰ ਦਾ ਝੋਲਾ ਪਿਆ। ਉਹ ਅੱਖਾਂ ਝਮਕ ਕੇ ਧਿਆਨ ਨਾਲ ਵੇਖਣ ਲੱਗ ਪਿਆ। ਪਰਛਾਵਾਂ ਹਿੱਲ ਕੇ ਗਾਂਹ ਹੋਇਆ ਤੇ ਉਹਦੇ ਮੰਜੇ ਵੱਲ ਵਧਿਆ। ਬੜੀ ਓਪਰੀ ਜੀ ਸ਼ਕਲ ਸੀ। ਨੰਗ ਧੜੰਗਾ ਪਿੰਡਾ, ਤੇੜ ਵੱਡੀ ਸਾਰੀ ਢਿਲਕਵੀਂ ਕੱਛ ਤੇ ਸਿਰ ਉੱਤੇ ਇੱਕ ਗਠੜੀ ਜਿਹੀ ਧਰੀ। ਉਹ ਜਦੋਂ ਗਾਂਹ ਹੋਇਆ ਤਾਂ ਬਿਸ਼ਨੇ ਨੇ ਗੌਰ ਨਾਲ ਉਹਦੇ ਵੱਲ ਵੇਖਿਆ। ਕਿਹੜਾ ਬਈ? ਖੰਗੂਰਾ ਮਾਰ ਕੇ ਸੁਰਤ ਸਿਰ ਹੁੰਦਿਆਂ ਉਹਨੇ ਪੁੱਛਿਆ। ਮੈਂ ਤਾਇਆ ਮਾਘੀ। ਅੱਛਾ। ਬਿਸ਼ਨਾ ਗੰਭੀਰ ਹੋ ਗਿਆ। ਤੂੰ ਇਸ ਵੇਲੇ ਕਿੱਧਰੋਂ? ਆਪਾਂ ਆਪਕੇ ਵਾਸਤੇ ਟਿਫਨ ਲਿਆਏ ਆ ਤਾਇਆ ਜੀ। ਰੋਟੀਆਂ ਵਾਲਾ ਪੋਣਾ ਸਿਰੋਂ ਲਾ ਕੇ ਮੰਜੀ ਉੱਤੇ ਧਰਦਿਆਂ ਮਾਘੀ ਪੈਂਦਾ ਉੱਤੇ ਬਹਿੰਦਿਆਂ ਥਿੜਕਵੀਂ ਆਵਾਜ਼ ਨਾਲ ਬੋਲਿਆ। ਸੱਚ ਤਾਇਆ ਜੀ, ਅੱਜ ਤਾਂ ਬੜੀ ਰੇਣ ਪੈ ਰਹੀ ਹੈ। मौसम लिवली है, जानी अच्छा है। तो आपका की आइडिया है? बिशने ने ਅੱਖਾਂ ਸੁੰਗੜਾ ਕੇ ਕੁਝ ਮੁਸਕਰਾਉਂਦਿਆਂ ਮਾਘੀ ਦੇ ਮੂੰਹ ਵੱਲ ਗੌਰ ਨਾਲ ਵੇਖਿਆ। ਉਹਦੀ ਸ਼ਰਾਰਤੀ ਅੱਖਾਂ ਚੰਗਿਆੜਿਆਂ ਵਾਂਗ ਦਗਦੀਆਂ ਲੱਗੀਆਂ, ਪਰ ਦੀਵੇ ਦਾ ਚਾਨਣ ਪਿੱਛੇ ਹੋਣ ਕਰਕੇ ਸਾਰਾ ਮੁਹਾਂਦਰਾ ਨਾ ਦਿਸਿਆ। ਪਹਿਲਾਂ ਦੀਵਾ ਇਸ ਕੰਧ ਵਾਲੀ ਫੱਟੀ ਤੇ ਰੱਖ, ਬਿਸ਼ਨੇ ਨੇ ਕਿਹਾ। ਮਾਘੀ ਮੋਢੇ ਛੰਡਦਿਆਂ ਬੁੱਲ ਟੇਰ ਕੇ ਦੀਵਾ ਆਪਣੇ ਸੱਜੇ ਹੱਥ ਲੱਗੀ ਫੱਟੀ ਤੇ ਰੱਖ ਕੇ ਮੁੜ ਉੱਥੇ ਹੀ ਆ ਬੈਠਾ। ਹੁਣ ਉਹਦੇ ਮੂੰਹ ਤੇ ਚੰਗੀ ਤਰ੍ਹਾਂ ਚਾਨਣ ਪੈ ਰਿਹਾ ਸੀ। ਬਿਸ਼ਨੇ ਨੇ ਉਹਦੇ ਨਕਸ਼ਾਂ ਨੂੰ ਪਰਖਿਆ। ਪਤਲੇ ਲੰਮੇ ਚਿਹਰੇ ਤੇ ਤਿੱਖੇ ਨਕਸ਼ਾਂ ਉੱਤੇ ਚੰਚਲਤਾ ਦੀ ਪਾਣ ਚੜੀ ਹੋਈ ਸੀ। ਹੇਠਲਾ ਬੁੱਲ ਘੁੱਟ ਕੇ ਉਹਨੇ ਦੰਦਾਂ 'ਚ ਦੱਬਿਆ ਹੋਇਆ ਸੀ ਤੇ ਅੱਖਾਂ ਹੋਰੂ ਮਟਕਾਉਂਦਿਆਂ ਬਿਸ਼ਨੇ ਦੀਆਂ ਅੱਖਾਂ 'ਚ ਸਿੱਧਾ ਬਿਨਾਂ ਭੋਰਾ ਵੀ ਸੰਗ ਸੰਗਾ ਤੋਂ ਝਾਕਦਿਆਂ ਡੋਲ ਬੈਠਾ ਰਿਹਾ। ਬਿਸ਼ਨਾ ਵੀ ਕਿੰਨਾ ਚਿਰ ਬੁੱਲਾਂ ਤੇ ਪਲਤੀ ਜੀ ਮੁਸਕਰਾਹਟ ਖਿਲਾਰੀ ਸਿਰ ਤੋਂ ਪੈਰਾਂ ਤਾਈਂ ਉਹਨੂੰ ਵੇਂਦਾ ਰਿਹਾ। ਮਾਘੀ ਦਾ ਛੀਂਟਕਾ ਸਰੀਰ ਟਪੂ ਕਰਦੇ ਅੰਗਾਂ ਨੂੰ ਵੇਂਦਿਆਂ ਉਹਨੂੰ ਆਪਣੀਆਂ ਅੱਖਾਂ 'ਚ ਠੰਡ ਜੀ ਉਤਰਦੀ ਜਾਪੀ। ਤਾਊ ਜੀ, ਮਾਘੀ ਗਾਂਹ ਝੁਕਦਿਆਂ ਬੜੀ ਭੇਦ ਭਰੀ ਮੱਧਮ ਆਵਾਜ਼ 'ਚ ਬੋਲਿਆ। ਜੇ ਹੈ ਸਲਾਹ तो आज तो शर्ती का मौसम है, ठंड है। ਬੁੱਲਾਂ ਨਾਲੋਂ ਮਾਘੀ ਦੀਆਂ ਉਂਗਲਾਂ ਅੱਖਾਂ ਤੇ ਚਿਹਰੇ ਦੇ ਨਕਸ਼ ਵਧੇਰੇ ਗੱਲਾਂ ਕਰਦੇ ਦਿਸਦੇ ਸੀ। ਬਿਸ਼ਨੇ ਨੇ ਅੱਖਾਂ ਉੱਤੇ ਜ਼ੋਰ ਪਾਉਂਦਿਆਂ ਉਹਦੇ ਚਿਹਰੇ ਉੱਤੋਂ ਉਹਦੀ ਗੱਲ ਦਾ ਮਤਲਬ ਸਮਝਣ ਦਾ ਯਤਨ ਕੀਤਾ, ਪਰ ਮਾਘੀ ਉਹਦੇ ਤੌਰ ਵੇਖ ਕੇ ਬਿਸ਼ਨੇ ਦੇ ਮੂੰਹ ਕੋਲ ਹੱਥ ਕਰਕੇ ਚੁਟਕੀ ਵਜਾਉਂਦਿਆਂ ਬੋਲਿਆ। ਇੰਨਾ ਚਿਰ ਲਾਉ, ਇੰਨਾ ਚਿਰ, ਹੁਣ ਕੱਢ ਲਿਆਉਣਾ ਛੂ ਮੰਤਰ ਮਾਰ ਕੇ। ਪਰ ਬਿਸ਼ਨਾ ਅਜੇ ਵੀ ਮਾਘੀ ਦੇ ਚਿਹਰੇ ਵੱਲ ਇਉਂ ਹੈਰਾਨੀ ਨਾਲ ਵੇਖ ਰਿਹਾ ਸੀ ਜਿਵੇਂ ਉਹਦੀ ਪਸ਼ਤੋ ਦੀ ਸਮਝ ਨਾ ਪਈ ਹੋਵੇ। ਤੁਮ ਸਮਝਿਆ ਨਹੀਂ ਤਾਊ? ਮਾਘੀ ਨੇ ਮੂੰਹ ਉਹਦੇ ਮੂੰਹ ਦੇ ਹੋਰ ਨੇੜੇ ਕਰਕੇ ਆਖਿਆ। ਮੇਰਾ ਮਤਲਬ ਹੈ ਰੇਣ ਪੈ ਰਹੀ ਹੈ, ਜਾਨੀ ਬਾਰਿਸ਼ ਹੋ ਰਹੀ ਹੈ, ठंड है, हवा चलती है, कोई दवाई बूटी है हो जे, इब तो समझे ताया साहब के नहीं।
ਬਿਸ਼ਨਾ ਪਹਿਲਾਂ ਮੁਸਕਰਾਇਆ, ਫਿਰ ਮੂੰਹ ਵਿੱਚ ਹੀ ਹੱਸਣ ਲੱਗ ਪਿਆ। ਉਹਦੇ ਨੱਕ ਚੋਂ ਛਣ ਕੇ ਆਉਂਦੀ ਹਾਸੇ ਦੀ ਆਵਾਜ਼ ਮਾਘੀ ਨੂੰ ਉੱਪਰੀ ਜਿਹੀ ਲੱਗੀ ਤੇ ਬਿਸ਼ਨੇ ਵੱਲ ਰਤਾ ਘੂਰ ਕੇ ਝਾਕਿਆ। ਫਿਰ ਨਾਲ ਅੱਖਾਂ ਵਿੱਚ ਉਹ ਪਹਿਲਾਂ ਵਾਲੀ ਸ਼ਰਾਰਤ ਨਾਲ ਬੋਲਿਆ, ਕਿਉਂ ਪੈਂਦੀ ਹੈ ਗੁੱਲੀ ਦਣ? ਬਿਸ਼ਨੇ ਨੇ ਜਿਵੇਂ ਮਾਘੀ ਨੂੰ ਅੱਜ ਹੀ ਪਹਿਲੀ ਵਾਰ ਪਛਾਣਿਆ ਸੀ। ਅੱਜ ਤਾਈਂ ਉਹਨੂੰ ਉਹ 15-16 ਵਰ੍ਹਿਆਂ ਦਾ ਅਲੜ ਅਵਾਰਾਗਰਦ ਤੇ ਅਲੱਥ ਮੁੰਡਾ ਹੀ ਜਾਪਿਆ ਸੀ। ਨਾ ਬਿਸ਼ਨੇ ਨੇ ਉਹਨੂੰ ਕਦੇ ਆਪਣੇ ਨੇੜੇ ਹੋਣ ਦਿੱਤਾ ਸੀ ਤੇ ਨਾ ਮਾਘੀ ਆਪ ਹੀ ਉਹਦੇ ਬਹੁਤਾ ਨੇੜੇ ਆਇਆ ਸੀ। ਪਰ ਹੁਣ ਇੱਕਦਮ ਹੀ ਬਿਸ਼ਨੇ ਨੂੰ ਇਉਂ ਲੱਗਣ ਲੱਗ ਪਿਆ ਜਿਵੇਂ ਮਾਘੀ 'ਚ ਅੱਧੀ ਰੂਹ ਉਹਦੀ ਆਪਣੀ ਸੀ। ਬੂਟੀ? ਬਿਸ਼ਨੇ ਨੇ ਚਿਹਰੇ ਤੇ ਹੈਰਾਨੀ ਲਿਆ ਕੇ ਪੁੱਛਿਆ। ਉਹ ਕੀ ਹੁੰਦੀ ਆ ਓਏ? ਜਿਹਨੂੰ ਪੀ ਕੇ 10 ਕਪਾਟ ਖੁੱਲ ਜਾਣੀ। ਉਹ ਬੂਟੀ ਹੋਤੀ ਹੈ ਤਾਇਆ ਜੀ, शिव जी की बूटी। लिया तो सही है, वेखिए किहो जी हुंदी है। लियावां? एकदम टपूसी मार के मंजे तो उठदियां माघी ने कहा ते फिर कोडा हो के दूरा हुंदियां एक बार होर बिशने दे मूँह कोल मूँह करके हौली देने बोलिया, सच्ची लियावां ताया? ओ लिया। बिशने ने सिर हिलाउंदियां गंभीर आवाज़ च ओहदियां अखां च सीधा तकदियां कहा। माघी मेमने वांग इक्को थबूका मार के बूहों बाहर हो गया ते अजे बिशने ने इस बारे कुछ सोचिया भी नहीं सी जदों माघी कच्छ दे पहुंचे च बोतल लकोई अंदर आ वड़िया। देखता आ पैंदा उत्ते उवें आके बहंदियां लाल रंग दी बोतल बिशने दे कोल करके झटकदियां उन्हें खिड़ी आवाज़ च कहा, तू जरा तरारा देखता आ, ऐसी तमाचा चीज़ है बस की पुछदा है। बिशने ने बोतल माघी दे हत्थों फड़ लई ते ओहदे वाले ताड़ के वेख्या कि माघी ने तरबक के पहला मूँह पिछां पवा लिया, फिर छेती देने उठ के कोठड़ी दा बूहा अड़ाउण लग पिया। पर जदों बूहे दा कुंडा अड़ा के मुड़ बिशने दे सामने आ बैठा तो ओहदियां अखां च मुलायमी ते होठां उत्ते मुस्कुराहट वेख के फिर अपनी चंचल रौन च आउंदियां बोलिया, क्यों ताया है पहले तोड़दी कि नहीं? बस चीज़ है एक नंबर। बिशने ने मीचे मूँह नाल हुंगारा भरिया ते बोतल पावे नाल ला के रखदियां बोलिया, पर बच्चू जे हुणे तो तेरा ये हाल है तां उमर किवें लंघू? माघी ने ताड़ लिया सी कि बिशने दे बोल चों सख्ती हुण नहीं सी। ਜਿਹੜੀ ਕੋਲੋਂ ਕੁਝ ਡਰਦਾ ਤੇ ਕੁਝ ਘਿਰਨਾ ਕਰਦਾ ਉਹ ਬਿਸ਼ਨੇ ਤੋਂ ਅੱਜ ਤਾਈਂ ਦੂਰ ਰਿਹਾ ਸੀ। ਉਮਰ ਆਪਾਂ ਤਾਇਆ ਸਾਹਿਬ ਕਰਨੀ ਕੀ ਹੈ? ਹੋ ਐਸ਼ ਕਰੋ, ਬੁੱਲੇ ਲੁੱਟੋ, ਮਰ ਜਾਓ। ਜੇ 4 ਦਿਨ ਅੱਗੋਂ ਪਿੱਛੋਂ ਵੀ ਆਦਮੀ ਮਰ ਜੇ ਤਾਂ ਕੋਈ ਫਰਕ ਪੜਦਾ ਹੈ ਭਲਾ ਤਾਇਆ ਸਾਹਿਬ? ਉਹ ਨਿਝੱਕ ਹੋ ਕੇ ਬੋਲਿਆ। ਬਿਸ਼ਨੇ ਦੀਆਂ ਅੱਖਾਂ ਜਿਵੇਂ ਖੜੋ ਗਈਆਂ। ਉਹਨੂੰ ਸੁਪਨੇ 'ਚ ਵੀ ਖਿਆਲ ਨਹੀਂ ਸੀ ਕਿ ਅਲੱਥ ਮੁੰਡਾ ਅਜਿਹੀਆਂ ਅਜੀਬ ਗੱਲਾਂ ਵੀ ਕਰ ਸਕਦਾ ਹੈ। ਖਾਸਾ ਚਿਰ ਉਹਨੂੰ ਕੋਈ ਹੋਰ ਗੱਲ ਨਾ ਉੜੀ। ਸਾਡੇ ਇੱਕ ਮਾਸਟਰ ਹੈ ਤਾਇਆ ਸਾਹਿਬ, ਮਾਘੀ ਨੇ ਹੱਥ ਦੀ ਸੈਨਤ ਜੀ ਕਰਦਿਆਂ ਕਿਹਾ। ਉਹ ਬਹੁਤ ਹੀ ਵਾਈਜ਼ ਮਤਲਬ ਸਿਆਣਾ ਹੈ। ਉਹ ਕਹਿੰਦਾ ਬਸ ਕੁਛ ਕਰੋ। ਇਹਦੇ ਨਾਲ ਹੀ ਉਹਨੇ ਚੀਚੀ ਦੇ ਫੁੱਲ ਉੱਤੇ ਅੰਗੂਠਾ ਰੱਖਿਆ ਤੇ ਗਿਣ ਕੇ ਬੋਲਦਾ ਹੈ, ਚਾਹੇ ਕੰਮ ਕਰੋ, ਚਾਹੇ ਸ਼ਰਾਰਤ ਕਰੋ, ਚਾਹੇ ਪੜੋ, ਚਾਹੇ ਖੇਡੋ, ਚਾਹੇ ਰਾਜੇ मतलब अजकल दे वजीर वजूर बनो, चाहे चपड़ास पुणे का काम करो, चाहे वड्डे वड्डे लश्कर दिओ ते चाहे कुत्ते खस्सी करो, पर जो करो जनाब ओदियां धूड़ां पट दिओ। ऐं करा पैड़ा कर दे तुर जाओ कि मगरों दुनिया थोड़ा ना लै कर याद करती फिरे। हैं जी? बिंद को माघी रुकिया ते बिशने दे चेहरे दी हैरानी ताड़ के फिर बोलन लग पिया। हमारा वो मास्टर कहता है ताऊ साहब कि 100-200 साल बोड़े मुंह से दलिया खा के ढिलकिया मांस ऐसे पले चिब्बड़ की माफक लमका के अंधे लूले हो के गोडे घसीटते हुए मरन दा की फायदा जनाब? बस वो कहता है ऐस दीवे की माफक मच्चो, चानन करो, सजाखे अन्या को अंदर बाहर की चीज बस्त दिखाओ और बुझ जाओ। क्या लोड़ है थल्ले के मैले तेल ते सड़ी बत्ती में तड़के तक के दिन को भी दुखी जाने की? कोई लोड़ नहीं। ऐसे मत दुखो, बस मचो, लाटां से मचो, गैस की माफक शू करके। ते शू करदियां माघी ने जदों अपने बुल ठूठी दे किनारियां वांग बाहर नूं कड्ढे तां हुण ताईं ओहदियां गल्लां नाल कीले बिशने ने दे गंभीर बने चेहरे उत्ते आपे मुस्कुराहट आ गई। माघी सच्ची ਉਹਨੂੰ कोई शै जापण लग पिया। ਜਿਹੜੀਆਂ ਗੱਲਾਂ ਉਹ ਸ਼ਰਾਰਤ ਨਾਲ ਸੁਤੇ ਸੁਭਾਈ ਹੱਥਾਂ ਦੀਆਂ ਅਜੀਬ ਸੈਨਤਾਂ ਨਾਲ ਅੱਖਾਂ ਮਟਕਾ ਕਰ ਰਿਹਾ ਸੀ, ਉਹ ਬਿਸ਼ਨੇ ਨੇ ਅੱਜ ਤਾਈਂ ਬੂਟੇ, ਪਰਜਾ ਮੰਡਲੀਏ ਤੇ ਰਾਮੇ ਕਾਲੀ ਵਰਗੇ ਸਿਆਣੇ ਬੰਦਿਆਂ ਦੇ ਮੂੰਹੋਂ ਵੀ ਨਹੀਂ ਸੀ ਸੁਣੀਆਂ। ਨਾ ਹੀ ਅੱਜ ਤਾਈਂ ਉਹਨੂੰ ਅਜਿਹੀ ਕੋਈ ਗੱਲ ਆ ਪੌੜੀ ਸੀ। ਉਹ ਸੁਣ ਕੇ ਸੁੰਨ ਹੋਈ ਜਾਂਦਾ ਸੀ ਤੇ ਮਾਘੀ ਨੇ ਸ਼ਾਇਦ ਘੁੱਟ ਪੀਤੀ ਹੋਈ ਸੀ
ਜੋ ਉਹਨੂੰ ਪਲੋ ਪਲੀ ਚੜ੍ਹਦੀ ਜਾਂਦੀ ਸੀ, ਜਾਂ ਖਬਰੇ ਗੱਲਾਂ ਦਾ ਨਸ਼ਾ ਹੋ ਜਾਂਦਾ ਸੀ ਕਿ ਪਹਿਲੀ ਨਾਲੋਂ ਦੂਜੀ ਗੱਲ ਵਧੇਰੇ ਜ਼ੋਰ ਨਾਲ ਬੋਲਦਾ ਸੀ। ਇਹ ਕਿਹੜਾ ਮਾਸਟਰ ਹੈ ਜਿਹਨੇ ਤੈਨੂੰ ਇਹੋ ਜਿਹਾ ਵੇਦ ਸ਼ਾਸਤਰ ਪੜ੍ਹਾਇਆ? ਬਿਸ਼ਨੇ ਨੇ ਹੈਰਾਨੀ ਨਾਲ ਪੁੱਛਿਆ। ਉਹ ਮਾਗੀ ਮੰਜੇ ਤੋਂ ਬੁੜਕ ਕੇ ਬੋਲਿਆ, ਉਹ ਤਾਇਆ ਸਾਹਿਬ ਬੜੀ ਚੀਜ਼ ਹੈ, ਬਹੁਤ ਬੜਾ ਬੰਦਾ ਹੈ। ਉਹ ਤੁਹਾਨੂੰ ਇਹਨਾਂ ਗੱਲਾਂ ਦੀ ਪੜ੍ਹਾਈ ਕਰਾਉਂਦਾ? ਪੜ੍ਹਾਈ ਤਾਂ ਉਹ ਐਸੀ ਵੈਸੀ ਕਰਾਉਂਦਾ ਹੈ, ਉਹ ਐਸੀਆਂ ਜੈਸੀਆਂ ਗੱਲਾਂ ਸਾਨੂੰ ਬਹੁਤ ਦੱਸਦਾ ਹੈ। ਸਾਨੂੰ ਵੀ ਸਵਾਦ ਆਉਂਦਾ ਸੁਣ ਕੇ, ਜਿਵੇਂ ਤੈਨੂੰ ਆਇਆ ਕਿ ਨਹੀਂ? ਬਿਸ਼ਨਾ ਬੋਲਿਆ ਕੁਛ ਨਾ, ਪਰ ਉਹਨੇ ਨੀਵੀਂ ਪਾ ਲਈ। ਸਵਾਦ ਉਹਨੂੰ ਸੱਚੀ ਆਇਆ ਸੀ, ਪਰ ਮਾਗੀ ਵਰਗੇ ਛੋਰ ਨੂੰ ਦੱਸਣਾ ਉਹਨੂੰ ਆਪਣੀ ਹੇਠੀ ਲੱਗੀ। ਹੁਣ ਫਿਰ ਤਾਊ ਸਾਹਿਬ ਪੇਕ ਲੱਗੇ? ਅੱਖਾਂ 'ਚ ਨਿਰੀ ਸ਼ਰਾਰਤ ਭਰ ਕੇ ਹੱਥ ਜੋੜਦਿਆਂ ਤੇ ਝੁੱਕ ਕੇ ਬਿਸ਼ਨੇ ਦੇ ਗੋਡਿਆਂ ਨਾਲ ਮੱਥਾ ਜੋੜਦਿਆਂ ਮਾਗੀ ਬੋਲਿਆ, प्रसाद आपके शिष्यों को मिले, माई का नाम तेरा ही आसरा, हे बूटी माता तेरे नाम, तेरा मेरा भला। ਇਹ ਕਹਿੰਦਿਆਂ ਮਾਗੀ ਨੇ ਪਾਵੇ ਕੋਲ ਪਈ ਬੋਤਲ ਚੱਕੀ, ਇੱਕੋ ਗੇੜੇ ਨਾਲ ਉਹਦਾ ਢੱਕਣ ਖੋਲਤਾ। ਢੱਕਣ ਖੁੱਲਣ ਸਾਰ ਨਸ਼ੀਲੀ ਹਵਾੜ ਬਿਸ਼ਨੇ ਦੀਆਂ ਨਾਸਾਂ ਨੂੰ ਚੜੀ ਤੇ ਉਹਨੂੰ ਧੁੜ-ਧੁੜੀ ਆ ਗਈ। ਬਸ ਪਰ ਮਾਗੀ ਨੇ ਬੋਤਲ ਨੱਕ ਦੇ ਕੋਲ ਕਰਕੇ ਸਾਰੇ ਜ਼ੋਰ ਦੀ ਸਾਹ ਖਿੱਚਿਆ। ਅੱਖਾਂ ਮੀਚ ਕੇ ਜਦੋਂ ਆਹਾ ਕਰਦਿਆਂ ਮੂੰਹ ਛੱਤ ਵੱਲ ਚੁੱਕ ਕੇ ਖੱਬਾ ਹੱਥ ਗਵੰਤਰੀਆਂ ਵਾਂਗ ਤਾਂ ਲਾਰਿਆ ਤਾਂ ਬਿਸ਼ਨੇ ਨੂੰ ਜਿਵੇਂ ਆਪ ਨਸ਼ਾ ਚੜਨ ਲੱਗ ਪਿਆ। ਮਾਗੀ ਨੇ ਆਪਣੀ ਖਾਕੀ ਨਿੱਕਰ ਦੀ ਜੇਬ ਚੋਂ ਨਿੱਕੀ ਜਿਹੀ ਗਲਾਸੀ ਕੱਢੀ, ਅੱਖ ਦੇ ਫੋਰ 'ਚ ਭਰ ਲਈ, ਫਿਰ ਬਿਸ਼ਨੇ ਵੱਲ ਵਧਾਉਂਦਿਆਂ ਬੋਲਿਆ, ਭੋਗ ਲਾਓ ਤਾਊ ਸਾਹਿਬ। ਬਿਸ਼ਨੇ ਨੇ ਪਹਿਲਾਂ ਗਲਾਸੀ ਵੱਲ ਤੇ ਫਿਰ ਮਾਗੀ ਦੇ ਮੂੰਹ ਵੱਲ ਵੇਖਿਆ ਤੇ ਮੁਸਕਰਾ ਕੇ ਗਲਾਸੀ ਫੜ ਲਈ। ਬਿਨਾਂ ਸੋਚਿਆ ਅੱਖਾਂ ਮੀਟ ਕੇ ਪੀ ਗਿਆ। ਜਦੋਂ ਖਾਲੀ ਗਲਾਸੀ ਬੁੱਲਾਂ ਨਾਲੋਂ ਲਾਈ ਤਾਂ ਮਾਗੀ ਨੇ ਪਾਣੀ ਕਰਦਿਆਂ ਹੱਥ 'ਚ ਫੜੀ ਪਾਣੀ ਵਾਲੀ ਗੜਵੀ ਤੌੜੇ ਕੋਲੋਂ ਭੱਜ ਕੇ ਚੁੱਕ ਲਿਆਂਦੀ ਤੇ ਪਾਣੀ ਗਲਾਸੀ 'ਚ ਪਾ ਦਿੱਤਾ। ਮਾਗੀ ਦਾ ਛੋਹ ਵੇਖ ਕੇ ਬਿਸ਼ਨੇ ਦੇ ਚਿਹਰੇ ਤੇ ਪਲਾਤਾ ਜਿਹਾ ਖੁਸ਼ੀ ਦਾ ਪ੍ਰਭਾਵ ਉਗੜਿਆ, ਪਰ ਸ਼ਰਾਬ ਦੀ ਕੁੜੱਤਣ ਵਿੱਚ ਹੀ ਗੁਆਚ ਗਿਆ। ਇੱਕੋ ਘੁੱਟ 'ਚ ਪੀ ਕੇ ਉਹਨੇ ਗਲਾਸੀ ਗਾਂਹ ਕਰਤੀ। ਮਾਗੀ ਨੇ ਇੱਕ ਮੰਤਰ ਜਿਹਾ ਪੜ੍ਹਦਿਆਂ ਉਹਨੂੰ ਮੂੰਹ ਤਾਈਂ ਫੇਰ ਭਰ ਲਿਆ। ਦੀਵੇ ਦੇ ਚਾਨਣ ਕਰਕੇ ਗੌਰ ਨਾਲ ਵੇਖਿਆ ਤੇ ਉਹਦੀਆਂ ਅੱਖਾਂ ਇੱਕ ਵਾਰ ਚੰਗਿਆੜਿਆਂ ਵਾਂਗ ਲਿਸ਼ਕੀਆਂ। ਪਤਲੀਆਂ ਸੂਈਆਂ ਬੁੱਲੀਆਂ ਉੱਤੇ ਸਰੂਰ ਭਿੱਜੀ ਸ਼ਰਾਰਤੀ ਮੁਸਕਾਨ ਖੇਡਣ ਲੱਗ ਪਈ। ਹੌਲੀ ਗਲਾਸੀ ਨੂੰ ਮੂੰਹ ਦੇ ਨੇੜੇ ਲਿਆਉਂਦਿਆਂ ਉਹਦੇ ਕਿਨਾਰੇ ਚੁੰਮ ਕੇ ਬਾਂਹ ਤਾਂ ਕਰਦਿਆਂ ਜਿਵੇਂ ਉਛਾਲਿਆ, ਫਿਰ ਅੱਖਾਂ ਮੀਚ ਕੇ ਜ਼ੋਰ ਨਾਲ ਲੰਮਾ ਸਾਹ ਇੰਝ ਖਿੱਚਿਆ ਜਿਵੇਂ ਗੁਲਾਬ ਦਾ ਫੁੱਲ ਸੁੰਘਦਾ ਹੋਵੇ ਤੇ ਅੱਖ ਦੇ ਫੋਰ 'ਚ 2 ਘੁੱਟਾਂ 'ਚ ਸਾਰੀ ਗਲਾਸੀ ਸੜਾ ਗਿਆ। ਆਹਾ ਕਹਿੰਦਿਆਂ ਇੱਕ ਵਾਰ ਫਿਰ ਉਹਨੇ ਅੱਖਾਂ ਮੀਟ ਕੇ ਖਾਲੀ ਗਲਾਸੀ ਹਵਾ 'ਚ ਉਲਾਰੀ ਤੇ ਦੂਜਾ ਹੱਥ ਨੰਗੀ ਹਿੱਕ ਉੱਤੇ ਧਰ ਕੇ ਬੋਲਿਆ, आपका सीत प्रसाद छक के ताया साहब सुर्ख के झूठे आ गए, बस 10 द्वारा के कपाट ही खुल गए समझो, और अंदर हुन जोतां ही जग रही हैं लट सट करके इस दीवे की माफक। बिशना कुछ ताड़ के ਉਹਦੇ ਵੱਲ ਝਾਕਣ ਲੱਗ ਪਿਆ। ਉਹਦੇ ਸਿਰ ਨੂੰ ਚੜ੍ਹਦੇ ਸ਼ਰਾਬ ਦੇ ਸਰੂਰ ਕਰਕੇ ਜਾਪਦਾ ਸੀ ਜਿਵੇਂ ਹੁਣ ਆਪਣੇ ਸਾਹਮਣੇ ਬੈਠੇ ਆਪਣੇ ਇਸ ਸ਼ਰਾਬੀ ਭਤੀਜੇ ਬਾਰੇ ਸੋਚ ਸਕਦਾ ਸੀ। ਫਿਰ ਵੀ ਅਜੇ ਉਹਨੂੰ ਸਮਝ ਨਹੀਂ ਸੀ ਪੈਂਦੀ ਕਿ ਉਹਦੀਆਂ ਨਿੱਤ ਦੇ ਸ਼ਰਾਬੀਆਂ ਦੇ ਵੈਲੀਆਂ ਵਰਗੀਆਂ ਕੋਈ ਇਹ ਹਰਕਤਾਂ ਉਹਨੂੰ ਭੈੜੀਆਂ ਲੱਗਦੀਆਂ ਸਨ ਜਾਂ ਨਹੀਂ। ਤਾਇਆ ਜੀ ਇੱਕ ਪੇਗ ਹੋਰ, ਫਿਰ ਆਪਾਂ ਤੋਤੇ ਬਣ ਕੇ ਅੱਛੀਆਂ ਬਾਤਾਂ ਕਰਾਂਗੇ, ਅੰਗਰੇਜ਼ ਲੋਕਾਂ ਕੀ ਮਾਫਕ। ਕਹਿੰਦਿਆਂ ਮਾਗੀ ਗਲਾਸ 'ਚ ਸ਼ਰਾਬ ਫੇਰ ਪਾਉਣ ਲੱਗ ਪਿਆ ਤੇ ਉਂਗਲ ਕੂਣੀ ਰੱਖ ਕੇ ਪਾਣੀ ਨਾਲ ਭਰਦਿਆਂ ਬਿਸ਼ਨੇ ਵੱਲ ਵਧਾਉਂਦਿਆਂ ਬੋਲਿਆ, ਛਕੋ, ਫਿਰ ਆਪ ਨੂੰ ਹਮ ਇੱਕ ਐਸੀ ਨਸ਼ੇਦਾਰ ਹੀ ਕਵਿਤਾ ਸੁਣਾਏਂਗੇ। ਬਿਸ਼ਨੇ ਨੂੰ ਅਜੇ ਵੀ ਉਹਨੇ ਸੋਚਣ ਦਾ ਵਕਤ ਨਹੀਂ ਸੀ ਦਿੱਤਾ। ਉਹਨੇ ਚੁੱਪ ਕਰਕੇ ਗਲਾਸੀ ਫੜੀ। ਪੀਣ ਸਾਰ ਉਹਨੂੰ ਜਾਪਿਆ ਜਿਵੇਂ ਅੰਦਰ ਗਈ ਸਾਰੀ ਸ਼ਰਾਬ ਦਾ ਧੂੰਆਂ ਬਣ ਕੇ ਸਿਰ ਨੂੰ ਚੜਨ ਲੱਗ ਪਿਆ ਹੋਵੇ। ਆਹਾ ਮਾਗੀ ਨੇ ਬਿਸ਼ਨੇ ਤੋਂ ਗਲਾਸੀ ਫੜ ਕੇ ਭਰਦਿਆਂ ਕਿਹਾ, ਹੁਣ ਆਪਾਂ ਤਾਇਆ ਸਾਹਿਬ ਪਿਆਲੇ ਕੇ ਸੀਰੀ ਹੋ ਗਏ, अब ਆਪਾਂ ਬੁੱਕਲਾਂ ਖੋਲੀਏ, ਬਾਤ ਠੀਕ ਹੈ ਨਾ, ਆਲਰਾਈਟ ਹੈ ਨਾ ਤਾਊ ਸਾਹਿਬ। ਬੋਲਦਿਆਂ ਮਾਗੀ ਨੇ ਦੂਜੀ ਗਲਾਸੀ ਪੀ ਲਈ ਤੇ ਬੋਤਲ ਦੇ ਗਲ ਉੱਤੇ ਮੁੱਧੀ ਮਾਰ ਕੇ ਬੋਤਲ ਭੁੰਜੇ ਰੱਖਤੀ। ਪੰਥੀ ਮਾਰ ਕੇ ਮੰਜੇ ਤੇ ਜੱਚ ਕੇ ਬਹਿ ਗਿਆ। ਦੋਹਾਂ ਗੋਡਿਆਂ ਉੱਤੇ ਹੱਥ ਇਉਂ ਰੱਖ ਲਿਆ ਜਿਵੇਂ ਕਿ ਸਾਧੂ ਮਹਾਤਮਾ ਸਮਾਧੀ ਲਾਉਣ ਲੱਗਿਆ ਹੋਵੇ। ਪਹਿਲਾਂ ਕਵਿਤਾ ਸੁਣੇਗਾ ਤਾਇਆ ਸਾਹਿਬ? ਨਸ਼ੇ ਨਾਲ ਕੁਝ ਗਹਿਰਾਈਆਂ ਹੋਈਆਂ ਅੱਖਾਂ ਝਮਕਦਿਆਂ ਮਾਗੀ ਨੇ ਆਖਿਆ ਤੇ ਆਪੇ ਹੀ ਬੋਲਿਆ, ਚਲੋ ਪਹਿਲਾਂ ਕਵਿਤਾ ਹੀ ਹੋ ਜਾਏ। ਸੁਣੋ ਜੀ, ਕਵੀ ਕਿਆ कहता है। ਇੱਧਰ ਢਾਬ ਤੇ ਉੱਧਰ ਟੋਭਾ, ਖੜਾ ਵਿਚਾਲੇ ਲੰਗਾ ਸੋਭਾ, ਉੱਧਰ ਬੇਰੀ ਉੱਧਰ ਟਾਲੀ, ਖੜੀ ਵਿਚਾਲੇ ਝਿਉਰੀ ਮਾਲੀ। ਇੱਧਰੋਂ ਸੋਭਾ ਸੈਨਤ ਮਾਰੀ, ਮਾਲੀ ਉੱਧਰੋਂ ਬੰਦੇ ਚਾਰੇ, ਛੰਦ ਕੁੰਡਲੀਆ, ਬੰਦੇ ਚਾਰੇ ਉੱਧਰੋਂ ਮਾਲੀ, ਅੱਖ ਲਿਸ਼ਕਾਏ ਫੋਲੇ ਵਾਲੀ, ਲੰਡੇ ਨੂੰ ਅੱਜ ਮਿਲਿਆ ਖੁੰਡਾ, ਅਗਲੇ ਵਰੇ ਜੰਪਿਆ ਮੁੰਡਾ। क्यों ताऊ साहब, कैसी लगी हमारी कविता? ये ताजी है, तत्ती है, तत्ती हुणी घड़ी है, बेइयां तो बहुत ज्यादा है पर वो स्वाद नहीं लगणगियां आपको,
ਪੰਜ ਰਤਨੀ ਨਾਲ ਤਾਂ ਕੋਈ ਕਰਾਰੀ ਚੀਜ਼ ਹੀ ਚੰਗੀ ਲੱਗਦੀ ਹੈ ਕਿ ਨਹੀਂ ਤਾਇਆ ਸਾਹਿਬ? ਬਿਸ਼ਨਾ ਮੂੰਹ 'ਚ ਹੀ ਹੱਸਦਿਆਂ ਬੋਲਿਆ, ਤੈਨੂੰ ਇੰਨੀਆਂ ਗੱਲਾਂ ਔੜਦੀਆਂ ਕਿੱਥੋਂ ਐ ਮੀਣਿਆਂ ਜਿਹਾ? ਇੱਧਰ ਆਪਣਾ ਇੱਕ ਦਿਮਾਗ ਹੁੰਦਾ ਹੈ ਤਾਇਆ ਸਾਹਿਬ। ਆਪਣੀ ਪੁੜਪੁੜੀ ਉੱਤੇ ਠੋਲਾ ਮਾਰਦਿਆਂ ਮਾਗੀ ਨੇ ਸੰਗ ਘੁੱਟ ਕੇ ਬੋਲਦਿਆਂ ਕਿਹਾ, ਜਿਹਨੂੰ ਆਪਾਂ ਦਿਮਾਗ ਆਖਦੇ ਆ। ਇਹ ਬੜੀ ਸ਼ੈ ਹੈ, ਸਾਡੇ ਮਾਸਟਰ ਜੀ ਕਹਿੰਦੇ ਹੈ ਇਸ ਵਿੱਚੋਂ ਹਰ ਬਾਤ ਔੜ ਸਕਦੀ ਹੈ। ਹੁਣ ਹੋਰ ਦੱਸੋ ਕਿਆ ਕੱਢ ਕੇ ਬਖਾਵਾਂ? ਜੋ ਆਖੋ ਸੋ ਕੱਢਾਂ ਇਸ ਚੋਂ। ਬਿਸ਼ਨੇ ਨੂੰ ਸ਼ਰਾਬ ਦਾ ਨਸ਼ਾ ਚੜ ਰਿਹਾ ਸੀ ਤਾਂ ਮਾਗੀ ਉਹਨੂੰ ਹੋਰ ਵੀ ਚੰਗਾ ਲੱਗਦਾ ਸੀ। ਜੋ ਹੈ ਵਿਖਾ, ਜੋ ਤੇਰੀ ਮਰਜ਼ੀ, ਕਰਾਰ ਨਾਲ ਬਿਸ਼ਨੇ ਨੇ ਮੁੱਛਾਂ ਉੱਤੇ ਹੱਥ ਫੇਰਦਿਆਂ ਜਿਵੇਂ ਉਹਨੂੰ ਖੁੱਲੀ ਛੁੱਟੀ ਦਿੱਤੀ। ਤੇ ਸੁਣੋ, ਮਾਗੀ ਪੂਰੀ ਤਰ੍ਹਾਂ ਸਮਾਧੀ ਲਾ ਕੇ ਬਹਿ ਗਿਆ ਤੇ ਫਿਰ ਇਉਂ ਬੋਲਣ ਲੱਗ ਪਿਆ ਜਿਵੇਂ ਦਿਮਾਗ 'ਚ ਤਵਿਆਂ ਵਾਲੀ ਮਸ਼ੀਨ ਲੱਗੀ ਹੋਵੇ। ਪਹਿਲੀ ਗੱਲ ਤਾਂ ਇਹ ਤਾਇਆ ਸਾਹਿਬ ਕਿ ਆਪਾਂ ਨੂੰ ਕਿਸੇ ਸਾਲੇ ਦਾ ਡਰ ਡੁੱਕਰ ਨਹੀਂ, ਹੋਵੇ ਵੀ ਕਿਉਂ। ਸਾਡਾ ਪਿਓ ਤਾਇਆ ਸਾਹਿਬ ਬੜੀ ਗੀਦੀ ਆਦਮੀ ਹੈ, ਉਤੋਂ ਤਾਂ ਆਪਾਂ ਡਰਦੇ ਨਹੀਂ। ਚਲੋ ਪਹਿਲਾਂ ਇਹੀ ਬਾਤ ਸੁਣੋ। ਸਾਡਾ ਪਿਓ ਜਾਣੀ ਆਪका भाई है ना ताया साहब? हाँ सच। ले कुछ होवे, वैसे वो बहुत कमीना आदमी है, उसके पास बड़े पैसे हैं। साडा चाऊ जानी दा साडा बड़ा भाई साहब सरदार बहादुर काला सिंह जी ते साडा प्यो दिन रात गधियां की माफक कमाई करते हैं, पैसे कमाई जाते हैं, कदे कुछ खांदे नहीं, कुछ पींदे नहीं। ये क्या है ताया साहब, कोई बात बनी? कुछ पिया पल्ले? साडे मास्टर जी कहंदे है बई कमाओ भी खाओ भी, पर निरा कमाओ जां निरा खाओ, ये गल बड़ी कमीनी है, गंदी जानी घोगड़ दी बिठ जैसी। मागी ने उच्ची सारी ठाका मारिया ते बुल्लां ते जीभ फेरदियां अखां मटका के बिशने दियां अखां 'च झाकदियां सज्जा हत्थ चुक के गोडे ते कूणी दा भार दिंदियां टेढ़ा जिहा हो के बह गया। फिर बोलण लग पिया, असल में ताया साहब ये लोग बिल्कुल बुद्धू है, ना इन्हां को अकल है ना मौत। साडे प्यो साहब ने पिछले साल एक लक्कड़ की गड्डी लियांदी जगाधरी तो, ठोले उस ढिड्डल करियाड़ से 2000 रुपया फड़ लिया, ब्याज ते भी नहीं लिया। ਉਹਦਾ ਖਸਮ ਦਾ ਹਿੱਸਾ ਗੱਡੀ 'ਚ ਪਵਾ ਲਿਆ, ਚੰਮ ਆਪਣਾ ਲੁਹਾਇਆ ਤੇ ਤੀਜਾ ਹਿੱਸਾ ਉਸ ਕਰਿਆੜ ਕੋ ਘਰੇ ਬੈਠੇ ਕੋ ਦਿੱਤਾ ਤੇ ਅਜੇ ਉਹਦਾ 1000 ਖੜਾ ਹੈ। ਘਰੇ ਪੈਸੇ ਪਏ ਆ, ਦਿੰਦਾ ਨਹੀਂ। ਉਹਨਾਂ ਦਾ ਵਿਆਜ ਜਿਹੜਾ ਪੈਂਦਾ ਉਹ ਤਾਂ ਪੈਂਦਾ ਹੈ ਤੇ ਜਿਹੜੀ ਬਗਾਰ ਉਹ ਉੱਤੋਂ ਕਰਾਉਂਦਾ ਉਹ ਅਲੱਗਾ। ਢਿੱਡ ਕੱਢੂ, ਧੋਤੀ ਦਾ ਪੱਲਾ ਫੜ ਕੇ ਨਿੱਤ ਆ ਖੜੂ। ਭਗਤ ਸਿਆਂ ਸਾਡੀ ਮਹਿੰਗੀ ਦੀ ਖੁਰਲੀ ਕੋ ਪੱਤੀਆਂ ਲਾਉਣੀਆਂ ਸੀ, ਭਗਤ ਸਿਆਂ ਸਾਡੇ ਹਾਤੇ ਦੀ ਕੋਠੜੀ ਨੂੰ ਤਖਤੇ ਨਹਾਉਣੇ ਸੀ, ਭਗਤ ਸਿਆਂ ਸਾਡੀ ਬਹੂ ਆਸ਼ਤੇ ਥਾਪਾਂ ਬਣਾਉਣਾ ਸੀ, ਭਗਤ ਸਿਆਂ ਸਾਡੀ ਛਠਾਨੀ ਭਾਗਮਤੀ ਕੇ ਖੁਰੀਆਂ ਲਾਉਣੀਆਂ ਸੀ। ਠੋਲੇ ਦੇ ਬੋਲਣ ਦੀ ਨਕਲ ਉਹਨੇ ਇੰਨੀ ਸੋਹਣੀ ਬਰੀਕ ਬੋਲ ਕਰਕੇ ਤੇ ਉਹਦੇ ਵਾਂਗ ਮੂੰਹ ਕਰਕੇ ਲਾਈ ਕਿ ਬਿਸ਼ਨੇ ਨੂੰ ਕਿੰਨਾ ਚਿਰ ਹਾਸੀ ਆਉਂਦੀ ਰਹੀ। ਪਰ ਮਾਗੀ ਭੋਰਾ ਵੀ ਨਾ ਹੱਸਿਆ ਤੇ ਕੁਝ ਰੁਕ ਕੇ ਫੇਰ ਉਵੇਂ ਬੋਲਣ ਲੱਗ ਪਿਆ, ਪਰ ਹੁਣ ਵਿੱਚ ਉਹਦੀ ਜੀਭ ਥਿੜਕਣ ਲੱਗ ਪਈ। ਲੈ ਹੁਣ ਤੂੰ ਦੱਸ ਤਾਇਆ ਸਾਹਿਬ, ਇਹ ਕੋਈ ਬੰਦੇ ਹੈ ਕੁੱਤੇ ਸਾਲੇ? ਜੇ ताया साहब कदे हमारा राज आ गया तू देखी, मैं ना सब को सने अपने प्यो दे। ऊं तां वो आपका भरा है, पर मैनू कोई परवाह नहीं, सब फूक दूं। दंदियां पी के जदों मागी ने फूक दूं आख्या तो ਉਹਦੀਆਂ शरारती अखां दे एडे कहर नूं बिशना वेंदा ही रह गया। ऐसे बंदियां की, पदैड़े बंदियां की इस दुनिया में कोई लोड़ नहीं ताऊ साहब। उवें कहरी अखां अड्ड के पाटण वालियां करदियां बाह उतां उलार के मागी जिवें चीकिया, ये सब बंदियां नूं मैं भुन के खाऊं। भून करके ताया साहब, ये जो लोग पैसे वाले हैं ना, ये बहुते धनबान, साडे मास्टर जी कहंदे आ सब के सब बेईमान है। बेईमानी के बिना पैसा बन ही नहीं सकता। ते सब तो बड़े कुत्ते गिद्दी लोग वो है जो साडे प्यो जैसे जानी आपके भाई साहब जैसे, ये लोग इन्हां लोकां को लहू का स्वाद पाउंदे हैं। ते फिर ये लोग जानी ये साडे बापू जी जैसे आप तां दुख भोगते ही हैं, दूसरियां वास्ते भी कंडे बछाते हैं। हुण देखो साडे प्यो पास किसी बात का घाटा नहीं है, पर उते हमारी माता जी रोज कतूरियां बिल्लियां की माफक लड़ते हैं। वो कहती है मैथों शरीक की रोटियां नहीं पकतियां, कदे आखती है तू मैनू मलमल की कुर्ती नहीं समा के दिंदा, तो घुग्गू आखता है मेरे पास पैसे नहीं, पर शरीक की रोटी की बात वाली गल नूं गौलता ही नहीं, मुड़ के उस बात नूं छेड़ता ही नहीं। ये ताऊ साहब कमीने लोग हैं, गधे। जिस आदमी ने सारी उम्र आपको पालिया है उसकी कदर करो सालियो। मैं हुण अपने प्यो नूं कुत्ता आख सकता हूँ,
पर जदों वो आपकी माफक बुढ़ा हो गया तो आखूगा पूजनीक प्यो जियो बैठो जी पलंग पर प्रसादे छको आनंद करो, आपकी पालना साडा फर्ज है जी। पर जी अब ऐसा नहीं हो सकता। हो ही कैसे सकता है जदों ये आदमी कुत्ते हैं गधे, तुम बताओ हो सकता है जी। बिश्ने ने ताड़ के उस वल झाकदियां सोचिया ते नाल ही एकदम ਉਹਦੇ सिर ते शराब नालों भी तेज हवाड़ चढ़दी लगी। एक आवाज मुड़ मुड़ कन्नां च गूंजण लग पई, मैथों शरीक दियां रोटियां नहीं पकदियां, मैं ताया साहब शराबी नहीं। मागी ने होर उच्ची देने आख्या, असल बात यह है कि मैनू कोई काम की बात करन नूं नहीं मिलती। यही साडे मास्टर जी कहते हैं, ये लक्कड़ दा काम मैनू नहीं चंगा लगता। रंदी जाओ, घड़ी जाओ, चीरी जाओ, घिर घिर कोई बात बनी। मैं कोई बड़ा सारा काम करना चाहना, बंब जिहा काम। पढ़न पुढ़न च तां कुछ नहीं ताऊ साहब, बस जिहा बंदा कच के नेफे विचों कढ़ जुआ मारी जावे, धुप्पे पे बैठा, ऐसा है ये काम। जिहड़ियां गल्लां मैं 2 महीनियां में सीख लेता हूँ, सारा साल मुड़ मुड़ साडे मास्टर घसाई जाते हैं जिवें उन्हां को कूलिया करके कड़ा प्रसादियां गोलियां बना के मुंडियां दे संघां च सिटणियां होण ते फिर दारू ना पीवे तो बंदा की करे। ताऊ साहब लै हो जे फिर एक होर ते हो जे ताऊ साहब। हाँ ते मागी ने बोतल फिर चुक लई, छेती देने गलासी भरी ते बिश्ने नूं कहे बिना पहलां आप ही इंज पानी वांग पी गया जिवें बहुत तेह लगी होवे। दूजी भर के बिश्ने नूं फड़ाउंदिआं ਉਹਨੇ एक अवला जिहा शब्द बोलिया जो बिश्ने नूं समझ ना आया ते फिर निमकी ਜਿਹੀ ਨਾਲ आख्या, मैं ਤਾਂ पहले पी गया ताऊ साहब, मेरे सिर नूं गुस्सा चढ़ी जाता सी, हुण कुछ कमती है। ਤੇ ਜਦੋਂ ਬਿਸ਼ਨੇ ਨੇ ਗਲਾਸੀ ਖਾਲੀ ਕਰਕੇ ਮਾਗੀ ਨੂੰ ਫੜਾਈ ਤਾਂ ਉਹਨੂੰ ਆਪਣਾ ਸਿਰ ਚਕਰਾਉਂਦਾ ਜਾਪਿਆ। ਸਾਰੀ ਕੋਠੜੀ ਗੇੜੇ ਦਾ ਭੌਂਦੀ ਲੱਗੀ ਤੇ ਅੱਖਾਂ ਮੀਚਦਿਆਂ ਨੀਵੀਂ ਪਾ ਕੇ ਸਿਰ ਗੋਡਿਆਂ 'ਚ ਦੇ ਲਿਆ। ਤਾਇਆ ਸਾਹਿਬ ਥੋੜੀ ਹੋਰ ਕੇ ਹੁਣ ਪ੍ਰਸ਼ਾਦਾ ਛਕੀਏ, ਮਾਗੀ ਨੇ ਥਥਲਾਉਂਦੀ ਆਵਾਜ਼ ਨਾਲ ਪੁੱਛਿਆ। ਬਿਨਾਂ ਬੋਲਿਆਂ ਬਿਸ਼ਨੇ ਨੇ ਸਿਰ ਇਉਂ ਹਿਲਾਇਆ ਕਿ ਮਾਗੀ ਉਹਦਾ ਮਤਲਬ ਸਮਝ ਕੇ ਰੋਟੀਆਂ ਵਾਲੇ ਪੌਣੇ ਦੀਆਂ ਗੰਢਾਂ ਖੋਲਣ ਲੱਗ ਪਿਆ। ਰੋਟੀ ਖਾਂਦਿਆਂ ਮਾਗੀ ਉਵੇਂ ਬੋਲੀ ਗਿਆ ਪਰ ਬਿਸ਼ਨੇ ਨੂੰ ਉਹਦਾ ਬੋਲ ਸਾਫ਼ ਨਹੀਂ ਸੀ ਸੁਣ ਰਿਹਾ। ਜਦੋਂ ਜ਼ੋਰ ਨਾਲ ਅੱਖਾਂ ਪੁੱਟ ਕੇ ਉਹਦੇ ਵੱਲ ਝਾਕਣ ਦਾ ਯਤਨ ਕਰਦਾ ਤਾਂ ਅੱਖਾਂ ਫੇਰ ਮਿਚ ਜਾਂਦੀਆਂ। ਬਾਹਰ ਕਦੇ ਮੱਧਮ ਕਦੇ ਜ਼ੋਰ ਦੀ ਵਾਛੜ ਦੇ ਖੜਕੇ ਨਾਲ ਬਿਸ਼ਨੇ ਦੇ ਸਿਰ ਨੂੰ ਇੱਕ ਅਜੀਬ ਘੂਕੀ ਚੜ ਰਹੀ ਸੀ, ਜਿਵੇਂ ਉਹ ਬੇਹੋਸ਼ ਹੋ ਰਿਹਾ ਹੋਵੇ। ਰੋਟੀ ਖਾ ਕੇ ਦੋਏ ਇੱਕੋ ਮੰਜੇ ਤੇ ਲਿਟ ਗਏ। ਮਾਗੀ ਪਿਆ ਪਿਆ ਪਤਾ ਨਹੀਂ ਕਦੋਂ ਤਾਈਂ ਬੋਲੀ ਗਿਆ ਤੇ ਫਿਰ ਕਦੋਂ ਉੱਠ ਕੇ ਤੁਰ ਗਿਆ, ਬਿਸ਼ਨੇ ਨੂੰ ਕੋਈ ਪਤਾ ਨਾ ਲੱਗਿਆ। ਅੰਗ 33ਵਾਂ। ਸਵੇਰੇ ਜਦੋਂ ਬਿਸ਼ਨੇ ਦੀ ਅੱਖ ਖੁੱਲੀ ਤਾਂ ਉਹਦੀਆਂ ਅੱਖਾਂ 'ਚ ਰੜਕ ਪੈ ਰਹੀ ਸੀ। ਜ਼ੋਰ ਲਾ ਕੇ ਝਾਕਣ ਦਾ ਯਤਨ ਕੀਤਾ ਪਰ ਉਹ ਚੰਗੀ ਤਰ੍ਹਾਂ ਨਾ ਝਾਕ ਸਕਿਆ। ਬਿੰਦਕ ਅੱਖਾਂ ਮੀਟ ਕੇ ਪਿਆ ਰਿਹਾ ਤੇ ਸੱਜੇ ਹੱਥ ਨਾਲ ਚਸਕ ਦੇ ਮੱਥੇ ਨੂੰ ਟੋਂਦਿਆਂ ਉਂਗਲਾਂ ਨਾਲ ਪੁੜਪੁੜੀਆਂ ਘੁੱਟਣ ਲੱਗ ਪਿਆ। ਬਿੰਦਕ ਪਿੱਛੋਂ ਤਰਬਕ ਕੇ ਬਿਸ਼ਨੇ ਨੇ ਪੁੜਪੁੜੀਆਂ ਉੱਤੇ ਉਂਗਲਾਂ ਦੇ ਪੋਟੇ ਟਿਕਾਉਂਦਿਆਂ ਜਿਵੇਂ ਕੁਝ ਟੋਇਆ ਤੇ ਉਹਦੀਆਂ ਅੱਖਾਂ ਖੁੱਲ੍ਹ ਕੇ ਪਾਟਣ ਤੇ ਆ ਗਈਆਂ। ਪੁੜਪੁੜੀਆਂ ਵਿੱਚ ਏਡੇ ਡੂੰਘੇ ਟੋਏ ਲੱਗੇ ਜਿਵੇਂ 1.5 ਇੰਚੀ ਦੇ ਵਰਮੇ ਨਾਲ ਕਿਸੇ ਨੇ 2-2 ਉਂਗਲਾਂ ਡੂੰਘੇ ਸੱਲ ਪਾਤੇ ਹੋਣ। ਹੌਲੀ ਹੌਲੀ ਬਿਸ਼ਨੇ ਨੇ ਸਾਰੇ ਮੂੰਹ ਤੇ ਹੱਥ ਫੇਰਦਿਆਂ ਅੱਖਾਂ, ਨੱਕ, ਗਲਾ ਤੇ ਮੱਥੇ ਨੂੰ ਕਈ ਵਾਰ ਚੰਗੀ ਤਰ੍ਹਾਂ ਟੋਇਆ। ਇੰਜ ਮਹਿਸੂਸ ਹੋਇਆ ਜਿਵੇਂ ਇਹ ਚਿਹਰਾ ਉਹਦਾ ਆਪਣਾ ਨਾ ਹੋਵੇ। ਕੁਝ ਚਿਰ ਪਿੱਛੋਂ ਆਪਣੀਆਂ ਪਿੰਜਣੀਆਂ ਵੱਲ ਨਿਗਾਹ ਕੀਤੀ ਤਾਂ ਪਿਛਲਾ ਮਾਸ ਪਿਚਕ ਕੇ ਲਮਕ ਰਿਹਾ ਸੀ। ਦੋਹਾਂ ਡੋਲਿਆਂ ਦੇ ਪਿੱਲੇ ਝੁਰੜੀਆਂ ਵਾਲੇ ਮਾਸ ਨੂੰ ਵਾਰੀ-ਵਾਰੀ ਦੋਹਾਂ ਹੱਥਾਂ ਨਾਲ ਟੋਹ ਕੇ ਘੁੱਟ ਕੇ ਇੰਜ ਵੇਖਿਆ ਜਿਵੇਂ ਉਹ ਇਹ ਪੱਕ ਕਰਨਾ ਚਾਹੁੰਦਾ ਹੋਵੇ ਕਿ ਬਾਹਾਂ ਉਹਦੀਆਂ ਆਪਣੀਆਂ ਹੀ ਸੀ ਕਿ ਚਿਹਰੇ ਵਾਂਗ ਕਿਸੇ ਹੋਰ ਦੀਆਂ। ਵਾਕਰੂ ਕਹਿੰਦਿਆਂ ਉਹ ਛੇਤੀ ਦੇਣੇ ਉੱਠ ਕੇ ਬਹਿ ਗਿਆ। ਤਖਤਿਆਂ ਦੀਆਂ ਵਿਰਲਾਂ ਵਿੱਚੋਂ ਭਾਵੇਂ ਨਿੰਮਾ ਚਾਨਣ ਅੰਦਰ ਆ ਰਿਹਾ ਸੀ ਪਰ ਫੁਹਾਰ ਦਾ ਮੱਧਮ ਖੜਾਕ ਤੇ ਅਸਮਾਨ ਉੱਤੇ ਘਿਰੇ ਸੰਘਣੇ ਬੱਦਲਾਂ ਕਰਕੇ ਇੱਕ ਅਜੀਬ ਚੁੱਪ ਤੇ ਹਨੇਰਾ ਚਾਰੇ ਪਾਸੇ ਪਸਰਿਆ ਲੱਗਦਾ ਸੀ। ਬਾਹਰੋਂ ਰੌਲਾ ਰੱਪਾ ਕੋਈ ਨਹੀਂ ਸੀ ਸੁਣਦਾ, ਕਿਤੇ ਕਿਤੇ ਕਿਸੇ ਕੁੱਤੇ ਦੇ ਭੌਂਕਣ ਦੀ ਡੂੰਘੀ ਆਵਾਜ਼ ਹੀ ਸੁਣਾਈ ਦਿੰਦੀ ਸੀ। ਉਹ ਬਿੰਦਕ ਬੈਠਾ ਰਿਹਾ, ਫਿਰ ਉੱਠ ਕੇ ਕੁੜਤਾ ਪਾਉਣ ਲੱਗ ਪਿਆ। ਕੁੜਤਾ ਪਾਉਂਦਿਆਂ ਉਹਨੂੰ ਖੂੰਜੇ ਇੱਟਾਂ ਦੇ ਉਹਲੇ ਪਈ ਰਾਤ ਵਾਲੀ ਬੋਤਲ ਦਿਸੀ। ਜਦੋਂ ਬੋਤਲ ਚੁੱਕ ਕੇ ਵੇਖਿਆ ਉਸ ਅੱਧੀ ਨਾਲੋਂ ਘੱਟ ਸ਼ਰਾਬ ਬਚੀ ਸੀ। ਦੂਜੇ ਖੂੰਜੇ ਲਿਜਾ ਕੇ ਉਹਨੇ ਬੋਤਲ ਸੱਕਾਂ ਵਾਲੀ ਬੋਰੀ ਦੇ ਮਗਰਲੇ ਪਾਸੇ ਲੁਕਾਤੀ ਤੇ ਉੱਥੇ ਖੜੋਤਿਆਂ ਹੀ ਉਹ ਅਣਵਾਹੇ ਵਿਰਲੇ ਵਾਲਾਂ ਦੀ ਜੂੜੀ ਕਰਨ ਲੱਗ ਪਿਆ। ਫਿਰ ਪੱਗ ਬੰਨ੍ਹਦਿਆਂ ਉਹਨੂੰ ਆਪਣੀ ਲੱਤਾਂ ਕੰਬਦੀਆਂ ਜਾਪੀਆਂ ਤੇ ਮੰਜੇ ਤੇ ਬਹਿ ਗਿਆ। ਬੈਠਿਆਂ ਮੁੜ ਢਾਹ ਕੇ ਪੱਗ ਨੂੰ ਸੂਤ ਕਰਦਿਆਂ ਤਖਤਿਆਂ ਦੀਆਂ ਵਿਰਲਾਂ ਵੱਲ ਨਿਗਾਹ ਗੱਡ ਕੇ ਝਾਕੀ ਗਿਆ। ਫਿਰ ਨੀਵੀਂ ਪਾ ਕੇ ਪੱਗ ਸੂਤ ਕਰਦਿਆਂ ਸੋਚੀ ਪੈ ਗਿਆ। ਰਾਤ ਵਰ੍ਹਿਆਂ ਪਿੱਛੋਂ ਬਿਸ਼ਨੇ ਨੇ ਸ਼ਰਾਬ ਪੀਤੀ ਸੀ। ਜਵਾਨੀ ਬਾਰੇ ਵੀ ਕਦੇ ਚਸਕੇ ਨਾਲ ਨਹੀਂ ਸੀ ਪੀਤੀ ਤੇ ਜਦੋਂ ਕਿਤੇ ਦਿਨ ਤਿਉਹਾਰ ਯਾਰ ਬੇਲੀ ਪੀਣ ਨੂੰ ਕਹਿੰਦੇ ਉਹ ਪੀ ਲੈਂਦਾ, ਪਰ ਆਪ ਸ਼ੌਕ ਵਜੋਂ ਕਦੇ ਸਹੁਰੀ ਜਾ ਕੇ ਵੀ ਨਹੀਂ ਸੀ ਪੀਂਦਾ। ਤੇ ਰਾਤ ਮਾਗੀ ਨੇ ਜਿਵੇਂ ਬੇਧਿਆਨੀਆਂ ਹੀ ਪਿਆ ਦਿੱਤੀ ਸੀ, ਇੰਜ ਉਹਨੇ ਜ਼ਿੰਦਗੀ 'ਚ ਪਹਿਲੀ ਵਾਰੀ ਪੀਤੀ ਸੀ। ਇਸ ਖਿਆਲ ਦੇ ਨਾਲ ਹੀ ਜਦੋਂ ਉਹਨੂੰ ਮਾਗੀ ਦੀਆਂ ਚੌੜ ਵਾਲੀਆਂ
ਵਾਲੀ ਬੋਲੀ 'ਚ ਕਈਆਂ ਗੱਲਾਂ ਯਾਦ ਆਉਣ ਲੱਗੀਆਂ ਤਾਂ ਪਲੋ ਪਲੀ ਮਾਘੀ ਦਿਓ ਵਾਂਗ ਖਿੱਲਰ ਕੇ ਉਹਦੇ ਉੱਤੋਂ ਦੀ ਸਾਰੀ ਕੋਠੜੀ 'ਚ ਪੱਸਰਦਾ ਜਾਪਿਆ ਤੇ ਆਪਣਾ ਵਜੂਦ ਉਹਨੂੰ ਮਾਘੀ ਦੇ ਗਾੜੇ ਧੂਏ ਵਰਗੇ ਖਿੱਲਰ ਦੇ ਆਕਾਰ 'ਚ ਗੁਆਚਦਾ ਲੱਗਿਆ। ਇੱਕ ਵਾਰੀ ਉਹਦੇ ਠਰੇ ਬੁੱਲਾਂ ਉੱਤੇ ਨਿੱਘੀ ਮੁਸਕਰਾਹਟ ਆਈ, ਪਰ ਫਿਰ ਸਾਹ ਘੁੱਟਵਾਂ ਤੇ ਔਖਾ ਆਉਂਦਾ ਮਹਿਸੂਸ ਹੋਇਆ। ਉਦੋਂ ਹੀ ਉੱਠ ਕੇ ਬੂਹੇ ਵੱਲ ਔਲਿਆ ਤੇ ਕੁੰਡਾ ਖੋਲ ਕੇ ਬਾਹਰ ਨੂੰ ਤੁਰ ਗਿਆ। ਕੁਝ ਚਿਰ ਪਿੱਛੋਂ ਜਦੋਂ ਬਾਹਰੋਂ ਮੁੜ ਕੇ ਚਾਹ ਧਰਨ ਦੇ ਆ ਲੱਗਿਆ ਤਾਂ ਆਪਣੇ ਮਨ ਕੁਝ ਟਿਕਾਣੇ ਆਇਆ ਮਹਿਸੂਸ ਹੋਇਆ। ਜਦੋਂ ਚਾਹ ਪੀਣ ਲੱਗਿਆ ਤਾਂ ਅਜੀਬ ਸਲਾਬੇ ਦਾ ਅਹਿਸਾਸ ਹੋਇਆ। ਮੀਂਹ ਤਾਂ ਕੱਲ ਤੋਂ ਲਗਾਤਾਰ ਪਈ ਜਾਂਦਾ ਸੀ, ਪਰ ਕਦੇ-ਕਦੇ ਮੋਟੀਆਂ ਕਣੀਆਂ ਵੀ ਲੈ ਪੈਂਦੀਆਂ, ਹਵਾ ਦੇ ਤੇਜ਼ ਬੁੱਲੇ ਨਾਲ ਤਖਤਿਆਂ ਵਿੱਚ ਆ ਵੱਜਦੀਆਂ। ਸਲਾਬੇ ਤਖਤਿਆਂ ਵਿੱਚੋਂ ਢਿੱਲੀ ਢੋਲਕੀ ਦੇ ਧਾਮੇ ਵਾਲੇ ਪਾਸੇ ਵਰਗੀ ਭਿੱਜੜ ਆਵਾਜ਼ ਆਉਂਦੀ। ਉਹਨੂੰ ਆਪਣਾ ਪਿੰਡਾ, ਕੱਪੜੇ, ਸੰਦ, ਲੱਕੜਾਂ, ਅੱਧ ਬਣਿਆ ਇੱਕ ਚਰਖਾ, ਟੁੱਟੀਆਂ ਭੱਜੀਆਂ ਪੀੜ੍ਹੀਆਂ, ਥਾਪੇ, ਲੂਣਕੀਆਂ, ਕੋਠੜੀ ਦੀਆਂ ਕੰਧਾਂ ਤੇ ਛੱਤ ਵੀ ਸਿੱਲੇ ਤੇ ਚਿਪਚਿਪੇ ਲੱਗਦੇ। ਸਲਾਬ ਦੀ ਹੁਮਕ ਨਾਲ ਉਹਨੂੰ ਆਪਣਾ ਅੰਦਰ ਵੀ ਸੰਘਣਾ ਤੇ ਭਾਰਾ ਹੋਇਆ ਜਾਪ ਰਿਹਾ ਸੀ। ਸਾਹ ਨਿੱਗਰ ਤੇ ਸੰਘਣਾ। ਕੁਝ ਚਿਰ ਪਿੱਛੋਂ ਸਵੇਰ ਦੀ ਰੋਟੀ ਲੈ ਕੇ ਕਾਲਾ ਆਇਆ ਤੇ ਚੁੱਪ ਕੀਤਾ ਆ ਕੇ ਮੰਜੇ ਤੇ ਬਹਿ ਗਿਆ। ਬਿਸ਼ਨਾ ਪਹਿਲਾਂ ਪਿਆ ਸੀ, ਫਿਰ ਉਹ ਵੀ ਉੱਠ ਕੇ ਬਹਿੰਦਿਆਂ ਉਹਦੇ ਸਾਊ ਗੋਰੇ ਮੂੰਹ ਵੱਲ ਝਾਕਣ ਲੱਗ ਪਿਆ। ਤਾਇਆ, ਰਾਤ ਇੱਥੇ ਮਾਘੀ ਆਇਆ ਸੀ? ਰਤਕ ਸਿਰ ਉੱਚਾ ਕਰਕੇ ਕਾਲੇ ਨੇ ਪੁੱਛਿਆ। ਬਿਸ਼ਨੇ ਨੇ ਸਿਰ ਹਿਲਾਉਂਦਿਆਂ ਜਵਾਬ ਦਿੱਤਾ। ਕਿਉਂ? ਪਰ ਕਾਲਾ ਇੰਜ ਚੁੱਪ ਕਰ ਗਿਆ ਜਿਵੇਂ ਕੋਈ ਗੱਲ ਲੁਕਾ ਰਿਹਾ ਹੋਵੇ। ਉਹਨੂੰ ਇੱਥੇ ਨਾ ਆਉਣ ਦਿਆ ਕਰ। ਕੁਝ ਚਿਰ ਰੁਕ ਕੇ ਉਸ ਢਿੱਲੀ ਆਵਾਜ਼ 'ਚ ਕਿਹਾ। ਕਾਹਤੋਂ? ਰਾਤ ਦਾਰੂ ਪੀ ਕੇ ਉਹ ਰਾਹ 'ਚ ਜਾਂਦਾ ਗੋਕਲ ਚੌਧਰੀ ਦੇ ਮੁੰਡੇ ਨੂੰ ਕੁੱਟ ਗਿਆ ਤੇ ਉਹਨਾਂ ਨੇ ਤੜਕੇ ਮੇਰੇ ਬਾਪੂ ਨੂੰ ਆ ਘੇਰਿਆ। ਠੋਲੇ ਨੇ ਮਿੰਨਤਾਂ ਕਰਕੇ ਮਸਾਂ ਖਹਿੜਾ ਛਡਾਇਆ, ਨਹੀਂ ਤਾਂ ਉਹ ਥਾਣੇ ਰਪਟ ਦੇਣ ਚੱਲੇ ਸੀ। ਤੇ ਮੇਰੀ ਬੇਬੇ ਨੇ ਆਖਿਆ ਵੀ ਆਪਦੇ ਤਾਏ ਨੂੰ ਆਖੀ ਉਹ ਇਹਦੇ ਨਾਲ ਗੱਲਾਂ ਨਾ ਕਰਿਆ ਕਰੇ। ਤੇ ਨਾਲੇ ਕਾਕਾ ਬੋਲਦਾ ਚੁੱਪ, ਕਾਲਾ ਬੋਲਦਾ ਚੁੱਪ ਹੋ ਗਿਆ। ਬਿਸ਼ਨੇ ਨੇ ਅਗਲੀ ਗੱਲ ਆਪੇ ਹੀ ਸਮਝ ਲਈ ਸੀ। ਉਦੋਂ ਹੀ ਅੱਖਾਂ 'ਚ ਲਹੂ ਸਿੰਮਣ ਵਾਲਾ ਹੋ ਗਿਆ। ਚੰਗਾ ਤੂੰ ਜਾ, ਬਿਸ਼ਨੇ ਨੇ ਭਾਵੇਂ ਆਪਣੀ ਆਵਾਜ਼ ਨੂੰ ਕਾਬੂ ਕਰਦਿਆਂ ਆਖਿਆ ਸੀ, ਪਰ ਫਿਰ ਵੀ ਗੁੱਸਾ ਉਹ ਨਹੀਂ ਸੀ ਲੁਕਾ ਸਕਿਆ। ਕਾਲਾ ਚੁੱਪ ਕਰਕੇ ਤੁਰ ਗਿਆ। ਉਹਨੂੰ ਰਾਤ ਵਾਲੀਆਂ ਮਾਘੀ ਦੀਆਂ ਗੱਲਾਂ 'ਚੋਂ ਇੱਕ ਗੱਲ ਨਿਖੜ ਕੇ ਉਹ ਆਪਣੇ ਮੱਥੇ 'ਚ ਵੱਜਦੀ ਲੱਗੀ, ਜਿਵੇਂ ਠੰਡੇ ਸੱਥਰੇ ਦੀ ਲੰਬ ਤਲਪਦਿਆਂ ਉਹਦੀ ਟੁੱਟੀ ਨੁੱਕਰ ਬੁੜ ਕੇ ਆ ਵੱਜੀ ਹੋਵੇ। ਫਿਰ ਉਹਨੂੰ ਕਰਤਾਰੀ ਦਾ ਮੁਹਾਂਦਰਾ ਦਿਸਿਆ। ਲੰਮਾ ਸਾਰਾ ਮੂੰਹ, ਡਾਟ ਵਾਲੇ ਮੱਥੇ ਵਿਚਾਲੇ ਤਾਂਬੇ ਦੀ ਤਾਰ ਵਾਂਗ ਉੱਭਰੀ ਇੱਕ ਨੀਲੀ ਨਾੜ। ਮੈਥੋਂ ਸਰੀਕ ਦੀਆਂ ਨਹੀਂ ਪੱਕਦੀਆਂ, ਘਿਰਨਾ ਭਰੀ ਆਵਾਜ਼ 'ਚ ਬਿਸ਼ਨੇ ਨੇ ਆਖਿਆ ਤੇ ਆਪਣੇ ਅੱਗੇ ਪਿਆ ਰੋਟੀਆਂ ਵਾਲਾ ਪੌਣਾ ਸਭ ਕਾਸੇ ਦੇ ਚੁੱਕ ਕੇ ਕੰਧ ਨਾਲ ਵਗਾ ਮਾਰਿਆ। ਨਾਲ ਦੀ ਨਾਲ ਉਹਦਾ ਸਰੀਰ ਭੱਠੀ 'ਚ ਪਏ ਦਾਣਿਆਂ ਵਾਂਗ ਭੁੱਜਣ ਲੱਗ ਪਿਆ। ਅੰਦਰ ਹੋਰ ਨਾ ਬੈਠਾ ਗਿਆ ਤੇ ਮੀਂਹ ਦਾ ਧਿਆਨ ਕੀਤੇ ਬਿਨਾਂ ਉੱਠ ਕੇ ਬਾਹਰ ਨੂੰ ਤੁਰ ਗਿਆ। ਬਿਸ਼ਨੇ ਨੂੰ ਮੰਡੀ ਆਇਆ 1.5 ਮਹੀਨੇ ਦੇ ਨੇੜੇ ਹੋ ਚੱਲਿਆ ਸੀ, ਪਰ ਭਗਤੇ ਨੇ ਇੱਕ ਵਾਰ ਆ ਕੇ ਸ਼ਕਲ ਵਿਖਾਈ ਸੀ। ਉਹ ਵੀ ਉਹਨੂੰ ਆਪਣੀ ਇੱਜ਼ਤ ਦਾ ਵਾਸਤਾ ਪਾ ਕੇ ਆਖਣ ਲਈ ਆਇਆ ਸੀ ਕਿ ਬਿਸ਼ਨਾ ਹੁਣ ਲੋਕਾਂ ਦਾ ਨਿੱਕਾ ਮੋਟਾ ਕੰਮ ਨਾ ਕਰਿਆ ਕਰੇ, ਬਸ ਵਿਹਲਾ ਬਹਿ ਕੇ ਰੋਟੀ ਖਾ ਛੱਡੇ। ਇੱਕ ਇੱਜ਼ਤਦਾਰ, ਚੰਗੀ ਜਾਇਦਾਦ ਦੇ ਚੰਗੇ ਚੜੇ ਕੰਮ ਵਾਲੇ ਕਾਰੀਗਰ ਦਾ ਵੱਡਾ ਭਰਾ ਇਉਂ ਬਨਿਆਣੀਆਂ ਦੇ ਚਰਖਿਆਂ ਦੀਆਂ ਗੁੱਝਾਂ ਤੇ ਚੱਕੀਆਂ ਦੀਆਂ ਮਾਣਮੀਆਂ ਪਾ ਆਨਾ-ਦੁਆਨੀ ਕਮਾਏ, ਇਹ ਗੱਲ ਉਹਨੂੰ ਚੰਗੀ ਨਹੀਂ ਸੀ ਲੱਗਦੀ। ਬਿਸ਼ਨੇ ਨੇ ਉਦੋਂ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ, ਪਰ 2 ਦਿਨਾਂ ਪਿੱਛੋਂ ਉਹਨੇ ਇੱਕ ਚਰਖਾ ਫੇਰ ਵਿੱਢ ਲਿਆ ਸੀ। ਉਹ ਤੋਂ ਵਿਹਲਾ ਬੈਠਾ ਹੀ ਨਹੀਂ ਸੀ ਗਿਆ। ਇੱਕ ਦਿਨ ਫੇਰ ਭਗਤੇ ਨੇ ਕਾਲੇ ਦੇ ਹੱਥ ਉਹਨੂੰ ਕੰਮ ਨਾ ਕਰਨ ਵਾਲੀ ਗੱਲ ਅਖਵਾ ਭੇਜੀ ਸੀ। ਨਾਲ ਹੀ ਇਹ ਵੀ ਆਖਿਆ ਸੀ ਜੇ ਉਹ ਆਪਣੇ ਬਾਹਰਲੇ ਘਰ ਦੇ ਵੱਟੇ ਥਾਂ ਲੈਣੀ ਚਾਹੇ ਤਾਂ ਹੁਣ ਅਦਾਲਤ ਵਿੱਚ ਦਰਖਾਸਤ ਦਿੱਤੀ ਜਾ ਸਕਦੀ ਸੀ। ਕਾਲੇ ਵਰਗੇ ਸਧਾਰਨ ਮੁੰਡੇ ਤੋਂ ਬਿਸ਼ਨੇ ਅੱਗੇ ਇਸ ਗੱਲ ਦਾ ਇਹ ਭੇਤ ਨਹੀਂ ਸੀ ਲੁਕਾਇਆ ਜਾ ਸਕਿਆ ਕਿ ਭਗਤੇ ਨੇ ਉਹਨੂੰ ਸਿਖਾ ਕੇ ਭੇਜਿਆ ਸੀ। ਇਹ ਸੁਣ ਕੇ ਇੱਕ ਵਾਰੀ ਤਾਂ ਬਿਸ਼ਨਾ ਵਿਅੰਗ ਨਾਲ ਮੁਸਕਰਾਇਆ, ਪਰ ਫਿਰ ਉਹ ਤੋਂ ਆਪਣਾ ਆਪ ਨਾ ਸੰਭਾਲਿਆ। ਪਿਛਲੇ ਕਈ ਦਿਨਾਂ ਤੋਂ ਉਹਨੂੰ ਇਉਂ ਲੱਗਣ ਲੱਗ ਪਿਆ ਸੀ ਜਿਵੇਂ ਉਹ ਭਗਤੇ ਦਾ ਕੈਦੀ ਹੋਵੇ ਤੇ ਇਹ ਕੋਠੜੀ ਉਹਦੀ ਜੇਲ੍ਹ। ਜਦੋਂ ਵੀ ਉਹਨੂੰ ਇਹ ਖਿਆਲ ਆਉਂਦਾ ਲੂੰ ਸੜਨ ਲੱਗ ਪੈਂਦਾ, ਪਰ ਕੁਝ ਚਿਰ ਪਿੱਛੋਂ ਆਪੇ ਗੁੱਸਾ ਇਉਂ ਢਲ ਜਾਂਦਾ ਜਿਵੇਂ ਉਹਦੇ ਸਰੀਰ 'ਚ ਇਸ ਜੇਲ੍ਹ ਨੂੰ ਤੋੜਨ ਦਾ ਬਲ ਨਾ ਹੋਵੇ ਤੇ ਜਿਵੇਂ ਉਹ ਬਾਤ ਵਾਲੇ ਰਾਜਕੁਮਾਰ ਵਾਂਗ ਟੀਸੀ ਤੇ ਖੜੋਤਾ ਹੋਵੇ। ਦਿਨ ਛਿਪ ਰਿਹਾ ਹੋਵੇ, ਨਾ ਉਹ ਪਿਛਾਂਹ ਮੁੜ ਸਕਦਾ ਸੀ ਤੇ ਨਾ ਟੀਸੀ ਤੋਂ ਗਾਂਹ ਹੀ ਛਾਲ ਮਾਰਨ ਦਾ ਹੌਸਲਾ ਕਰ ਸਕਦਾ ਸੀ। ਪਿਛਲੇ ਕਈ ਦਿਨਾਂ ਤੋਂ ਹੁਣ ਉਹਦੇ ਦਿਮਾਗ 'ਚ ਅਜਿਹੇ ਖਿਆਲ ਮੁੜ ਆਉਣ ਲੱਗ ਪਏ। ਹੁਣ ਵੀ ਇਹਨਾਂ ਵਹਿਣਾਂ ਵਿੱਚ ਹੀ ਪਿਆ ਉਹ ਆਪਣੇ ਢੱਠੇ ਘਰ ਦੇ ਟੋਇਆਂ ਕੋਲ ਆਇਆ ਤਾਂ ਖੜੋ ਕੇ ਟੋਇਆਂ ਵੱਲ ਤੱਕਣ ਲੱਗ ਪਿਆ। ਟੋਏ ਉਹਨੂੰ ਬਿਮਾਰ ਪਈ ਦਿਆ ਕੁਰਦੀਆਂ ਡੂੰਘੀਆਂ ਜੋਤਹੀਣ ਅੱਖਾਂ ਵਰਗੇ ਲੱਗੇ। ਇਵੇਂ ਖੜੋਤਾ ਬਿੰਦ ਕੁ ਵਹਿੰਦਾ ਰਿਹਾ ਤੇ ਫਿਰ ਇੰਜ ਤਰਬਕਿਆ ਜਿਵੇਂ ਉਹਦਾ ਪੈਰ ਮਗ ਦੇ ਕੋਲਿਆਂ ਤੇ ਟਿਕ ਗਿਆ ਹੋਵੇ। ਉਹਨੂੰ ਜਾਪਿਆ ਉਹ ਪੁੱਠੇ ਪਾਸੇ ਆ ਗਿਆ ਸੀ। ਕਾਲ ਨਾਲ ਅਗਾਂਹ ਤੁਰ ਪਿਆ। ਮੀਂਹ ਕਦੇ ਮੋਟੀ ਕਣੀਏ ਲੈ ਪੈਂਦਾ, ਕਦੇ ਫੁਹਾਰ ਬਣ ਜਾਂਦਾ। ਹਵਾ ਵੀ ਕਦੇ ਤਾਂ ਛੂਕਣ ਲੱਗ ਪੈਂਦੀ, ਕਦੇ ਉੱਕਾ ਬੰਦ ਹੋ ਜਾਂਦੀ।
ਪਰੇ ਪੁਰਾਣੇ ਭੱਠੇ ਕੋਲ ਖੜੋਤੇ ਰੁੱਖਾਂ ਦੀਆਂ ਡਾਹਣੀਆਂ ਲਿਫ ਕੇ ਧਰਤੀ ਨਾਲ ਆ ਲੱਗਦੀਆਂ। ਉਦੋਂ ਗਾਂਹ ਖੜੋਤਾ ਕਪਾਹ ਤੇ ਚਰੀ ਗੁਆਰਾ ਧਰਤੀ ਨਾਲ ਵਿਛਦੇ ਜਾਂਦੇ ਸੀ। ਬਿਸ਼ਨੇ ਦੇ ਸਾਰੇ ਕੱਪੜੇ ਭਿੱਜ ਗਏ, ਪੱਗ ਦੇ ਲੜਾਂ ਚੋਂ ਕੰਨਾਂ ਕੋਲੋਂ ਪਾਣੀ ਦੇ ਤੁਪਕੇ ਚੋਣ ਲੱਗ ਪਏ ਸੀ, ਪਰ ਉਹਦੇ ਪਿੰਡੇ ਚੋਂ ਭਾਫਾਂ ਨਿਕਲ ਰਹੀਆਂ ਸੀ, ਮੱਥਾ ਤਪ ਰਿਹਾ ਸੀ ਤੇ ਅੱਖਾਂ ਦੀਆਂ ਗੰਨੀਆਂ ਇੰਜ ਝੁਲਸੀਆਂ ਗਈਆਂ ਲੱਗਦੀਆਂ ਸੀ ਜਿਵੇਂ ਕਿਸੇ ਨੇ ਭੁੱਬਲ ਦਾ ਬੁੱਕ ਭਰ ਕੇ ਉਹਦੀਆਂ ਅੱਖਾਂ 'ਚ ਪਾਤਾ ਹੋਵੇ। ਭੱਠੇ ਦੇ ਨਾਲ ਲੱਗਵੇਂ ਖੇਤਾਂ ਕੋਲੋਂ ਮੁੜ ਕੇ ਉਹ ਰੂਹ ਵੇਲਣੀਆਂ ਦੇ ਕਾਰਖਾਨਿਆਂ ਦੇ ਪਿਛਲੇ ਪਾਸੇ ਦੀ ਜਾਂਦੀ ਭੀੜੀ ਗਲੀ ਵੱਲ ਤੁਰਿਆ ਗਿਆ। ਗਲੀ ਦੇ ਦੋਹੀਂ ਪਾਸੇ ਚੁਬਾਰਿਆਂ ਤੇ ਛੱਜਿਆਂ ਦੀਆਂ ਟੀਨਾਂ ਉੱਤੇ ਪਾਣੀ ਦੀਆਂ ਤਤੀਰੀਆਂ ਕਦੇ-ਕਦੇ ਉਹਦੇ ਸਿਰ 'ਚ ਆ ਪੈਂਦੀਆਂ। ਜਦੋਂ ਉਹ ਤਾਂ ਝਾਕਦਾ ਲੱਗਦਾ ਜਿਵੇਂ ਹਵੇਲੀਆਂ ਦੀਆਂ ਛੱਤਾਂ ਦਾ ਮੈਲਾ ਪਾਣੀ ਕੋਈ ਜਾਣ ਕੇ ਉਹਦੇ ਸਿਰ 'ਚ ਡੋਲ ਰਿਹਾ ਹੋਵੇ। ਇਸੇ ਕਰਕੇ ਗਲੀ ਦੇ ਦੂਜੇ ਪਾਸੇ ਹੋ ਕੇ ਤੁਰਨ ਲੱਗ ਪੈਂਦਾ। ਉਧਰੋਂ ਫਿਰ ਉਧਰ ਹੋ ਕੇ ਤੁਰਦਾ। ਉਹਦੀਆਂ ਜੁੱਤੀਆਂ ਗਾਰੇ ਨਾਲ ਅੱਟ ਗਈਆਂ। ਤੁਰਦਿਆਂ ਇੰਨੀਆਂ ਭਾਰੀਆਂ ਲੱਗਦੀਆਂ ਸੀ ਕਿ ਪੈਰ ਪੁੱਟਦਿਆਂ ਔਖ ਹੁੰਦੀ ਸੀ। ਗਲੀ ਲੰਘ ਕੇ ਜਦੋਂ ਖੂਹ ਵਾਲੇ ਚੌਂਕ ਕੋਲੋਂ ਲੰਘ ਰਿਹਾ ਸੀ ਤਾਂ ਖੂਹ ਤੋਂ ਉਰੇ ਪੱਕੇ ਥਾਂ ਉੱਤੇ ਬਿਸ਼ਨੇ ਨੇ ਕਿੰਨੇ ਸਾਰੇ ਨਿਆਣੇ ਰੌਲਾ ਪਾਉਂਦੇ ਇੱਕ ਦੂਜੇ ਉੱਤੇ ਪਾਣੀ ਪਾ ਖੇਡਦੇ, ਹੱਸਦੇ ਤੇ ਹੇਠ ਉੱਤੇ ਡਿੱਗਦੇ ਵੇਖੇ। ਬਿੰਦ ਕੁ ਰੁੱਕ ਕੇ ਉਹਨੇ ਨਿਆਣਿਆਂ ਵੱਲ ਵੇਖਿਆ, ਪਰ ਨੀਵੀਂ ਪਾ ਕੇ ਫਿਰ ਅਗਾਂਹ ਤੁਰ ਪਿਆ। ਕੁਝ ਚਿਰ ਪਿੱਛੋਂ ਜਦੋਂ ਠੋਲੇ ਕੀ ਹਵੇਲੀ ਅੱਗੋਂ ਲੰਘ ਰਿਹਾ ਸੀ ਤਾਂ ਫਿਰ ਰੁੱਕ ਕੇ ਉਹ ਤਾਂ ਵੱਲ ਵੇਖਿਆ। ਹੈਰਾਨੀ ਜੀ ਹੋਈ ਕਿ ਉਹ ਮੁੜ ਪੁੱਠੇ ਰਾਹ ਪੈ ਕੇ ਇੱਧਰ ਕਿੰਝ ਆ ਗਿਆ ਤੇ ਕਿਉਂ, ਤੇ ਜਦੋਂ ਆਪਣੀ ਗੱਲ ਦੀ ਉਹਨੂੰ ਆਪ ਹੀ ਸਮਝ ਨਾ ਪਈ ਤਾਂ ਮੁੜ ਗਾਂਹ ਤੁਰ ਪਿਆ। ਗਲੀ ਟੱਪ ਕੇ ਜਦੋਂ ਲੰਮੇ ਬਾਜ਼ਾਰ 'ਚ ਨੀਵੀਂ ਪਾਈ ਤੁਰਿਆ ਜਾਂਦਾ ਸੀ ਤਾਂ ਪਤਾ ਨਹੀਂ ਸੀ ਵੀ ਵਿਹਲੇ ਬੈਠੇ ਹਟਵਾਣੀਆਂ ਉਹਨੂੰ ਵਹਿੰਦਿਆਂ ਸਾਰ ਨਾਲ ਦਿਆਂ ਕੋਲ ਉਹਦੀਆਂ ਗੱਲਾਂ ਕਰਨ ਲੱਗ ਪੈਂਦੇ ਸੀ। ਕੋਈ ਉਹਦੇ ਪਿਛਲੇ ਕਾਰਨਾਮੇ ਛੇੜ ਲੈਂਦਾ, ਕੋਈ ਉਹਦੇ ਅੱਖੜ ਸੁਭਾਅ ਬਾਰੇ ਘਿਰਨਾ ਨਾਲ ਨੱਕ ਚੜਾਉਂਦਾ, ਕੁਝ ਬੋਲਦਾ ਤੇ ਕੋਈ ਉਹਦੀ ਅੱਜ ਦੀ ਮੰਦੀ ਹਾਲਤ ਉੱਤੇ ਹਮਦਰਦੀ ਨਾਲ ਦੋ ਸ਼ਬਦ ਕਹਿ ਕੇ ਚੁੱਪ ਕਰ ਜਾਂਦਾ। ਪਰ ਬਿਸ਼ਨੇ ਨੂੰ ਕਿਸੇ ਦੀ ਕੋਈ ਗੱਲ ਵੀ ਨਹੀਂ ਸੀ ਸੁਣਦੀ। ਉਹ ਆਪ ਮੁਹਾਰਾ ਪੈਰਾਂ ਵੱਲ ਨਿਗਾਹ ਟਿਕਾਈ ਤੁਰਿਆ ਜਾਂਦਾ ਸੀ। ਬਾਜ਼ਾਰ ਦੀ ਚੌੜੀ ਸੜਕ ਦੇ ਦੋਹੀਂ ਪਾਸੇ ਨਾਲੀਆਂ 'ਚ ਪਾਣੀ ਦਾ ਵਹਾਅ ਤੇਜ਼ ਸੀ। ਕਿਤੇ ਬਿਸ਼ਨੇ ਦੇ ਪੈਰਾਂ ਹੇਠ ਤੇਜ਼ ਪਾਣੀ ਦੀ ਛੱਲ ਜੀ ਆਉਂਦੀ ਤੇ ਜੁੱਤੀਆਂ ਨੂੰ ਲੱਗਾ ਗਾਰਾ ਧੋਤਾ ਜਾਂਦਾ। ਕਿਤੇ ਚਾਨ ਚੱਕੀ ਖੜੋ ਕੇ ਦੋਹੀਂ ਪਾਸੇ ਮੀਂਹ ਨਾਲ ਤ੍ਰਿਪਦੀਆਂ ਦੁਕਾਨਾਂ ਅੱਗੇ ਪਈਆਂ ਪੱਲੀਆਂ ਦੇ ਅੰਦਰ ਪਲਾਥੀਆਂ ਮਾਰੀ ਬੈਠੇ ਹਟਵਾਣੀਆਂ ਨੂੰ ਤਾੜ ਲੈਂਦਾ ਤੇ ਮੁੜ ਗਾਂਹ ਤੁਰ ਪੈਂਦਾ। ਪਰ ਜਦੋਂ ਇੰਜ ਰੁਕ ਕੇ ਆਸੇ-ਪਾਸੇ ਝਾਕਦਾ ਉਹਦੀ ਨਿਗਾਹ ਬਹੁਤ ਓਪਰੀ ਲੱਗਦੀ। ਫਿਰ ਠੋਲੇ ਦੀ ਦੁਕਾਨ ਕੋਲ ਆ ਕੇ ਉਹ ਜਿਵੇਂ ਸੁੱਤੇ ਸੁਭਾਈ ਰੁਕ ਗਿਆ। ਮੀਂਹ ਹੁਣ ਵਧੇਰੇ ਛੜਾਕੇ ਨਾਲ ਵਰਨ ਲੱਗ ਪਿਆ ਸੀ। ਬਿਸ਼ਨਾ ਗਾਂਹ ਹੋ ਕੇ ਦੁਕਾਨ ਦੇ ਚੌਂਤਰੇ ਦੇ ਨੇੜੇ ਹੋ ਖੜੋਤਾ। ਦੁਕਾਨ ਅੱਗੇ ਪਾਏ ਟੀਨ ਦੇ ਛਤੜੇ ਹੇਠ ਡੱਠੇ ਤਖਤਪੋਸ਼ਾਂ ਉੱਤੇ ਵਿਛੀਆਂ ਚਿੱਟੀਆਂ ਚਾਦਰਾਂ ਤੇ ਵੱਡੇ ਸਰਾਣਿਆਂ ਉੱਤੇ ਠੋਲੇ ਦੇ ਮੁੰਡੇ ਦੇ ਭਤੀਜੇ ਸਰਾਲਾ ਵਾਂਗ ਲਿਟੇ ਪਏ ਸੀ। ਉਹਨਾਂ 'ਚੋਂ ਦੋ ਨੇ ਮਲਮਲ ਦੀਆਂ ਧੋਤੀਆਂ ਤੇ ਬਨੈਨਾਂ ਪਾਈਆਂ ਸੀ। ਇੱਕ ਨੇ ਮਲਮਲ ਦਾ ਕੁੜਤਾ ਅੱਗੋਂ ਤਾਂ ਚੱਕ ਕੇ ਢਿੱਡ ਤੇ ਉਂਗਲਾਂ ਨਾਲ ਢੋਲਕੀ ਵਜਾ ਰਿਹਾ ਸੀ ਤੇ ਦੋ ਪੱਲੇਦਾਰ ਤਖਤਪੋਸ਼ਾਂ ਤੇ ਪਰੇ ਬੈਠੇ ਬੋਰੀਆਂ ਦੇ ਉਲਝੇ ਸੇਬੇ ਸੁਲਝਾ ਕੇ ਰੱਖੀ ਜਾਂਦੇ ਸੀ। ਤੇ ਦੁਕਾਨ ਦੇ ਅੰਦਰ ਬਿਜਲੀ ਦੇ ਲਾਟੂਆਂ ਦਾ ਬੜਾ ਤੇਜ਼ ਚਾਨਣ ਸੀ ਤੇ ਠੋਲੇ ਦਾ ਮੁਨੀਮ ਮਗਰਲੀ ਕੰਧ ਨਾਲ ਮੋਹਰੇ ਇੱਕ ਪੇਟੀ ਜਿਹੀ ਉੱਤੇ ਵਹੀਆਂ ਖਿਲਾਰੀ ਕੁਝ ਲਿਖੀ ਜਾਂਦਾ ਸੀ। ਬਿਸ਼ਨੇ ਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਨਹੀਂ ਸੀ, ਪਰ ਉਹਦਾ ਗੰਜਾ ਸਿਰ ਹੇਤੀਏ ਦੇ ਸਿਰ ਵਰਗਾ ਹੀ ਲੱਗਿਆ। ਉਹਨੂੰ ਇੰਜ ਖੜੋ ਕੇ ਅੰਦਰ ਬਾਹਰ ਤਾੜਵੀਂ ਨਿਗਾਹ ਝਾਕਦਿਆਂ ਵੇਖ ਕੇ ਠੋਲੇ ਦੇ ਵੱਡੇ ਮੁੰਡੇ ਨੇ ਪਾਸਾ ਲਿਆ ਤੇ ਸੁਨਹਿਰੀ ਫਰੇਮ ਵਾਲੀਆਂ ਐਨਕ ਸੂਤ ਕਰਦਿਆਂ ਤੀਵੀਆਂ ਵਰਗੀ ਬਰੀਕ ਆਵਾਜ਼ 'ਚ ਬੋਲਿਆ, ਆ ਜਾ ਮਿਸਤਰੀਆ, ਮੀਚ ਕਾਹਨੂੰ ਭੇਜਦਾ, ਅੱਗੇ ਆ ਕੇ ਬਹਿ ਜਾ। ਬਿਸ਼ਨੇ ਨੇ ਪਿੱਠ ਪਿੱਛੇ ਹੱਥ ਕਰੀ ਖੜੋਤਿਆਂ ਉਹਦੇ ਵੱਲ ਖੁੱਭਵੀਂ ਨਿਗਾਹ ਨਾਲ ਵੇਖਿਆ ਤਾਂ ਐਨਕ ਲਾ ਕੇ ਛੇਤੀ ਧੋਤੀ ਦੇ ਪੱਲੇ ਨਾਲ ਸਾਫ਼ ਕਰਨ ਲੱਗ ਪਿਆ। ਫਿਰ ਉਹਨੇ ਛੱਪੜ ਦੀ ਗੱਭ ਵਿੱਚ ਲਿਟੀ ਮੱਝ ਵਾਂਗ ਪਾਸਾ ਲੈਂਦਿਆਂ ਉਵੇਂ ਹੀ ਉੱਚੀ ਸਾਰੀ ਫੁਕਾਰਾ ਜਿਹਾ ਮਾਰਿਆ। ਬਾਕੀ ਦੇ ਤਿੰਨੇ ਚਾਰੇ ਸੇਠਾਂ ਨੇ ਵੀ ਵਾਰੀ ਉਹਨੂੰ ਘੂਰ ਕੇ ਵੇਖਿਆ। ਕੀ ਗੱਲ? ਠੋਲੇ ਦੇ ਵੱਡੇ ਮੁੰਡੇ ਨੇ ਐਨਕ ਮੁੜ ਲਾਉਂਦਿਆਂ ਆਖਿਆ। ਬਾਈ ਜੀ ਨੂੰ ਮਿਲਣ ਆਇਆ ਸੀ। ਪਰ ਐਨਕ ਲਾ ਕੇ ਵੀ ਉਹ ਬਿਸ਼ਨੇ ਦੀਆਂ ਅੱਖਾਂ ਵੱਲ ਸਿੱਧਾ ਨਾ ਝਾਕ ਸਕਿਆ ਤੇ ਸੇਬੇ ਸੁਲਝਾਉਂਦੇ ਪੱਲੇਦਾਰਾਂ ਵੱਲ ਝਾਕਦਿਆਂ ਆਪ ਮੁਹਾਰਾ ਹੀ ਬੋਲੀ ਗਿਆ, ਉਹ ਤਾਂ ਦਿਨ ਛਿਪਿਆ ਆਊ, ਘਰੇ ਗਿਆ। ਜੇ ਕੋਈ ਕੰਮ ਧੰਦਾ ਹੈ ਤਾਂ ਸਾਨੂੰ ਦੱਸ ਜਾ, ਅਸੀਂ ਦੇ ਦਿਆਂਗੇ ਸੁਨੇਹਾ। ਤਾਂ ਬਿਸ਼ਨਾ ਬਿੰਦ ਕੁ ਹੋਰ ਚੁੱਪ ਰਿਹਾ ਤੇ ਫਿਰ ਆਪੇ ਹੀ ਉਹਦੇ ਮੂੰਹ ਨਿਕਲ ਗਿਆ, ਉਹਦੇ ਬਸ ਦਰਸ਼ਨ ਹੀ ਕਰਨੇ ਸੀ। ਹਲਾ? ਠੋਲੇ ਦੇ ਮੁੰਡੇ ਨੇ ਬਿਸ਼ਨੇ ਦੀ ਖਰਵੀ ਆਵਾਜ਼ ਤੋਂ ਘਾਬਰ ਕੇ ਜਿਵੇਂ ਥਥਲਾਉਂਦਿਆਂ ਆਖਿਆ। ਕਹਿ ਦਿਆਂਗੇ, ਆਥਣੇ ਜਦੋਂ ਆਇਆ। ਜੀ ਆਏ ਨੂੰ। ਉਵੇਂ ਤਿੱਖੀਆਂ ਨਜ਼ਰਾਂ ਨਾਲ ਦੁਕਾਨ ਦੇ ਅੰਦਰ ਬਾਹਰ ਝਾਕਦਿਆਂ ਉਹ ਅਗਾਂਹ ਤੁਰ ਪਿਆ ਤੇ ਜਦੋਂ ਸਟੇਸ਼ਨ ਵਾਲੇ ਵੱਡੇ ਮਹਿਰਾਬੀ ਦਰਵਾਜ਼ੇ ਦੇ ਕੋਲ ਅੱਪੜਿਆ ਤਾਂ ਜਾਪਿਆ ਜਿਵੇਂ ਉਹਦੀ ਪਿੱਠ ਪਿੱਛੇ ਉੱਚੀ ਕੋਈ ਹੱਸਿਆ ਹੋਵੇ। ਆਵਾਜ਼ ਜਨਾਨੀ ਲੱਗਦੀ ਸੀ। ਰੁੱਕ ਕੇ ਛੇਤੀ ਦੇਣੇ ਪਛਾਣ ਵੇਖਿਆ ਸੁੰਨੀ ਸੜਕ ਉੱਤੇ ਮਾੜੀਆਂ ਕਣੀਆਂ ਦੇ ਮੱਠੇ ਖੜਾਕ ਤੋਂ ਬਿਨਾਂ ਹੋਰ ਕੋਈ ਆਵਾਜ਼ ਨਹੀਂ ਸੀ ਸੁਣਦੀ।
दूर तक ना कोई बंदा ना तीवीं, कोई नहीं सी। ਇੱਕ ਪਾਂ ਮਾਰਿਆ ਕੁੱਤਾ ਪਾਲੇ ਨਾਲ ਬੁਰੀ ਤਰ੍ਹਾਂ ਕੰਬਦਿਆਂ ਇੱਕ ਚਾਹ ਵਾਲੇ ਦੀ ਹੱਟੀ ਵਿੱਚ ਮੁੜ-ਮੁੜ ਭੱਜ ਕੇ ਜਾਂਦਾ ਸੀ, ਪਰ ਹੱਟੀ ਵਾਲਾ ਭੱਠੀ ਦੇ ਕੋਲੇ ਫਰੋਲਣ ਵਾਲੇ ਸਰੀਏ ਨਾਲ ਉਹਨੂੰ ਡਰਾ ਕੇ ਫਿਰ ਬਾਹਰ ਭਜਾ ਦਿੰਦਾ ਸੀ। ਉਹਨਾਂ ਦੋਹਾਂ ਨੇ ਜਿਵੇਂ ਜਿੱਦ ਫੜੀ ਹੋਈ ਹੋਵੇ। ਪਰ ਚੌਥੀ ਪੰਜਵੀਂ ਵਾਰ ਜਦੋਂ ਹੱਟੀ ਵਾਲੇ ਨੇ ਗਾਲ ਕੱਢ ਕੇ ਸਰੀਆ ਟਕਾ ਕੇ ਕੰਗ ਦਰੋੜ ਤੇ ਮਾਰਿਆ ਤਾਂ ਕੁੱਤਾ ਚਿਚਲਾਉਂਦਾ ਚਾਰੇ ਲੱਤਾਂ ਇਕੱਠੀਆਂ ਕਰਕੇ ਟੇਢਾ ਭੱਜਦਾ ਸੜਕ ਦੇ ਦੂਜੇ ਪਾਸੇ ਵੱਲ ਨੱਸਿਆ ਤੇ ਸੜਕੋਂ ਪਾਰ ਜਾਣ ਸਾਰ ਨਾਲੀ ਦੇ ਤੇਜ਼ ਵਗਦੇ ਗੋਡੇ ਪਾਣੀ 'ਚ ਜਾ ਡਿੱਗਿਆ। 2-3 ਵਾਰੀ ਚਾਉਂ ਹੋਰ ਕੀਤੀ ਤੇ ਫਿਰ ਉਹਦੀ ਬੁੱਥੀ ਪਾਣੀ ਤੋਂ ਬਾਹਰ ਰਹਿ ਗਈ। ਬਾਕੀ ਸਾਰਾ ਪਾਣੀ 'ਚ ਡੁੱਬ ਗਿਆ। ਬਿੰਦ ਕੁ ਹੋਰ ਬਿਸ਼ਨਾ ਉੱਥੇ ਖੜੋਤਾ ਉਹਦੇ ਵੱਲ ਵਹਿੰਦਾ ਰਿਹਾ, ਪਰ ਕੁੱਤਾ ਨਾ ਹਿੱਲਿਆ। ਫਿਰ ਉਹਨੇ ਇੱਕ ਭਰਵੀਂ ਨਜ਼ਰ ਚਾਹ ਵਾਲੇ ਵੱਲ ਵੇਖਿਆ ਤੇ ਗਾਂਹ ਤੁਰ ਆਇਆ। ਸਟੇਸ਼ਨ ਵੱਲੋਂ ਹੋ ਕੇ ਉਹ ਲੀਹੋਂ ਪਾਰ ਖਟੀਕਾਂ ਦੀ ਬਸਤੀ ਵੱਲ ਤੁਰਿਆ ਗਿਆ, ਜਿੱਥੇ ਹੇਤੀਆ ਰਹਿੰਦਾ ਸੀ। ਮੀਂਹ ਹੁਣ ਬੰਦ ਹੋ ਚੁੱਕਿਆ ਸੀ। ਹਵਾ ਵੀ ਅੱਗੇ ਨਾਲੋਂ ਘਟ ਗਈ ਸੀ, ਪਰ ਬਿਸ਼ਨੇ ਨੂੰ ਸਗੋਂ ਠੰਡ ਲੱਗਣ ਲੱਗ ਪਈ ਸੀ। ਹੇਤੀਏ ਦੇ ਘੋਰਨੇ ਅਰਗੇ ਘਰ ਸਾਹਮਣੇ ਰੁਕਦਿਆਂ ਉਹਨੇ ਵੇਖਿਆ ਬਾਹਰਲਾ ਬੰਸਾਂ ਦਾ ਖਿੜਕ ਖੁੱਲ੍ਹਾ ਸੀ, ਪਰ ਘਚੋਰ ਕੋਠੜੀ ਦੇ ਟੁੱਟੇ ਬੂਹੇ ਦਾ ਇੱਕ ਤਖਤਾ ਬੰਦ ਸੀ। ਉਹ ਸਿੱਧਾ ਗਾਂਹ ਤੁਰਿਆ ਗਿਆ। ਕੋਠੜੀ ਦੇ ਨੇੜੇ ਜਾ ਕੇ ਉਹਨੇ ਪੈਰ ਹੋਰ ਕਾਲੇ ਹੋ ਗਏ। ਤਖਤੇ ਉੱਤੇ ਟੰਗੀ ਇੱਕ ਗੁੜ ਨਾਲ ਲਿਬੜੀ ਬੋਰੀ ਕੁੱਤੇ ਦੇ ਪਾਟੇ ਕੰਨ ਵਾਂਗ ਲਮਕੀ ਜਾਂਦੀ ਸੀ। ਬਿਸ਼ਨੇ ਨੇ ਛੇਤੀ ਦੇਣੇ ਬੋਰੀ ਖਿੱਚੀ ਤੇ ਜਦੋਂ ਤਖਤਾ ਖੋਲ ਕੇ ਅੰਦਰ ਗਿਆ ਤਾਂ ਹੇਤੀਆ ਉੱਥੇ ਨਹੀਂ ਸੀ। ਕੋਠੜੀ ਦੀ ਬਾਂਸਾਂ ਸਿਰਕੀਆਂ ਦੀ ਛੱਤ ਵਿੱਚੋਂ ਇੱਕ ਪਾਸਿਓਂ ਵੱਡਾ ਸਾਰਾ ਮਘੋਰਾ ਹੋਇਆ ਸੀ। ਉਸ ਤੋਂ ਮੀਂਹ ਦਾ ਪਾਣੀ ਪੈ ਸਾਰੀ ਕੋਠੜੀ ਛੱਪੜ ਵਾਂਗ ਪਾਣੀ ਨਾਲ ਭਰੀ ਹੋਈ ਸੀ। ਚਿੱਕੜ ਗੰਧਲੇ ਪਾਣੀ 'ਚ ਹੇਠ ਚੁੱਲ੍ਹੇ ਦੀਆਂ ਕਾਲੀਆਂ ਇੱਟਾਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਦਿਸ ਰਿਹਾ। ਇੱਕ ਖੂੰਜੇ 3-4 ਪਾਟੇ ਪੱਲੜ ਭਿੱਜ ਕੇ ਗਲੇ ਕਾਗਜ਼ਾਂ ਵਾਂਗ ਪਏ ਸੀ ਤੇ ਉਹਨਾਂ ਵਿੱਚੋਂ ਅਜੀਬ ਜਿਹਾ ਮੁਸ਼ਕ ਆ ਰਿਹਾ ਸੀ। ਤੇ ਜਦੋਂ ਉਹਨੇ ਚਾਰੇ ਪਾਸੇ ਕੰਧਾਂ ਵੱਲ ਵੇਖਿਆ ਤਾਂ ਛਿਟੀਆਂ ਦੇ ਡੱਕਿਆਂ ਦੀਆਂ ਕਿੱਲੀਆਂ ਉੱਤੇ ਸਪੋਲੀਆਂ ਵਾਂਗ 2-3 ਸਣ ਦੇ ਤੇ ਮੁੰਜ ਦੀਆਂ ਲਮਕਦੀਆਂ ਰੱਸੀਆਂ ਤੋਂ ਬਿਨਾਂ ਹੋਰ ਕੁਝ ਨਾ ਦਿਸਿਆ। ਬਿੰਦਕ ਧਿਆਨ ਨਾਲ ਵੇਖਣ ਮਗਰੋਂ ਸਾਹਮਣੀ ਕੰਧ ਨਾਲ ਛੱਤ ਦੇ ਨੇੜੇ ਕਰਕੇ ਇੱਕ ਤੂੰਬਾ ਜਿਹਾ ਲਮਕਦਾ ਦਿਸਿਆ। ਬਿਸ਼ਨਾ ਗਾਰੇ ਵਿੱਚ ਪੈਰ ਧਰਦਿਆਂ ਗਾਂਹ ਲੰਘ ਕੇ ਉਹਦੇ ਨੇੜੇ ਜਾਂਦਾ ਰਿਹਾ। ਤੂੰਬੇ ਦੇ ਗਲ ਨੂੰ ਬੰਨੀ ਉਂਗਲ ਵਰਗੀ ਮੋਟੀ ਕਾਲੀ ਸ਼ਾਹ ਰੱਸੀ ਦੇ ਵੱਟ ਨਹੀਂ ਸੀ ਦਿਸਦੇ। ਬਾਂਹ ਉੱਚੀ ਕਰਕੇ ਬਿਸ਼ਨੇ ਨੇ ਹੌਲੀ ਦੇਣੇ ਉਹ ਲਾ ਲਿਆ। ਉਹਦੇ ਮੂੰਹ ਤੇ ਕੱਸ ਕੇ ਬੰਨੀ ਲੀਰ ਵੀ ਪਾਣੀ ਨਾਲ ਭਿੱਜ ਕੇ ਗਲ ਗਈ ਲੱਗਦੀ ਸੀ। ਉਹਨੇ ਚੂੰਡੀ ਨਾਲ ਫੜ ਕੇ ਲੀਰ ਖਿੱਚੀ ਤਾਂ ਸੁਆਹ ਵਾਂਗ ਭੁਰ ਕੇ ਖਿੱਲਰ ਗਈ। ਬਿਸ਼ਨੇ ਨੇ ਜਦੋਂ ਕੁੱਪੀ ਨੂੰ ਨੱਕ ਕੋਲ ਕੀਤਾ, ਉਸ ਚੋਂ ਇੱਕਦਮ ਅਜਿਹੀ ਤੇਜ਼ ਤੇ ਭੈੜੀ ਬਦਬੂ ਆਈ ਕਿ ਜੀ ਕੱਚਾ ਹੋਣ ਲੱਗ ਪਿਆ। ਧੁੜ ਲੈ ਕੇ ਉਹਨੇ ਕੁੱਪੀ ਮੁੜ ਕਿੱਲੀ ਤੇ ਟੰਗਤੀ। ਦੂਜੇ ਪਲ ਉਹਨੂੰ ਸਾਰੀ ਕੋਠੜੀ 'ਚੋਂ ਜਿਹਾ ਗਲ ਘੋਟੂ ਮੁਸ਼ਕ ਆਇਆ ਕਿ ਹੋਰ ਬਿੰਦ ਵੀ ਉੱਥੇ ਖੜੋਤਾ ਨਾ ਗਿਆ। ਕਾਲੇ ਪੈਰੀ ਬਾਹਰ ਨਿਕਲ ਆਇਆ। ਹੇਤੀਏ ਦਲਾਲ ਨੇ ਦੇਖਣ ਆਏ ਥੇ ਕਿ ਬਾਹਰ ਖਿੜਕ ਕੋਲ ਇੱਕ ਸੁਕੜੂ ਜਿਹੇ ਖਟੀਕ ਨੇ ਜਿਹਦੇ ਪਿੰਡੇ 'ਚ ਚਮੜੇ ਦੇ ਤੇ ਕਿੱਕਰ ਦੇ ਸ਼ੱਕ ਦਾ ਮੁਸ਼ਕ ਆ ਰਿਹਾ ਸੀ। ਉਹਨੂੰ ਅੰਦਰੋਂ ਨਿਕਲਦਿਆਂ ਵੇਖ ਕੇ ਕਿਹਾ ਤੇ ਫਿਰ ਲੰਮਾ ਸਾਹ ਖਿੱਚ ਕੇ ਬੋਲਿਆ, ਵਾਹ ਤੂੰ ਪਰਸੋਂ ਆਥਣੇ ਮਰ ਗਿਆ। हमने फूकिया बेचारा, और तो कोई बाली बारस उसका था नहीं, कोई के कर सका है। भला आदमी था, राम राम, अच्छा भगवान की लीला सहजी। ਉਹਦੇ ਮਰ ਗਿਆ ਕਹਿਣ ਉੱਤੇ ਇੱਕ ਵਾਰੀ ਬਿਸ਼ਨੇ ਨੇ ਉਸ ਖਟੀਕ ਦੇ ਹੇਤੀਏ ਵਰਗੇ ਦਿਸਦੇ ਚਿਹਰੇ ਵੱਲ ਵੇਖਿਆ ਤੇ ਫਿਰ ਬਿੰਦਕ ਉਹਦੇ ਵੱਲ ਇਉਂ ਝਾਕਦਾ ਰਿਹਾ ਜਿਵੇਂ ਉਹਦੀ ਗੱਲ ਦਾ ਉਹਨੂੰ ਇਤਬਾਰ ਨਾ ਆਇਆ ਹੋਵੇ। ਉਦੋਂ ਪਿੱਛੇ ਖਟੀਕ ਨੇ ਕੀ ਬੋਲਿਆ ਬਿਸ਼ਨੇ ਨੂੰ ਨਹੀਂ ਸੁਣਿਆ। ਮਰ ਗਿਆ? ਹੌਲੀ ਦੇਣੀ ਕਿੰਨੇ ਚਿਰ ਪਿੱਛੋਂ ਆਪ ਮੁਹਾਰਾ ਹੀ ਬਿਸ਼ਨਾ ਜਿਵੇਂ ਬਰੜਾਇਆ। ਹਾਂ, ਪਰਸੋਂ ਰਾਤ ਨੇ, ਖਟੀਕ ਨੇ ਕਿਹਾ ਤੇ ਨੀਵੀਂ ਪਾ ਕੇ ਤੁਰ ਗਿਆ। ਬਿਸ਼ਨੇ ਨੇ ਭੌਂ ਕੇ ਇੱਕ ਵਾਰ ਹੋਰ ਬਾਂਸਾਂ ਦੀ ਖਿੜਕ ਤੇ ਫਿਰ ਘਚੋਰ ਕੋਠੜੀ ਦੇ ਖੁੱਲੇ ਬੂਹੇ ਵੱਲ ਵੇਖਿਆ ਤੇ ਸੁੰਨਾ ਆਲੇ ਦੁਆਲੇ ਝਾਕਦਾ ਤੁਰ ਪਿਆ। ਲਾਈਨੋਂ ਪਾਰ ਆ ਕੇ ਉਹ ਖੱਬੇ ਹੱਥ ਮੁੜਿਆ ਤੇ ਮੰਡੀ ਦੇ ਉੱਤੋਂ ਦੀ ਹੋ ਤੁਰਿਆ। ਇੱਧਰ ਉੱਚੀਆਂ ਹਵੇਲੀਆਂ ਦੀਆਂ ਪਿੱਠਾਂ ਸਨ ਤੇ ਕੱਚਾ ਰਾਹ ਚਿੱਕੜ ਨਾਲ ਭਰਿਆ ਹੋਇਆ ਸੀ। ਉਹਦੇ ਪੈਰ ਗਿੱਟਿਆਂ ਤਾਈਂ, ਕਿਤੇ ਪਿੰਜੜੀਆਂ ਤਾਈਂ ਖੁੱਬ ਜਾਂਦੇ ਸਨ। ਤਦ ਵੀ ਉਹ ਇੰਜ ਤੁਰ ਰਿਹਾ ਸੀ ਜਿਵੇਂ ਭੱਜ ਕੇ ਕਿਸੇ ਨੂੰ ਫੜਨਾ ਹੋਵੇ। ਜਿਉਂ ਵਧੇਰੇ ਕਾਲੇ ਕਦਮ ਪੁੱਟ ਰਿਹਾ ਸੀ, ਉਹਦਾ ਪਿੰਡਾ ਤਪਦਾ ਜਾਂਦਾ ਸੀ ਤੇ ਹੌਲੀ ਉਸ ਚੋਂ ਉਹਨੂੰ ਸੇਕ ਆਉਂਦਾ ਮਹਿਸੂਸ ਹੋਣ ਲੱਗ ਪਿਆ। ਖਟੀਕਾਂ ਦੀ ਬਸਤੀ ਤੋਂ ਕਿੰਨਾ ਹੀ ਦੂਰ ਆ ਕੇ ਜਦੋਂ ਨਿਗਾਹ ਉੱਚੀ ਕੀਤੀ ਤਾਂ ਸਾਹਮਣੇ ਉਹਨੂੰ ਇੱਕ ਢੱਠੀ ਕੰਧ ਦਿਸੀ ਤੇ ਕੰਧ ਦੇ ਪਿਛਲੇ ਪਾਸੇ ਛੱਪਰ ਦਾ ਸਰਕੜਾ। ਇੱਕੋ ਪਲ ਰੁਕਿਆ, ਉਹਨੂੰ ਕਾਨੀਏ ਦਾ ਚੇਤਾ ਆਇਆ। ਫਿਰ ਉਵੇਂ ਵੱਡੀਆਂ ਪਲੰਘਾਂ ਪੁੱਟਦਾ ਪਿੱਠ ਪਿੱਛੇ ਹੱਥ ਲਮਕਾਈ ਨੀਵੀਂ ਪਾ ਕੇ ਤੁਰਨ ਲੱਗ ਪਿਆ। ਉਸੇ ਚਾਲ ਤੇਲੀ ਮਹੱਲੇ ਵਿੱਚੋਂ ਦੀ ਹੁੰਦਿਆਂ ਆਪਣੀ ਕੋਠੜੀ ਵਿੱਚ ਇਉਂ ਆ ਵੜਿਆ ਜਿਵੇਂ ਅੰਦਰ ਲੁਕਣਾ ਚਾਹੁੰਦਾ ਹੋਵੇ। ਅੰਦਰ ਵੜਨ ਸਾਰ ਉਹਨੇ ਬੂਹਾ ਬੰਦ ਕਰ ਲਿਆ। ਅੰਗ 34ਵਾਂ। ਬਿਸ਼ਨਾ ਜਦੋਂ ਦਾ ਕੋਠੜੀ 'ਚ ਆ ਕੇ ਮੰਜੇ ਤੇ ਪਿਆ ਸੀ, ਉਦੋਂ ਤੋਂ ਹੀ ਉਹਨੂੰ ਅੱਛਵੀ ਲੱਗੀ ਸੀ। ਪਾਸੇ ਮਾਰ ਉਹ ਅੱਕ ਚੁੱਕਿਆ ਸੀ ਤੇ ਹੁਣ ਸਿੱਧਾ ਛੱਤ ਵੱਲ ਝਾਕੀ ਜਾਂਦਾ ਸੀ। ਇੰਜ ਪਿਆਈ ਉਹਨੇ ਕਿੰਨੇ ਉੱਪਰੇ ਵਿਚਾਰ ਉਹਦੇ ਮਨ 'ਚ ਆ ਚੁੱਕੇ ਸੀ, ਪਰ ਹੁਣ ਕੁਝ ਚਿਰ ਤੋਂ ਦਿਮਾਗ ਤੇ ਜ਼ੋਰ ਪਾ ਕੇ ਸੋਚਣ ਤੇ ਵੀ ਕੋਈ ਗੱਲ ਨਹੀਂ ਸੀ ਔੜ ਰਹੀ।
ਚਾਰੇ ਪਾਸੇ ਸੰਘਣਾ ਹਨੇਰਾ ਪਸਰ ਰਿਹਾ ਸੀ, ਪਰ ਬਿਸ਼ਨੇ ਨੇ ਅਜੇ ਉੱਠ ਕੇ ਦੀਵਾ ਨਹੀਂ ਸੀ ਜਗਾਇਆ। ਤਾਇਆ, ਉਹਨੂੰ ਇੱਕ ਓਪਰੀ ਜਿਹੀ ਆਵਾਜ਼ ਸੁਣੀ ਤੇ ਨਾਲ ਹੀ ਤਖਤਿਆਂ ਉੱਤੇ ਕਿਸੇ ਨੇ ਧੱਫਾ ਮਾਰਿਆ। ਤਾਇਆ, ਲਮਕਵੀਂ ਆਵਾਜ਼ ਫੇਰ ਆਈ ਤੇ ਉਹਦੇ ਉੱਠਣੋਂ ਪਹਿਲਾਂ 2-3 ਹੋਰ ਧੱਫੇ ਵੱਜੇ। ਬਿਸ਼ਨੇ ਨੇ ਉੱਠ ਕੇ ਬੂਹਾ ਖੋਲਿਆ। ਇੱਕ ਵਾਰੀ ਤਾਂ ਮਾਘੀ ਉੱਲਰ ਕੇ ਉਹਦੇ ਉੱਤੇ ਹੀ ਆ ਡਿੱਗਿਆ। ਫਿਰ ਉੱਠ ਕੇ ਗਾਂਹ ਹੁੰਦਿਆਂ ਮੋਢਾ ਕੋਲੇ ਨਾਲ ਲਾ ਲਿਆ। ਤਾਇਆ ਸਾਹਿਬ, ਉੱਥੇ ਖੜੋਤਿਆਂ ਦੇ ਬੁੱਲਾਂ ਤੇ ਜੀਭ ਫੇਰਦਿਆਂ ਮਾਘੀ ਥਿੜਕਵੀਂ ਆਵਾਜ਼ 'ਚ ਬੋਲਿਆ, ਅੱਜ ਤਾਂ ਮੇਰੇ ਪੱਤਿਆਰਿਆਂ ਨੇ ਬਾਹਲੀ ਪਿਆਤੀ। ਹਨੇਰੇ ਕਰਕੇ ਬਿਸ਼ਨੇ ਨੂੰ ਮਾਘੀ ਦਾ ਚਿਹਰਾ ਨਹੀਂ ਸੀ ਦਿਸਦਾ। ਉਹਨੇ ਡੱਬੀ ਲੱਭ ਕੇ ਦੀਵਾ ਜਗਾਇਆ। ਜਦੋਂ ਚਾਨਣੇ ਭੌਂ ਕੇ ਉਹਦੇ ਮੂੰਹ ਵੱਲ ਵੇਖਿਆ ਤੇ ਪਛਾਣ ਨਾ ਆਈ। ਸਿਰੋਂ ਨੰਗਾ ਸੀ। ਅੰਗਰੇਜ਼ੀ ਹਜਾਮਤ ਸੱਜਰੀ ਕਰਾਈ ਹੋਣ ਕਰਕੇ ਜਟੂਰੀਆਂ ਅੱਖਾਂ 'ਚ ਪੈ ਰਹੀਆਂ ਸੀ। ਕਮੀਜ਼ ਚਿੱਕੜ ਨਾਲ ਲਿਬੜਿਆ ਹੋਇਆ, ਤੇੜ ਉਹੀ ਵੱਡੀ ਸਾਰੀ ਖਾਕੀ ਨਿੱਕਰ, ਕੋਲੇ ਨਾਲ ਸਿਰ ਲਾਈ ਤੇ ਦੋਏ ਹੱਥ ਸਿਰੋਂ ਤਾਂ ਕਰਕੇ ਕਿਰਲੀ ਦੇ ਪਹੁੰਚਿਆ ਵਾਂਗ ਕੰਧ 'ਚ ਉਂਗਲਾਂ ਗੱਡੀ ਹੋਇਓ ਟੇਢਾ ਜਿਹਾ ਹੋਇਆ ਖੜਾ ਸੀ, ਜਿਵੇਂ ਆਪਣੇ ਆਪ ਨੂੰ ਡਿੱਗਣੋਂ ਬਚਾ ਰਿਹਾ ਹੋਵੇ। ਬਿਸ਼ਨੇ ਵੱਲ ਮੂੰਹ ਚੁੱਕ ਕੇ 2-3 ਵਾਰੀ ਉਹਨੇ ਨਜ਼ਰਾਂ ਜ਼ੋਰ ਲਾ ਕੇ ਅੱਖਾਂ ਪੁੱਟੀਆਂ, ਪਰ ਮੱਲੋ ਜ਼ੋਰੀ ਮਿਚ ਗਈਆਂ। ਦੂਰ ਖੜੋਤਾ ਬਿਸ਼ਨਾ ਉਹਨੂੰ ਬਿੰਦਕ ਗੌਰ ਨਾਲ ਵੇਖਦਾ ਰਿਹਾ। ਮਾਘੀ ਦਾ ਸਿਰ ਬੂਹੇ ਦੀ ਉਤਲੀ ਸਰਦਲ ਤੋਂ 4 ਕੁ ਉਂਗਲਾਂ ਹੀ ਨੀਵਾਂ ਸੀ। ਉਹਦੇ ਚਿਹਰੇ ਤੋਂ ਅੱਲੜ ਉਮਰ ਦੇ ਮੁੰਡਿਆਂ ਵਾਲਾ ਕੋਈ ਪ੍ਰਭਾਵ ਨਹੀਂ ਸੀ ਪੈਂਦਾ। ਪੱਕੀ ਉਮਰ ਦੇ ਬੰਦਿਆਂ ਵਾਂਗ ਚਿਹਰੇ ਤੇ ਇੱਕ ਓਪਰੀ ਜਿਹੀ ਸਥਿਰਤਾ ਤੇ ਕਸਾ ਸੀ। ਨੱਕ ਦੇ ਦੋਹੀਂ ਪਾਸੀ ਵਰਾਛਾਂ ਤਾਈਂ 2 ਸਾਫ਼ ਦਿਸਦੀਆਂ ਲੀਕਾਂ ਸੀ ਤੇ ਸੇਲੀਆਂ ਦੇ ਅੰਦਰ ਸਿਰਿਆਂ ਤੋਂ ਲੈ ਕੇ 2 ਡੂੰਘੀਆਂ ਤਿਉੜੀਆਂ ਮੱਥੇ ਦੇ ਵਿਚਕਾਰ ਜਾ ਕੇ ਮੱਧਮ ਪੈ ਗਈਆਂ ਸੀ। ਰੰਗ ਕਾਮੇ ਬੰਦਿਆਂ ਵਾਂਗ ਧੁੱਪੀ ਰੜਿਆ ਹੋਇਆ ਸੀ। ਖਾਸ ਕਰ ਉਸ ਵਾਲਿਓਂ ਝਾਕਦਾ ਰਿਹਾ ਜਿਵੇਂ ਉਹਨੂੰ ਅੱਜ ਦੂਜੀ ਵਾਰੀ ਪਛਾਣਿਆ ਹੋਵੇ। ਇੱਧਰ ਸੂਤ ਹੋ ਕੇ ਬਹਿ ਜਾ। ਬਿਸ਼ਨੇ ਨੇ ਗਾਂਹ ਹੋ ਕੇ ਬਾਂਹ ਫੜਦਿਆਂ ਉਹਨੂੰ ਮੰਜੇ ਵੱਲ ਖਿੱਚਿਆ ਤੇ ਮਾਘੀ ਮਾੜੇ ਜਿਹੇ ਹੁਲਾਰੇ ਨਾਲ ਹੀ ਧੈਂ ਕਰਕੇ ਮੰਜੇ ਤੇ ਜਾ ਡਿੱਗਿਆ। ਡਿੱਗਦਿਆਂ ਉਹਦੀ ਇੱਕ ਲੱਤ ਬਾਹੀ ਤੋਂ ਹੇਠਾਂ ਲਮਕ ਗਈ, ਦੂਜੀ ਉਹਨੇ ਖੁੱਚ ਕੋਲੋਂ ਪੁਆਂਦਾਂ ਵਾਲੇ ਸੇਰਵੇ ਉੱਤੇ ਟਿਕਾ ਲਈ। ਮੰਜੇ ਤੇ ਪੈਂਦੇ ਪਲਾਤੇ ਚਾਨਣੇ 'ਚ ਮਾਘੀ ਦਾ ਚਿਹਰਾ ਵਧੇਰੇ ਉਪਰਾ ਲੱਗਣ ਲੱਗ ਪਿਆ ਸੀ। ਬਿੰਦ ਕੁ ਬਿਸ਼ਨਾ ਮੰਜੇ ਦੀ ਬਾਹੀ ਕੋਲ ਖੜੋਤਾ ਰਿਹਾ। ਜਦੋਂ ਉਹਨੂੰ ਸੂਤ ਕਰਕੇ ਪਾਉਣ ਲਈ ਗਾਂਹ ਹੋਇਆ ਤਾਂ ਮਾਘੀ ਜ਼ੋਰ ਨਾਲ ਸਿਰ ਛੰਡ ਕੇ ਬੜਵਾਏ ਇੰਜ ਬੋਲਣ ਲੱਗ ਪਿਆ ਜਿਵੇਂ ਬਰੜਾਹਟ ਕਰਦਾ ਹੋਵੇ। ਤਾਇਆ ਸਾਹਿਬ, ਅੱਜ ਮੈਂ ਮਰ ਜੂੰਗਾ, ਅੱਜ ਨਹੀਂ ਬਚਣਾ। ਜਾਂ ਮੈਂ ਆਪਦੇ ਪਿਓ ਨੂੰ ਮਾਰ ਦੂੰ ਜਾਂ ਮੈਂ ਆਪ ਮਰ ਜੂ। ਮਾਘੀ ਦੇ ਮੱਥੇ ਦੀਆਂ ਖੜਵੀਆਂ 2 ਤਿਉੜੀਆਂ ਹੋਰ ਡੂੰਘੀਆਂ ਹੋ ਗਈਆਂ। ਉਸ ਜ਼ੋਰ ਨਾਲ ਦੰਦ ਕਰੀਚੇ ਤੇ ਮੁੱਕਾ ਵੱਟ ਕੇ ਪਹਿਲਾਂ ਹਵਾ ਚੁੱਲ ਰਿਹਾ, ਫਿਰ ਸਾਰੇ ਜ਼ੋਰ ਨਾਲ ਮੰਜੇ ਦੀ ਬਾਹੀ ਵੱਲ ਚਲਾਇਆ। ਬਾਹੀ ਕੋਲੋਂ 2 ਸੰਘਿਆਂ ਦੀਆਂ ਰੱਸੀਆਂ ਦਾ ਪੁਰਾਣਾ ਵਾਣ ਟੁੱਟ ਕੇ ਵੱਡਾ ਸਾਰਾ ਮੋਰਾ ਹੋ ਗਿਆ। ਬਿੰਦ ਕੋ ਚੁੱਪ ਕੀਤਾ ਬੇਹਿੱਸ ਪਿਆ ਰਿਹਾ, ਫਿਰ ਉੱਚੀ ਜੀ ਚੀਕ ਮਾਰ ਕੇ ਕੂਕਿਆ, ਇਹ ਬੰਦੇ, ਇਹ ਮੇਰੇ ਪਿਓ ਵਰਗੇ ਤੇ ਠੋਲੇ ਸ਼ਾਹ ਵਰਗੇ ਸਭ ਬੰਦਿਆਂ ਨੂੰ ਮੈਂ ਖਾ ਜਾਂ ਹੈ ਓਏ ਐ। ਤੇ ਐ ਸ਼ਬਦ ਬੋਲਦਿਆਂ ਖੱਬੇ ਹੱਥ ਦੀ ਹਥੇਲੀ ਦੇ ਬਾਹਰਲੇ ਪਾਸੇ ਜ਼ੋਰ ਨਾਲ ਦੰਦੀ ਵੱਢੀ। ਹੱਥ ਦੀ ਛੱਤ ਉੱਚੜ ਗਈ। ਜਦੋਂ ਉਹਨੇ ਫਿਰ ਮੁੱਕਾ ਵੱਟ ਕੇ ਤਾਂ ਉਲਾਰਿਆ ਤਾਂ ਬਿਸ਼ਨੇ ਨੂੰ ਉਹਦੇ ਹੱਥ 'ਚੋਂ ਲਹੂ ਸਿਮਦਾ ਦਿਸ ਪਿਆ। ਤਾਇਆ ਓਏ, ਐਤਕੀ ਉਹਨੇ ਹੋਰ ਵੀ ਉੱਚੀ ਕਲਕਾਰੀ ਮਾਰੀ ਤੇ ਮੰਜੇ ਉੱਤੇ ਪਿਆਈ ਮੱਛੀ ਵਾਂਗ ਤਾਂ ਬੁੜਕਿਆ, ਓਏ ਤਾਇਆ, ਓਏ ਹੈ ਓਏ, ਮੈਂ ਮਰ ਗਿਆ ਓਏ, ਜਿਉਂਦਾ ਹੀ ਮਰ ਗਿਆ ਮੈਂ ਓਏ ਤਾਇਆ ਸਾਹਿਬ। ਮਾਘੀ ਦਾ ਉਲਰਿਆ ਮੁੱਕਾ ਧੜਕ ਦੇਣੇ ਹਥੌੜੇ ਵਾਂਗ ਉਹਦੀ ਹਿੱਕ ਤੇ ਆ ਪਿਆ। ਉਹਦਾ ਸਿਰ ਸਾਹ ਸੱਤਹੀਣ ਹੋ ਕੇ ਖੱਬੇ ਪਾਸੇ ਨੂੰ ਲੁੜਕ ਗਿਆ। ਪਲਕੂ ਪਹਿਲਾਂ ਜਿਹੜੀਆਂ ਉਹਦੀਆਂ ਅੱਖਾਂ ਅੰਗਿਆਰਾਂ ਵਾਂਗ ਦਗਦੀਆਂ ਦਿਸਦੀਆਂ ਸੀ, ਮਿਚਣ ਪਿੱਛੋਂ 2 ਕਾਲੇ ਤੇ ਡੂੰਘੇ ਟੋਇਆਂ ਵਾਂਗ ਲੱਗਣ ਲੱਗ ਪਈਆਂ। ਬਿਸ਼ਨਾ ਪਾਣੀ ਦੇ ਤੌੜੇ ਵੱਲ ਔਲਿਆ ਤੇ ਪਾਣੀ ਦੀ ਕੌਲੀ ਭਰ ਕੇ ਇੱਕ ਹੱਥ ਨਾਲ ਮਾਘੀ ਦਾ ਸਿਰ ਉਗਾਸਿਆ, ਉਹਦੇ ਬੁੱਲਾਂ ਨਾਲ ਲਾਤੀ, ਲੈ ਓਏ ਪਾਣੀ ਪੀ ਲੈ। ਬਿਸ਼ਨੇ ਦੀ ਆਵਾਜ਼ ਉਹਨੂੰ ਆਪ ਨੂੰ ਹੀ ਭਰੜਾਈ ਹੋਈ ਲੱਗੀ, ਪਰ ਮਾਘੀ ਬਿਲਕੁਲ ਨਾ ਹਿੱਲਿਆ, ਨਾ ਬੋਲਿਆ। ਉਹਨੂੰ ਦੰਦਲ ਪੈ ਗਈ ਸੀ। ਬਿਸ਼ਨੇ ਨੇ ਉਂਗਲਾਂ ਨਾਲ ਉਹਦੀਆਂ ਬਰਾਛਾਂ ਚੌੜੀਆਂ ਕੀਤੀਆਂ, ਧਾਰ ਬੰਨ ਕੇ ਮੂੰਹ 'ਚ ਪਾਣੀ ਪਾਉਣਾ ਚਾਹਿਆ, ਪਰ ਪਾਣੀ ਬਹੁਤਾ ਬਾਹਰ ਡੁੱਲ ਕੇ ਉਹਦੀ ਧੌਣ ਉੱਤੋਂ ਦੀ ਵਗਣ ਲੱਗ ਪਿਆ। ਉਹਨੇ ਕੌਲੀ ਪਾਸੇ ਰੱਖ ਕੇ ਉਹਦਾ ਨੱਕ ਘੁੱਟਿਆ, ਫਿਰ ਦੰਦਾਂ 'ਚ ਅੰਗੂਠਾ ਪਾ ਕੇ ਦੰਦਨ ਭੰਨੀ। ਨਾੜਾਂ ਦਾ ਕਸਾਰ ਢਿੱਲਾ ਹੋ ਗਿਆ, ਪਰ ਹਿੱਲਿਆ ਜੁਲਿਆ ਉਹ ਅਜੇ ਵੀ ਨਹੀਂ ਸੀ। ਉਹਦੀਆਂ ਅੱਖਾਂ ਹੋਰ ਡੂੰਘੀਆਂ ਧਸ ਗਈਆਂ ਲੱਗਦੀਆਂ ਸੀ। ਬਿਸ਼ਨਾ ਕਿੰਨਾ ਚਿਰ ਉਹਦੇ ਕੋਲ ਬੈਠਾ ਤਿੱਖੇ ਨਕਸ਼ਾਂ ਤੇ ਬੇਸਾਹ ਸੱਤ ਹੋਏ ਲੰਮੇ ਪਤਲੇ ਅੰਗਾਂ ਵੱਲ ਝਾਕਦਾ ਰਿਹਾ। ਫਿਰ ਉਹਨੂੰ ਆਪਣੀ ਹਿੱਕ 'ਚ ਪਸਲੀਆਂ ਤੋਂ ਹੇਠ ਅੱਗ ਵਾਂਗ ਕੁਝ ਮਗਦਾ ਲੱਗਿਆ। ਬਿੰਦਕ ਹੋਰ ਉਵੇਂ ਬੈਠਾ ਰਿਹਾ ਤੇ ਹੌਲੀ-ਹੌਲੀ ਇਉਂ ਲੱਗਣ ਲੱਗ ਪਿਆ ਜਿਵੇਂ ਉਹਦੀਆਂ ਅੱਖਾਂ ਅੰਨੀਆਂ ਹੋ ਰਹੀਆਂ ਹੋਣ। ਮਾਘੀ ਦਾ ਸਰੀਰ ਵੀ ਦਿਸਣੋਂ ਹਟਦਾ ਜਾਂਦਾ ਸੀ।
ਪਲਕੂ ਪਿੱਛੋਂ ਅੰਨਿਆਂ ਵਾਂਗ ਉੱਠਿਆ ਤੇ ਮੰਜੇ ਦੇ ਸਿਰਹਾਣੇ ਵੱਲੋਂ ਦੀ ਹੋ ਕੇ ਸੱਕਾਂ ਵਾਲੀ ਬੋਰੀ ਤੇ ਮਗਰ ਪਈ ਬੋਤਲ ਜਾ ਚੁੱਕੀ ਬੋਤਲ ਦਾ ਢੱਕਣ ਖੋਲਿਆ ਤੇ ਮੂੰਹ ਲਾ ਕੇ ਹੌਲੀ-ਹੌਲੀ ਇਉਂ ਪੀਣ ਲੱਗ ਪਿਆ ਜਿਵੇਂ ਤਿਹਾਇਆ ਬੰਦਾ ਤੱਤਾ ਪਾਣੀ ਪੀਂਦਾ ਹੋਵੇ। ਜਿੰਨਾ ਚਿਰ ਸਾਰੀ ਬੋਤਲ ਖਾਲੀ ਨਾ ਹੋਈ ਉਹ ਪੀਂਦਾ ਰਿਹਾ ਤੇ ਬੋਤਲ ਖਾਲੀ ਕਰਕੇ ਉਸ 'ਚ ਫੂਕ ਮਾਰੀ ਤੇ ਸੱਕਾਂ ਵਾਲੀ ਬੋਰੀ ਦੇ ਪਿਛਲੇ ਪਾਸੇ ਵਗਾਹ ਮਾਰੀ। ਫਿਰ ਮੁੱਛਾਂ ਤੇ ਹੱਥ ਫੇਰ ਕੇ ਆਹਾ ਕਰਦਿਆਂ ਆਪਣੀ ਕੁੱਬੀ ਹੋਈ ਪਿੱਠ ਸਿੱਧੀ ਕਰਕੇ ਇੱਕ ਲੰਮਾ ਸਾਹ ਖਿੱਚਿਆ ਤੇ ਜ਼ੋਰ ਨਾਲ ਇਉਂ ਛੱਡਿਆ ਜਿਵੇਂ ਹਿੱਕ 'ਚ ਬਲਦੀ ਅੱਗ ਬੁਝਾਉਣੀ ਚਾਹੁੰਦਾ ਹੋਵੇ। ਉਦੋਂ ਹੀ ਬਿਸ਼ਨੇ ਨੇ ਬੂਹਾ ਖੜਕਣ ਦੀ ਬਿੜਕ ਪਈ। ਉਹ ਛੇਤੀ ਦੇਣੀ ਉੱਧਰ ਔਲਿਆ ਤੇ ਜਦੋਂ ਕੁੰਡਾ ਖੋਲ ਕੇ ਬਾਹਰ ਝਾਕਿਆ ਗਲੀ ਦੇ ਵਿਚਕਾਰ ਸੰਘਣੇ ਹਨੇਰੇ ਵਿੱਚ ਦੀ ਉਹਨੂੰ ਕਾਲੇ ਪੈਰੀ ਤੁਰੇ ਜਾਂਦੇ ਬੰਦੇ ਦਾ ਆਕਾਰ ਦਿਸ ਪਿਆ। ਉਹ ਛੇਤੀ ਦੇਣੇ ਕੋਠੜੀਓਂ ਬਾਹਰ ਨਿਕਲ ਆਇਆ। ਉਹ ਆਕਾਰ ਖੱਬੇ ਪਾਸੇ ਭੌਂ ਕੇ ਉਵੇਂ ਕਾਲਾ-ਕਾਲਾ ਤੁਰਦਾ ਅਗਲਾ ਮੁੜ ਗਿਆ। ਬਿਸ਼ਨਾ ਮੋੜ ਤਾਈਂ ਉਹਦੇ ਮਗਰ ਤੁਰਿਆ ਗਿਆ। ਉਹ ਬੰਦਾ ਭਗਤੇ ਕੇ ਕਾਰਖਾਨੇ ਦਾ ਬੂਹਾ ਖੋਲ ਕੇ ਅੰਦਰ ਜਾ ਵੜਿਆ। ਬਿੰਦਕ ਬਿਸ਼ਨਾ ਉੱਥੇ ਖੜੋਤਾ ਰਿਹਾ ਪਰ ਫਿਰ ਭੱਜ ਕੇ ਉਹ ਬੂਹੇ ਵੱਲ ਗਿਆ ਜਿਵੇਂ ਤਖਤਿਆਂ 'ਚ ਟੱਕਰ ਮਾਰਨ ਲੱਗਾ ਹੋਵੇ। ਪਰ ਨੇੜੇ ਜਾ ਕੇ ਦੋਏ ਹੱਥ ਤਖਤਿਆਂ ਉੱਤੇ ਧਰਦਿਆਂ ਇੱਕ ਵੱਡੀ ਵਿਰਲ ਵਿੱਚੋਂ ਅੰਦਰ ਝਾਕਣ ਲੱਗ ਪਿਆ। ਅੰਦਰ ਲਾਲਟੈਨ ਦਾ ਚਾਨਣ ਸੀ। ਪਹਿਲਾਂ ਤਾਂ ਉਹਨੂੰ ਕੁਛ ਨਾ ਦਿਸਿਆ, ਫਿਰ ਸਹਿਮੀਆਂ ਕਈ ਅੱਖਾਂ ਇੱਧਰ ਤਾੜਦੀਆਂ ਦਿਸੀਆਂ। ਠੋਲਾ ਤੇ ਭਗਤਾ ਮੰਜੇ ਤੇ ਬੈਠੇ ਸਨ। ਕਾਲਾ ਉਹਨਾਂ ਦੇ ਕੋਲ ਖੜੋਤਾ ਸੀ। ਤਿੰਨੇ ਤਾੜਵੀਂ ਭਵਤਰੀ ਨਿਗਾਹ ਨਾਲ ਬੂਹੇ ਵੱਲ ਝਾਕ ਰਹੇ ਸਨ। ਉਹਨੂੰ ਆਪਣੀ ਹਿੱਕ 'ਚ ਅੱਗ ਵਾਂਗ ਫੇਰ ਕੁਝ ਮੱਚਦਾ ਲੱਗਿਆ। ਅੱਗ ਫਰਕਣ ਜਿੰਨਾ ਚਿਰ ਵੀ ਬਿਸ਼ਨੇ ਤੋਂ ਉੱਥੇ ਹੋਰ ਨਾ ਖੜੋਤਾ ਗਿਆ। ਥਿੜਕਦੇ ਪੈਰੀ ਆਪਣੀ ਕੋਠੜੀ ਅੰਦਰ ਆ ਵੜਿਆ। ਅੰਦਰ ਆਉਣ ਸਾਰ ਖੱਲੀ ਖੁੰਜੀ ਹੱਥ ਪੈਰ ਮਾਰਨ ਲੱਗਾ। ਚਾਨ ਚੱਕ ਕੁਹਾੜਾ ਚੱਕ ਕੇ ਫੇਰ ਬਾਹਰ ਨਿਕਲ ਆਇਆ। ਪਰ ਬੂਹੇ ਨਿਕਲਦਿਆਂ ਉਹਨੂੰ ਆਪਣੇ ਸਿਰ ਵੱਲ ਸਾਂ ਕਰਕੇ ਕੁਝ ਚੜ੍ਹਦਾ ਜਾਪਿਆ। ਅੱਖਾਂ ਤੋਂ ਦਿਸਣਾ ਹਟ ਗਿਆ। ਸੱਜੇ ਹੱਥ ਨਾਲ ਮੋਢੇ ਤੇ ਰੱਖੇ ਕੁਹਾੜੇ ਦਾ ਦਸਤਾ ਫੜੀ ਤੇ ਖੱਬਾ ਕੰਧ ਨਾਲ ਕਸਰਾ ਕੇ ਬੋਚ ਪੈਰ ਧਰਦਿਆਂ ਉਹ 4 ਕਦਮ ਤੁਰਿਆ ਹੋਏਗਾ ਕਿ ਚਾਨ ਚੱਕ ਉਹਦੇ ਸਿਰ ਨੂੰ ਚੜ੍ਹਦੇ ਗੁਬਾਰ ਦੀ ਸਾਂ ਇੰਨੀ ਵੱਧ ਗਈ ਕਿ ਅੱਖਾਂ ਉਕਾਨੀਆਂ ਹੋ ਗਈਆਂ ਜਾਪੀਆਂ। ਪੀਲਾਂ ਲਹੂ ਮੇਰੇ ਪਤਿਆਰੇ ਦਾ, ਬਿਸ਼ਨੇ ਨੇ ਘੱਗੀ ਨਿੱਗਰ ਆਵਾਜ਼ ਨਾਲ ਆਖਿਆ ਤੇ ਕੁਹਾੜੇ ਦੇ ਦਸਤੇ ਨੂੰ ਦੋਹਾਂ ਹੱਥਾਂ ਨਾਲ ਘੁੱਟ ਕੇ ਮੋੜ ਵੱਲ ਭੱਜ ਪਿਆ। ਪਰ ਮੋੜ ਉੱਤੇ ਚਾਨ ਚੱਕ ਉਹਦਾ ਪੈਰ ਤਿਲਕਿਆ ਤੇ ਮੋਢਾ ਕੰਧ ਨਾਲ ਵੱਜਿਆ ਤੇ ਕੰਧ ਦੇ ਧੱਕੇ ਨਾਲ ਉੱਲਰ ਕੇ ਉਹ ਭੁੰਜੇ ਜਾ ਡਿੱਗਿਆ। ਡਿੱਗਣ ਸਾਰ ਆਪਣੀਆਂ ਅੱਖਾਂ ਸਿੱਕੇ ਦੀਆਂ ਡਲੀਆਂ ਵਾਂਗ ਨਿੱਗਰ ਹੋ ਕੇ ਗਿੱਚੀ ਵੱਲ ਧੱਸਦੀਆਂ ਜਾਪੀਆਂ। ਉਹਨੇ ਸਾਰੇ ਜ਼ੋਰ ਨਾਲ ਅੱਖਾਂ ਖੋਲਣ ਦਾ ਯਤਨ ਕੀਤਾ ਪਰ ਨਾ ਖੁੱਲੀਆਂ। ਕਚੀਚੀਆਂ ਵੱਟ ਕੇ ਕੁਝ ਬੋਲਣ ਦਾ ਯਤਨ ਕੀਤਾ ਪਰ ਬੋਲਿਆ ਨਹੀਂ ਗਿਆ। ਫਿਰ ਉਵੇਂ ਪਿਆ ਖੱਬਾ ਹੱਥ ਚਿੱਕੜ ਵਿੱਚ ਇਉਂ ਮਾਰਨ ਲੱਗ ਪਿਆ ਜਿਵੇਂ ਗੁਆਚਿਆ ਕੁਝ ਲੱਭਦਾ ਹੋਵੇ। ਇੰਜ ਮਹਿਸੂਸ ਹੋਇਆ ਜਿਵੇਂ ਉਹਦੇ ਸਾਰੇ ਅੰਗ ਸੌਂਦੇ ਜਾਂਦੇ ਸਨ ਤੇ ਉਹ ਬਿਆੜੀ ਧਰਤੀ ਦੇ ਵਿੱਚ ਲਹਿੰਦਾ ਜਾ ਰਿਹਾ ਸੀ, ਡੂੰਘੇ ਸੰਘਣੇ ਹਨੇਰੇ ਪਤਾਲ ਵਿੱਚ। ਜਦੋਂ ਬਿਸ਼ਨੇ ਨੇ ਅੱਖ ਪੁੱਟੀ ਤਾਂ ਦੀਵੇ ਦੀ ਲੋ 'ਚ ਉਹਨੂੰ ਆਪਣੀ ਪੁਆਂਦੀ ਕੋਈ ਬੰਦਾ ਖੜੋਤਾ ਦਿਸਿਆ। ਕਿਹੜਾ ਹੈ? ਉਹਦੇ ਹੋਠਾਂ 'ਚ ਮਰਨਾਊ ਆਵਾਜ਼ ਨਿਕਲੀ ਪਰ ਉਸ ਬੰਦੇ ਨੇ ਕੋਈ ਜਵਾਬ ਨਾ ਦਿੱਤਾ। ਬਿਸ਼ਨੇ ਦੀਆਂ ਅੱਖਾਂ ਫੇਰ ਉਵੇਂ ਸਿੱਕੇ ਦੀਆਂ ਡਲੀਆਂ ਵਾਂਗ ਗਿੱਚੀ ਵੱਲ ਧੱਸਣ ਲੱਗ ਪਈਆਂ। ਅਚੂਈ ਨਾਲ ਉਹਨੇ ਸਿਰ ਇੱਕ ਵਾਰੀ ਸੱਜੇ ਪਾਸੇ ਛੰਡਿਆ, ਫਿਰ ਖੱਬੇ ਹੱਥ ਪਹਿਲਾਂ ਵਾਂਗ ਹੀ ਇਵੇਂ ਇੰਜ ਆਸੇ-ਪਾਸੇ ਮਾਰਨ ਲੱਗ ਪਿਆ ਜਿਵੇਂ ਕੁਝ ਲੱਭ ਰਿਹਾ ਹੋਵੇ। ਪਰ ਉਹਦਾ ਹੱਥ ਐਤਕੀ ਚਿੱਕੜ ਦੀ ਥਾਂ ਕਿਸੇ ਦੇ ਮੂੰਹ ਤੇ ਜਾ ਵੱਜਿਆ। ਬੇਹਿੱਸ ਹੋਇਆ ਹੱਥ ਉਹਨੇ ਕੁਝ ਚਿਰ ਉੱਥੇ ਟਿਕਾਈ ਰੱਖਿਆ। ਕੁਝ ਟੋਹਣ ਦਾ ਯਤਨ ਕੀਤਾ ਪਰ ਉਂਗਲਾਂ ਨਾ ਹਿੱਲੀਆਂ। ਲੱਕੜ ਦੀਆਂ ਕਿੱਲੀਆਂ ਵਾਂਗ ਆਕੜ ਗਈਆਂ ਸੀ। ਮੱਗੀ ਐ? ਟੁੱਟਵੀਂ ਮੱਧਮ ਆਵਾਜ਼ ਬਿਸ਼ਨੇ ਦੇ ਹੋਠਾਂ 'ਚੋਂ ਨਿਕਲੀ ਤੇ ਉਸੇ ਪਲ ਉਹਦਾ ਸਰੀਰ ਸੁੰਨ ਹੋਣ ਲੱਗ ਪਿਆ। ਅਗਲੇ ਪਲ ਬਿਸ਼ਨੇ ਨੂੰ ਜਾਪਿਆ ਉਹ ਕਿਸੇ ਉੱਚੀ ਟਿੱਸੀ ਤੇ ਖੜੋਤਾ ਹੋਇਆ ਸੀ। ਉਹਦੇ ਨਾਲ ਇੱਕ ਹੋਰ ਬੰਦੇ ਦਾ ਪਰਛਾਵੇਂ ਵਰਗਾ ਆਕਾਰ ਸੀ ਜੋ ਧੁੰਦ ਵਾਂਗ ਖਿੱਲਰ ਕੇ ਉਹਨੂੰ ਆਪਣੇ 'ਚ ਲਪੇਟੀ ਆਉਂਦਾ ਸੀ। ਇੱਕ ਵਾਰ ਚਾਨ ਚੱਕ ਬਿਜਲੀ ਵਾਂਗ ਕੁਝ ਲਿਸ਼ਕਿਆ ਤੇ ਉਹਨੂੰ ਉਸ ਬਾਤ ਵਾਲੇ ਰਾਜਕੁਮਾਰ ਵਰਗਾ ਮੁਹਾਂਦਰਾ ਦਿਸਿਆ। ਪਰ ਉਸ ਪਿੱਛੋਂ ਚਾਰੇ ਪਾਸੇ ਨੇਰ ਗੁਬਾਰ ਹੁੰਦਾ ਗਿਆ ਤੇ ਉਹ ਸਣੇ ਉਸ ਬੰਦੇ ਦੇ ਪਰਛਾਵੇਂ ਵਰਗੇ ਆਕਾਰ ਦੇ ਟੀਸੀ ਉੱਤੋਂ ਡਿੱਗ ਕੇ ਡੂੰਘੇ ਪਤਾਲ 'ਚ ਡਿੱਗ ਪਿਆ। ਅਖੀਰ ਲਾਂਗ ਅਣਹੋਈ। ਕਈ ਮਹੀਨੇ ਭਗਤਾ ਉਸ ਖੂੰਜੇ ਕੋਲੋਂ ਲੰਘ ਵੀ ਨਾ ਸਕਿਆ ਜਿੱਥੋਂ ਉਹ ਤੇ ਕਾਲਾ ਬਿਸ਼ਨੇ ਨੂੰ ਚੁੱਕ ਕੇ ਕੋਠੜੀ 'ਚ ਲੈ ਕੇ ਗਏ ਸੀ। ਜਦੋਂ ਬਾਹਰ ਸੜਕ ਉੱਤੇ ਕੰਮ ਕਰਨ ਬਹਿ ਜਾਂਦਾ ਤਾਂ ਖੂੰਜੇ ਵੱਲ ਨਹੀਂ ਸੀ ਝਾਕਦਾ। ਪਰ ਕਈ ਵਾਰ ਜਦੋਂ ਉਹਦੀ ਨਿਗਾਹ ਸਾਹਮਣੇ ਬਾਹਰਲੇ ਘਰ ਦੇ ਟੋਇਆਂ ਉੱਤੇ ਜਾ ਪੈਂਦੀ ਤਾਂ ਉਹਨੂੰ ਉਹ ਬਿਸ਼ਨੇ ਦੇ ਚਿਹਰੇ ਉਤਲੇ ਮਾਤਾ ਦੇ ਦਾਗਾਂ ਵਾਂਗ ਦਿਸਣ ਲੱਗ ਪੈਂਦੇ। ਪਤਾ ਨਹੀਂ ਕਿਉਂ ਹੁਣ ਉਹਨੂੰ ਟੋਇਆਂ ਨੂੰ ਆਂਢ ਗੁਆਂਢ ਦੀਆਂ ਤੀਵੀਆਂ ਸਿਰ ਕਟਿਆਂ ਦੇ ਟੋਏ ਕਹਿਣ ਲੱਗ ਪਈਆਂ। ਇਹ ਨਾਂ ਸੁਣ ਕੇ ਅਕਾਰਨ ਹੀ ਉਹਨੇ ਮਨ ਅੰਦਰ ਓਪਰਾ ਜਿਹਾ ਡਰ ਪੈਦਾ ਹੋ ਜਾਂਦਾ। ਫਿਰ ਇੱਕ ਦਿਨ ਭਗਤੇ ਨੂੰ ਪਤਾ ਨਹੀਂ ਕੀ ਸ਼ੁਦਾ ਕੁੱਦਿਆ ਕਿ ਉਹਨੇ ਲੋਕਾਂ ਤੋਂ ਚੋਰੀਆਂ ਕਈ ਰਾਤਾਂ ਲਾ ਕੇ ਟੋਏ ਕੂੜੇ ਤੇ ਮਿੱਟੀ ਨਾਲ ਅੱਟ ਦਿੱਤੇ। ਉਸ ਖੂੰਜੇ ਪੱਕਾ ਥੜਾ ਬੰਨ ਲਿਆ ਤੇ ਬਿਸ਼ਨੇ ਲਈ ਬਣਾਈ ਕੋਠੜੀ ਢਾਹ ਦਿੱਤੀ।
ਉਹਦਾ ਸਾਰਾ ਕਾਠ ਪਾੜ ਕੇ ਬਾਲਣ ਬਣਾ ਕੇ ਬਾਲ ਲਿਆ। ਉਹਨੂੰ ਜਾਪਿਆ ਬਿਸ਼ਨੇ ਦੀਆਂ ਸਾਰੀਆਂ ਪੈੜਾਂ ਉਹਨੇ ਮੇਸ ਦਿੱਤੀਆਂ। ਬਿਸ਼ਨੇ ਨੂੰ ਮਰਿਆਂ 3 ਵਰ੍ਹੇ ਹੋਣ ਵਾਲੇ ਹਨ। 2 ਵਰ੍ਹੇ ਮਾਘੀ ਵੈਲੀ ਨੂੰ ਵੀ ਘਰੋਂ ਉਜੜਿਆਂ ਹੋ ਚੁੱਕੇ ਹਨ। ਪਰ ਭਗਤੇ ਨੂੰ ਇੰਜ ਲੱਗਦਾ ਜਿਵੇਂ ਉਹ ਟੋਏ ਉਹਨੂੰ ਪ੍ਰੇਤ ਬਣ ਕੇ ਚਿਮੜੇ ਹੋਣ। ਉਹਦਾ ਕੰਮ ਵੀ ਪਿਛਲੇ ਸਮੇਂ ਨਾਲੋਂ ਚੰਗਾ ਹੈ। ਮੰਡੀ ਤੇ ਆਸੇ-ਪਾਸੇ ਦੇ ਪਿੰਡਾਂ 'ਚ ਚੰਗੀ ਇੱਜ਼ਤ ਤੇ ਪੈਂਠ ਬਣੀ ਹੋਈ ਹੈ। ਫਿਰ ਵੀ ਉਹਦੇ ਚਿਹਰੇ ਉੱਤੇ ਪਹਿਲਾਂ ਵਾਲੀ ਰੌਣਕ ਨਹੀਂ ਰਹੀ। 3 ਵਰ੍ਹਿਆਂ 'ਚ ਦਾੜੀ ਅੱਧੀ ਬੱਗੀ ਹੋ ਗਈ ਹੈ। ਇਸ ਅਧਖੜ ਉਮਰ 'ਚ ਉਹਦੀ ਪਿੱਠ ਕੁੱਬੀ ਹੋਣ ਲੱਗ ਪਈ ਹੈ ਤੇ ਤੁਰਦਿਆਂ ਪਿਛਲੇ ਪਾਸੇ ਹੱਥਾਂ ਦੀ ਕੰਘੀ ਪਾ ਕੇ ਉਹ ਰਤਾ ਹੋਰ ਕੁੱਬੀ ਕਰ ਲੈਂਦਾ ਹੈ। ਇਹਦੇ ਨਾਲ ਹੀ ਉਹਦੀ ਨੀਵੀਂ ਪਾ ਕੇ ਤੁਰਨ ਦੀ ਆਦਤ ਇੰਨੀ ਪੱਕ ਗਈ ਹੈ ਕਿ ਹੁਣ ਜੇ ਉਹ ਤਾਂ ਨਿਗਾਹ ਕਰਕੇ ਤੁਰੇ ਵੀ ਤਾਂ ਧੌਣ ਦੁਖਣ ਲੱਗ ਪੈਂਦੀ ਹੈ। ਬਿਸ਼ਨੇ ਤੇ ਮਾਘੀ ਬਾਰੇ ਉਹ ਕਦੇ-ਕਦੇ ਕੋਈ ਗੱਲ ਨਹੀਂ ਛੇੜ ਸਕਦਾ। ਰੱਬ ਸਬੱਬੀ ਜੇ ਕਿਤੇ ਛਿੜ ਪਏ ਤਾਂ ਘਬਰਾ ਕੇ ਖਿਝ ਜਿਹੀ ਨਾਲ ਇੰਨਾ ਕਹਿ ਕੇ ਚੁੱਪ ਕਰ ਜਾਂਦਾ ਹੈ। ਉਹਨਾਂ ਅਣਹੋਇਆਂ ਦਾ ਕੀ ਨਾਂ ਲੈਣਾ ਓਏ। ਧੰਨਵਾਦ। ਸਮਾਪਤ।